ਪਹਿਲਾਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਸੀਗੀਆਂ ਉਹ ਕਹਿੰਦੀਆਂ ਰਹੀਆਂ ਅੱਜ ਦਾ ਵਿਦਿਆਰਥੀ ਕੱਲ ਦਾ ਨੇਤਾ। ਕੱਲ ਕਿਉਂ ਬਈ? ਅੱਜ ਦਾ ਵਿਦਿਆਰਥੀ ਅੱਜ ਦਾ ਹੀ ਨੇਤਾ ਹੋਏਗਾ ਦੇਸ਼ ਦੇ ਅੰਦਰ। ਪੰਜਾਬ ਦੇ ਹੱਥਾਂ ਤੋਂ ਯੂਨੀਵਰਸਿਟੀ ਖੋਹਣ ਦੀ ਕੋਸ਼ਿਸ਼ ਹੈ ਸੈਨੇਟ ਨੂੰ ਖਤਮ ਕਰਕੇ। ਪੰਜਾਬ ਯੂਨੀਵਰਸਿਟੀ ਹੈ ਜਿਨ੍ਹਾਂ ਤੇ ਪੰਜਾਬ ਦਾ ਪੂਰਾ ਰਾਈਟ ਹੈ ਤੇ ਉਹਨਾਂ ਪੰਜਾਬੀਆਂ ਦਾ ਕਦੀ ਵੀ ਰਾਈਟ ਖਤਮ ਨਹੀਂ ਹੋਊਗਾ। ਜਿਹੜੇ ਵੀਸੀ ਆ ਜੀ ਹੀ ਬਿਲੋਂਗਸ ਟੂ ਸੰਘ। ਉਹਦੀ ਕੁਆਲੀਫਿਕੇਸ਼ਨ ਵੇਖ ਕੇ ਉਹਨੂੰ ਇੱਕ ਵਾਈਸ ਚਾਂਸਲਰ ਅਪਾਇੰਟ ਕੀਤਾ ਜਾਂਦਾ। ਇਹ ਨਹੀਂ ਹੈ ਕਿ ਉਹਨਾਂ ਨੇ ਕਦੀ ਏਬੀਵੀਪੀ ਦਾ ਕੰਮ ਕੀਤਾ ਔਰ ਐਨਐਸਯੂਆਈ ਦਾ ਨਹੀਂ ਕੀਤਾ। ਇਦਾਂ ਦਾ ਕਦੀ ਡਿਸਕ੍ਰਿਮੀਨੇਸ਼ਨ ਪੰਜਾਬ ਯੂਨੀਵਰਸਿਟੀ ਦੇ ਅੰਦਰ ਨਹੀਂ ਹੋਇਆ। ਐਸਐਫਐਸ ਹੈ ਉਹ ਬਿਲਕੁਲ ਕਮਿਊਨਿਸਟ ਵਿਚਾਰਧਾਰਾ ਦੇ ਲੋਕ ਨੇ। ਉਹ ਪੰਜਾਬ ਯੂਨੀਵਰਸਿਟੀ ਦੇ ਅੰਦਰ ਅਥਾਰਟੀ ਨੂੰ ਲਗਾਤਾਰ ਮਤਲਬ ਅਬਿਊਜ਼ ਕਰਦੇ ਰਹਿੰਦੇ ਨੇ। ਸਾਡੀਆਂ ਭੈਣਾਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਸਾਰੇ ਕਈਆਂ ਦੀ ਤਾਂ ਅੱਜ ਵੀ 82 ਲੋਕਾਂ ਤੇ ਪਰਚਾ ਹੈ। ਗੱਲ ਕਰਨ ਦੀ ਗੁੰਜਾਇਸ਼ ਹੀ ਨਹੀਂ ਹੈ ਤੁਹਾਡੇ ਕੋਲੇ। ਤੁਸੀਂ ਜਦੋਂ ਵੀ ਕੀਤੀ ਉਹਨਾਂ ਨਾਲ ਸਿੱਧੀ ਲੜਾਈ ਕੀਤੀ, ਸਿੱਧਾ ਜਾ ਕੇ ਲੜੇ, ਅਥਾਰਟੀ ਨੂੰ ਗਾਲਾਂ ਕੱਢੀਆਂ। ਜਿੱਥੇ ਏਬੀਵੀਪੀ ਆਂਦੀ ਆ ਖਬਰਾਂ ਦੇ ਵਿੱਚ ਤਾਂ ਉੱਥੇ ਨਾਲ ਵਾਇਲੈਂਸ ਜ਼ਰੂਰ ਆਂਦਾ ਲਿਖਿਆ ਹੋਇਆ। ਤੁਸੀਂ ਦੱਸੋ ਗੁਰਨਾਮ ਚੜੂਨੀ ਦਾ ਪੰਜਾਬ ਯੂਨੀਵਰਸਿਟੀ ਦੇ ਅੰਦਰ ਕੀ ਕੰਮ ਹੈ? ਕਿਸਾਨ ਅੰਦੋਲਨ ਤੋਂ ਇੱਧਰ ਆ ਕੇ ਇੱਕ ਪਾਰਟੀ ਖੜੀ ਕਰ ਦਵੋ। ਕਿਸਾਨ ਅੰਦੋਲਨ ਤੱਕ ਠੀਕ ਹੈ, ਉਸ ਤੋਂ ਬਾਅਦ ਜਿਹੜਾ ਹਮਲਾਵਰ ਰੁਖ ਹੈ ਨਾ ਉਹ ਗਲਤ ਹੈ। ਸਤਿ ਸ਼੍ਰੀ ਅਕਾਲ। ਸਿਗਨੀਫੀਕੈਂਸ ਆਫ ਸਟੂਡੈਂਟ ਪੋਲਿਟਿਕਸ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਹੈ ਪਰਵਿੰਦਰ ਸਿੰਘ ਕਟੋਰਾ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਏਬੀਵੀਪੀ ਦੇ ਨਾਲ ਕਾਫੀ ਸਾਲਾਂ ਤੋਂ ਜੁੜੇ ਹੋਏ ਹਨ ਐਂਡ ਕਾਫੀ ਐਕਟਿਵ ਭੂਮਿਕਾ ਨਿਭਾ ਰਹੇ ਆ। ਸਰ ਮੋਸਟ ਵੈਲਕਮ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਡੇ ਚੈਨਲ ਵੱਲੋਂ ਅਫਸੋਸ ਹੈ ਵਿੱਕੀ ਮੱਡੂਖੇੜਾ ਦੀ ਅਨਟਾਈਮਲੀ ਉਹਦਾ ਮਰਡਰ ਦਾ। ਬਿਲਕੁਲ ਇੱਕ ਇਹੋ ਜਿਹੀ ਅਨਸੁਖਾਵੀ ਘਟਨਾ ਜਿੱਥੇ ਇੱਕ ਸਟੂਡੈਂਟ ਪੋਲਿਟਿਕਸ ਦੇ ਲੀਡਰਾਂ ਨੂੰ ਥੋੜਾ ਪਿੱਛੇ ਤਾਂ ਕਰਦੀ ਹੈ। ਉਹਦੇ ਨਾਲ ਇੱਕ ਡਰ ਦਾ ਮਾਹੌਲ ਜਿਹੜਾ ਸਟੂਡੈਂਟ ਪੋਲਿਟਿਕਸ ਦੇ ਅੰਦਰ ਸਾਲ ਦਰ ਸਾਲ, ਜਾਂ ਤੁਸੀਂ ਲਾ ਲਓ ਕਿ ਆਉਣ ਵਾਲੇ ਸਮੇਂ 'ਚ ਵੀ, ਜਾਂ ਪਿਛਲੇ ਟਾਈਮ ਦੀ ਗੱਲ ਲਾ ਲਓ ਕਿ ਟਾਈਮ ਦੇ ਨਾਲ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ। ਪਰ ਇੱਦਾਂ ਦੀ ਇੱਕ ਵਧੀਆ ਇਨਸਾਨ ਦਾ ਇਸ ਦੁਨੀਆ ਤੋਂ ਇਸ ਤਰ੍ਹਾਂ ਰੁਖਸਤ ਹੋ ਜਾਣਾ ਇੱਕ ਬੜੀ ਮਾੜੀ ਗੱਲ ਹੈ। ਇੱਕ ਸਟੂਡੈਂਟ ਲੀਡਰ, ਉਹ ਵੀ ਇੱਕ ਐਕਟਿਵ ਸਟੂਡੈਂਟ ਲੀਡਰ ਹੈ ਜਿਹੜਾ, ਬਹੁਤ ਮਾੜੀ ਗੱਲ। ਵਿੱਕੀ ਮੱਡੂਖੇੜਾ ਚਾਹੇ ਸੋਈ ਪਾਰਟੀ ਦਾ ਸੀ, ਬਟ ਆਪਾਂ ਦੇਖ ਰਹੇ ਹਾਂ ਹਰ ਇੱਕ ਪਾਰਟੀ ਉਹਦੇ ਲਾਈਕ ਅਫਸੋਸ, ਦੁੱਖ ਹੋਇਆ ਹਰ ਇੱਕ ਪਾਰਟੀ ਨੂੰ। ਹਰ ਇੱਕ ਪਾਰਟੀ ਉਹਨਾਂ ਲਈ ਪੋਸਟ ਕਰ ਰਹੀ ਆ, ਉਹਨਾਂ ਦੇ ਲਈ ਆਵਾਜ਼ ਚੱਕ ਰਹੇ ਆ, ਇਨਸਾਫ ਮਿਲਣਾ ਚਾਹੀਦਾ ਟਾਈਪ। ਵੱਡੀ ਗੱਲ ਤਾਂ ਹੈ ਜੀ, ਆਰਗੇਨਾਈਜੇਸ਼ਨ ਮੈਟਰ ਨਹੀਂ ਕਰਦੀ ਮੈਨੂੰ ਲੱਗਦਾ ਸਟੂਡੈਂਟ ਪੋਲਿਟਿਕਸ। ਇੱਕ ਸਟੂਡੈਂਟ ਪੋਲਿਟਿਕਸ ਹੀ ਅਜਿਹਾ ਪਲੇਟਫਾਰਮ ਹੈ ਜਿਹਦੇ ਅੰਦਰ ਸ਼ਾਇਦ ਤੁਸੀਂ ਦੇਖਿਆ ਹੋਣਾ ਪੰਜਾਬ ਯੂਨੀਵਰਸਿਟੀ ਦੇ ਅੰਦਰ ਇਹ ਜਿਹੜਾ ਟਾਈਮ ਚੱਲ ਰਿਹਾ, ਚਲੋ ਅੱਜ 15 ਅਗਸਤ ਵੀ ਹੈ, ਤਾਂ ਮਤਲਬ ਸਾਡਾ ਆਜ਼ਾਦੀ ਦਿਹਾੜਾ ਵੀ ਹੈ। ਸਭ ਤੋਂ ਵੱਡਾ ਦਿਨ ਹੈ ਹਿੰਦੁਸਤਾਨ ਤੇ ਹਿੰਦੁਸਤਾਨੀਆਂ ਲਈ। ਅੱਜ ਵਾਲਾ ਦਿਨ ਪੰਜਾਬ ਯੂਨੀਵਰਸਿਟੀ ਦੇ ਅੰਦਰ ਬੜਾ ਪੀਕ ਦਾ ਦਿਨ ਹੁੰਦਾ ਹੈ, ਕਿਉਂਕਿ ਲਗਭਗ 6 ਸਤੰਬਰ ਦੇ ਨੇੜੇ ਤੇੜੇ ਇਲੈਕਸ਼ਨ ਅਨਾਉਂਸ ਹੋ ਜਾਂਦੀ ਹੈ ਪੰਜਾਬ ਯੂਨੀਵਰਸਿਟੀ ਦੇ ਅੰਦਰ। ਇਸ ਤੋਂ ਬਾਅਦ ਐਡਮਿਸ਼ਨਾਂ ਦਾ ਪ੍ਰੋਸੈਸ ਚੱਲਣਾ ਜੂਨ ਜੁਲਾਈ ਦੇ ਅੰਦਰ। ਫਿਰ ਉਸ ਤੋਂ ਬਾਅਦ ਕਾਉਂਸਲਿੰਗਸ ਹੋਣੀਆਂ, ਐਡਮਿਸ਼ਨ, ਹੋਸਟਲਸ, ਬੱਚਿਆਂ ਦੇ ਮਤਲਬ ਆਉਣ ਜਾਣ ਦਾ ਕੰਮ, ਕਿਵੇਂ ਆਪਣੇ ਡਾਕੂਮੈਂਟ ਸਬਮਿਟ ਕਰਨਗੇ। ਉਹਦੇ ਅੰਦਰ ਇੱਕ ਸਟੂਡੈਂਟ ਆਰਗੇਨਾਈਜੇਸ਼ਨਸ ਨੇ ਬੜੀਆਂ ਚੰਗੀ ਭੂਮਿਕਾ ਅਦਾ ਕਰਦੀਆਂ। ਤੇ ਸੋਈ ਤਾਂ ਵੈਸੇ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਐਫੀਲੀਏਟਡ ਔਰ ਪੰਜਾਬ ਦੇ ਲੋਕਾਂ ਨਾਲ ਜੁੜੀ ਹੋਈ ਆਰਗੇਨਾਈਜੇਸ਼ਨ ਹੈ। ਤਾਂ ਪੰਜਾਬ ਤੋਂ ਲੋਕ ਆਉਂਦੇ ਆ, ਹਰ ਇੱਕ ਪਾਰਟੀ ਤੱਕ ਅਪਰੋਚ ਕਰਦੇ ਆ, ਏਬੀਵੀਪੀ ਤੱਕ ਅਪਰੋਚ ਕਰਦੇ ਆ, ਸੋਈ ਤੱਕ ਕਰਦੇ ਆ, ਐਨਐਸਯੂਆਈ, ਐਸਐਫਐਸ, ਸਾਰੇ ਲੋਕਾਂ ਤੱਕ। ਤੇ ਮਤਲਬ ਇਸ ਟਾਈਮ ਦੇ ਅੰਦਰ ਸਟੂਡੈਂਟ ਸੈਂਟਰ ਤੇ ਪੰਜਾਬ ਯੂਨੀਵਰਸਿਟੀ ਦੇ ਅੰਦਰ, ਜਿਹਨੂੰ ਹਾਰਟ ਆਫ ਪੰਜਾਬ ਯੂਨੀਵਰਸਿਟੀ ਵੀ ਕਿਹਾ ਜਾਂਦਾ ਹੈ, ਉੱਥੇ ਇੰਨੀ ਜ਼ਿਆਦਾ ਰੌਣਕ ਹੁੰਦੀ ਹੈ ਕਿ ਤੁਸੀਂ ਮੰਨ ਨਹੀਂ ਸਕਦੇ ਕਿ ਇੱਕ ਤਿਲ ਸੁੱਟਣ ਦੀ ਜਗ੍ਹਾ ਨਹੀਂ ਮਿਲਦੀ। ਇੰਨੇ ਸਾਰੇ ਬਾਹਰੋਂ ਸਟੂਡੈਂਟ ਆਏ ਹੋਏ, ਪਾਰਟੀ ਦੇ ਕੰਪੇਨਸ ਚੱਲੀਆਂ ਹੋਈਆਂ ਅਲੱਗ-ਅਲੱਗ ਤਰ੍ਹਾਂ ਤੋਂ। ਕੋਈ ਆਪਣਾ ਤਿਆਰੀ ਕਰ ਰਿਹਾ, ਕੋਈ ਆਪਣੇ ਕੈਂਡੀਡੇਟ ਦੀ ਤਿਆਰੀ ਕਰ ਰਿਹਾ, ਕੋਈ ਆਪਣੀ ਅਟੈਂਡੈਂਸ ਪੂਰੀ ਕਰਵਾ ਰਿਹਾ ਕਿ ਮੈਂ ਕੈਂਡੀਡੇਟ ਲੜਨਾ ਹੈ ਆਉਣ ਵਾਲੇ ਟਾਈਮ 'ਚ। ਮਤਲਬ ਉਹਦੇ ਅੰਦਰ ਜਦੋਂ ਮੈਂ ਦੇਖਦਾ, ਜਦੋਂ ਮੈਂ ਐਂਟਰ ਕਰਦਾ ਪੰਜਾਬ ਯੂਨੀਵਰਸਿਟੀ ਦੇ ਅੰਦਰ, ਤੇ ਵਿੱਕੀ ਮੱਡੂਖੇੜਾ ਇੱਕ ਠੀਕ ਨਾਮ ਹੈ ਪੰਜਾਬ ਯੂਨੀਵਰਸਿਟੀ ਦੇ ਅੰਦਰ। ਔਰ ਇੱਕ ਉਹਦੇ 'ਚ ਇੱਕ ਪੋਜ਼ਿਟਿਵਿਟੀ ਹੈ, ਪੋਜ਼ਿਟਿਵ ਐਟੀਟਿਊਡ ਆ ਉਹਦਾ, ਕਿ ਲੋਕਾਂ ਨੂੰ ਜਾ ਕੇ ਆਪ ਅਪਰੋਚ ਕਰਕੇ ਮਿਲਣਾ। ਇੱਕ ਹੈ ਸਟੂਡੈਂਟ ਤੁਹਾਨੂੰ ਮਿਲਣਾ ਬੀਇੰਗ ਅ ਸਟੂਡੈਂਟ ਲੀਡਰ, ਪਰ ਤੁਸੀਂ ਜਾ ਕੇ ਸਟੂਡੈਂਟਸ ਨੂੰ ਮਿਲਣਾ, ਉਹਨਾਂ ਦੀਆਂ ਪ੍ਰੋਬਲਮ ਸੁਣਨਾ, ਉਹਨਾਂ ਸਮੱਸਿਆਵਾਂ ਦਾ ਹੱਲ ਕਰਨਾ। ਅਜਿਹੇ ਲੀਡਰ ਪੰਜਾਬ ਯੂਨੀਵਰਸਿਟੀ ਦੇ ਨੇ। ਔਰ ਇਹੀ ਲੀਡਰ ਅਸੀਂ ਦੇਖਦੇ ਹਾਂ ਕਿ ਕਿੱਥੇ ਪੰਜਾਬ ਤੋਂ ਉੱਠ ਕੇ, ਪੰਜਾਬ ਯੂਨੀਵਰਸਿਟੀ ਤੋਂ ਉੱਠ ਕੇ ਕਿੱਥੇ ਕਿੱਥੇ ਤੱਕ ਜਾਂਦੇ ਨੇ। ਅੱਜ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਇੱਥੋਂ ਲੋਕ ਉੱਠ ਕੇ ਗਏ, ਸੁਸ਼ਮਾ ਸਵਰਾਜ ਇੱਥੋਂ ਪੜ੍ਹੇ, ਕਿੰਨੇ ਵੱਡੇ ਵੱਡੇ ਲੋਕ ਸਾਡੇ ਇੱਥੋਂ ਪੜ੍ਹੇ। ਤੇ ਉਹ ਮਤਲਬ ਜਾ ਕੇ ਕਿਵੇਂ ਭੂਮਿਕਾ ਰਾਜਨੀਤੀ, ਸਕਰੀ ਰਾਜਨੀਤੀ ਦੇ ਅੰਦਰ ਭੂਮਿਕਾ ਨਿਭਾਉਂਦੇ ਨੇ। ਆਪਣਾ ਵੈਸੇ ਤਾਂ ਮੇਨ ਟੌਪਿਕ ਸਿਗਨੀਫੀਕੈਂਸ ਆਫ ਸਟੂਡੈਂਟ ਪੋਲਿਟਿਕਸ ਆ, ਪਰ ਆਪਾਂ ਇੱਥੇ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਹੈ ਕਿ ਸਟੂਡੈਂਟ ਪੋਲੀਟੀਸ਼ੀਅਨਸ ਐਂਡ ਇਹ ਗੈਂਗਸਟਰਿਜ਼ਮ ਦਾ ਲਿੰਕ ਵਰਥ ਟਾਕਿੰਗ ਹੈਗਾ ਕਿ ਨਹੀਂ ਹੈਗਾ? ਦੇਖੋ, ਹਰ ਚੀਜ਼ ਦੇ ਦੋ ਪਹਿਲੂ ਨੇ। ਜੇ ਤੁਸੀਂ ਸਟੂਡੈਂਟ ਪੋਲਿਟਿਕਸ ਦੀ ਗੱਲ ਕਰਦੇ ਹੋ ਤਾਂ ਕੁਝ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਦੇ ਅੰਦਰ ਇਸ ਚੀਜ਼ ਦਾ ਇਨਫਲੂਐਂਸ ਰਹਿੰਦਾ ਹੈ।
ਮਤਲਬ ਤੁਸੀਂ ABVP ਦੀ ਗੱਲ ਕਰੋ, ਇੱਕ ਬੜੀ ਨਿਰੋਲਤਿਕ ਸਟੂਡੈਂਟਸ ਦੀ ਚਲਾਈ ਜਾਣ ਵਾਲੀ ਆਰਗੇਨਾਈਜੇਸ਼ਨ ਹੈ, ਜਿਹੜੇ ਸਟੂਡੈਂਟ ਇਕੱਠੇ ਹੋ ਕੇ ਆਪਣੇ ਆਰਗੇਨਾਈਜੇਸ਼ਨ ਸਾਡੀ ਚਲਾਉਂਦੇ ਨੇ, ਉਹ ਆਰਗੇਨਾਈਜੇਸ਼ਨ ਰਨ ਕਰਦੇ ਨੇ। ਔਰ ਇਹ ਪੂਰੇ ਇੱਕ ਪੰਜਾਬ ਜਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਨਹੀਂ, ਪੂਰੇ ਹਿੰਦੁਸਤਾਨ ਦੇ ਅੰਦਰ ਇੰਨਾ ਵੱਡਾ ਸਟਰਕਚਰ ਹੈ ABVP ਦਾ। ਹਰ ਕਾਲਜ ਦੇ ਅੰਦਰ, ਹਰ ਯੂਨੀਵਰਸਿਟੀ ਦੇ ਅੰਦਰ ਸਾਡਾ ਇੱਕ ਸੰਗਠਨ ਹੈ, ਔਰ ਪੂਰਾ ਮਤਲਬ ਇੱਕ ਆਰਗੇਨਾਈਜੇਸ਼ਨਲ ਵੇ ਨਾਲ ਆਰਗੇਨਾਈਜ਼ ਕੀਤਾ ਜਾਂਦਾ ਹੈ, ਨਾ ਕਿ ਉਹਦੇ ਅੰਦਰ ਕਿਸੇ ਹੋਰ ਦੀ ਪਾਰਟਿਸਿਪੇਸ਼ਨ ਹੈ। ਪਰ ਮੈਨੂੰ ਲੱਗਦਾ ਕਿ ਕੁਝ ਆਰਗੇਨਾਈਜੇਸ਼ਨ ਦੇ ਅੰਦਰ ਇਸ ਚੀਜ਼ ਦਾ ਇਨਫਲੂਐਂਸ ਰਹਿੰਦਾ ਥੋੜਾ ਬਹੁਤ। ਦੇਖੋ ਰਾਜਨੀਤੀ ਆ, ਹੁਣ ਮੈਂ ਵੀ ਸਟੂਡੈਂਟ ਪੋਲਿਟਿਕਸ ਦੇ ਅੰਦਰ ਰਿਹਾ, ਥੋੜੀ ਬਹੁਤੀ ਡਰਾ ਧਮਕਾ ਕੇ ਰਾਜਨੀਤੀ ਵੀ ਹੁੰਦੀ ਹੈ, ਵੋਟਾਂ ਦੀ ਰਾਜਨੀਤੀ ਹੈ, ਥੋੜੀ ਡਰਾ ਧਮਕਾ ਵੀ ਹੁੰਦੀ ਹੈ। ਪਰ ਮੈਨੂੰ ਲੱਗਦਾ ਨਹੀਂ ਕਿ ਇੰਨਾ ਜ਼ਿਆਦਾ ਇਨਫਲੂਐਂਸ ਜਿਹੜਾ ਹੈ ਗੈਂਗਸਟਰ ਬਹੁਤ ਜ਼ਿਆਦਾ ਜਿਹੜੇ ਅੱਜ ਲੋਕ ਦਿਖਾ ਰਹੇ ਨੇ ਜਾਂ TV ਚੈਨਲਸ ਦਿਖਾ ਰਹੇ ਨੇ ਕਿ ਬਹੁਤ ਜ਼ਿਆਦਾ ਇਨਫਲੂਐਂਸ ਹੈ ਗੈਂਗਸਟਰ ਲਾਈਫ ਦਾ ਸਟੂਡੈਂਟ ਪੋਲਿਟਿਕਸ ਦੇ ਅੰਦਰ, ਇੰਨਾ ਜ਼ਿਆਦਾ ਨਹੀਂ ਹੈ। ਬਹੁਤ ਅੱਛੇ ਸਟੂਡੈਂਟ ਨਿਕਲਦੇ ਨੇ ਤੇ ਵਿੱਕੀ ਮਿੱਡੂ ਖੜਾ ਉਹਨਾਂ ਚੋਂ ਇੱਕ ਇਨਸਾਨ ਹੈ ਜਿਹੜਾ ਉੱਥੋਂ ਨਿਕਲਿਆ ਹੈ। ਤੁਸੀਂ ਕੀ ਦੇਖਦੇ ਹੋ ਕਿ ਯੂਥ ਪੋਲਿਟਿਕਸ ਦੀਆਂ ਕੀ ਸਿਗਨੀਫੀਕੈਂਸ ਆ, ਉਹਦੀ ਕੀ ਇੰਪੋਰਟੈਂਸ ਆ, ਕਿਉਂ ਹੋਣੀ ਚਾਹੀਦੀ ਹੈ ਯੂਨੀਵਰਸਿਟੀਜ਼ ਦੇ ਵਿੱਚ ਐਟ ਯੂਥ ਲੈਵਲ, ਐਟ ਸਟੂਡੈਂਟ ਲੈਵਲ? ਜੀ, ਮੈਂ ਸਮਝਦਾ ਹਾਂ ਕਿ ਜਦੋਂ ਤੁਸੀਂ ਯੂਨੀਵਰਸਿਟੀ ਲੈਵਲ ਨੂੰ ਲੱਗਦਾ ਕਿ ਜੇ UG ਅੰਡਰ ਗ੍ਰੈਜੂਏਟ ਕੋਰਸਿਸ ਦੀ ਗੱਲ ਕਰੋ ਤਾਂ 20-22 ਸਾਲ ਤੱਕ ਤੁਸੀਂ ਯੂਨੀਵਰਸਿਟੀ ਐਂਟਰ ਕਰ ਜਾਂਦੇ ਹੋ। ਜੇ ਉਸ ਤੋਂ ਬਾਅਦ ਪੋਸਟ ਗ੍ਰੈਜੂਏਟ ਦੀ ਗੱਲ ਕਰੀਏ ਤਾਂ ਤੁਸੀਂ 23-24 ਸਾਲ ਦੀ, ਮਤਲਬ ਉਹ ਏਜ ਇੱਕ ਸਿੱਖਣ ਦੀ, ਇੱਕ ਐਜੂਕੇਸ਼ਨ ਨਾਲ ਰਿਲੇਟ ਏਜ ਬਹੁਤ ਚੰਗੀ ਹੈ। ਜੇ ਉਹਦੇ ਨਾਲ ਨਾਲ ਕਿਤੇ ਤੁਹਾਨੂੰ ਇੱਕ ਪੋਲਿਟਿਕਸ ਦੇ ਅੰਦਰ, ਪੋਲਿਟਿਕਸ ਨਹੀਂ ਕਹਿ ਸਕਦੇ ਉਹਨੂੰ, ਇੱਕ ਸਟੂਡੈਂਟ ਪੋਲਿਟਿਕਸ ਕਹਿ ਸਕਦੇ ਕਿ ਉਹਦੇ ਅੰਦਰ ਇਨਵੋਲਵ ਹੋਣ ਦਾ ਮੌਕਾ ਮਿਲਦਾ, ਤਾਂ ਉਦੋਂ ਦਿਮਾਗ ਇੱਕ ਇਦਾਂ ਦੀ ਕੰਡੀਸ਼ਨ 'ਚ ਹੁੰਦਾ, ਬੰਦੇ ਦਾ ਇੰਨਾ ਸ਼ਾਰਪ ਹੁੰਦਾ ਉਸ ਟਾਈਮ ਤੇ ਕਿ ਉਹ ਸਾਰੀਆਂ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਹੈਂਡਲ ਕਰ ਸਕਦੇ। ਫਿਰ ਇਹੀ ਉਮਰ ਹੈ 25 ਤੋਂ 30 ਸਾਲ ਦੇ ਵਿੱਚ 4-5 ਸਾਲ, ਜਾਂ ਤੁਸੀਂ ਲਾ ਲਓ ਕਿ 22 ਤੋਂ 28 ਸਾਲ ਤੱਕ ਲਾ ਲਓ, 20 ਤੋਂ 26-27 ਸਾਲ ਤੱਕ ਲਾ ਲਓ, ਕਿ ਬੰਦਾ ਬਹੁਤ ਕੁਝ ਸਿੱਖਦਾ ਹੈ। ਡਾਈਵਰਸਿਫਿਕੇਸ਼ਨ ਆਫ ਓਪੀਨੀਅਨਸ ਹੁੰਦਾ ਔਨ ਦਾ ਕੈਂਪਸ। ਬਿਲਕੁਲ ਹੋ ਜਾਂਦਾ। ਤੇ ਯੂਨੀਵਰਸਿਟੀ ਦੇ ਅੰਦਰ ਆ ਕੇ ਤੁਸੀਂ ਦੇਖਦੇ ਹੋ ਕਿ ਕਿਵੇਂ ਇੱਕ ਦੂਜੀ ਆਰਗੇਨਾਈਜੇਸ਼ਨ ਨਾਲ ਡਿਬੇਟ ਕਰਨੀ, ਕਿਵੇਂ ਅਥਾਰਟੀਜ਼ ਨਾਲ ਲੜਨਾ, ਔਰ ਸਟੂਡੈਂਟਸ ਦੇ ਰਾਈਟ ਦੀ ਗੱਲ ਕਰਨੀ, ਜਿਹੜੀ ਜਾ ਕੇ ਤੁਸੀਂ ਆਪਦੀ ਆਰਗੇਨਾਈਜੇਸ਼ਨ 'ਚ ਪਤਾ ਨਹੀਂ ਕਦੋਂ ਟਾਈਮ ਮਿਲੇ ਤੇ ਕਦੋਂ ਕਰ ਸਕੋ ਤੁਸੀਂ। ਇਸ ਕਰਕੇ ਜਿਹੜੀ ਰਾਜਨੀਤੀ ਦੇ ਅੰਦਰ ਇੱਕ ਯੂਥ ਦੀ ਭੂਮਿਕਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਤਾਂ ਯੂਥ ਇੱਕ ਬੜੇ ਚੰਗੇ, ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਯੂਨੀਵਰਸਿਟੀ। ਤੁਸੀਂ ਆਉਣ ਵਾਲੇ ਸਮੇਂ ਦੇ ਅੰਦਰ ਸਟੂਡੈਂਟ ਪੋਲਿਟਿਕਸ 'ਚ ਅੱਗੇ ਜਾਣਾ, ਉਸ ਵਾਰ ਕਿਸੇ ਪਾਰਟੀ ਨੂੰ ਅਡੈਪਟ ਕਰ ਲੈਣਾ, ਉਹਨੂੰ ਆਪਣੀ ਪਾਰਟੀ ਬਣਾਉਣਾ, ਤੇ ਇੱਕ ਬਹੁਤ ਚੰਗਾ ਪਲੇਟਫਾਰਮ ਹੈ। ਬਹੁਤ ਅੱਛਾ ਪਲੇਟਫਾਰਮ ਹੈ ਕਿਸੇ ਪਾਰਟੀ ਨੂੰ ਆਪਣੀ ਪਾਰਟੀ ਬਣਾਉਣਾ। ਔਰ ਇਹ ਤੁਹਾਡੀ ਜਿੰਨੇ ਵੀ ਤੁਸੀਂ ਸਟੂਡੈਂਟ ਪੋਲਿਟਿਕਸ ਵਾਲੇ ਹੈਗੇ ਆ ਡਿਫਰੈਂਟ ਆਰਗੇਨਾਈਜੇਸ਼ਨਸ ਦੇ, ਇਹ ਤੁਹਾਡੀ ਦੌੜ ਉਦੋਂ ਸ਼ੁਰੂ ਹੋ ਜਾਂਦੀ ਹੈ ਨਵੇਂ ਐਡਮਿਸ਼ਨ ਹੁੰਦੇ ਆ। ਪਰ ਇਹ ਆਪਾਂ ਅਕਸਰ ਕਿਉਂ ਨਹੀਂ ਦੇਖਦੇ? ਦੇਖੋ ਯੂਨੀਵਰਸਿਟੀ ਦੇ ਵਿੱਚ ਹਰ ਵਰਗ ਤੋਂ, ਆਲਮੋਸਟ ਬਹੁਤ ਸਟੇਟਾਂ ਤੋਂ ਬੱਚੇ ਆ, ਸਪੈਸ਼ਲੀ ਪੰਜਾਬ ਯੂਨੀਵਰਸਿਟੀ 'ਚ। ਐਦਾਂ ਕਿਉਂ ਨਹੀਂ ਹੁੰਦਾ ਕਿ ਹਰ ਸਾਲ ਇੱਕ ਨਵੀਂ ਪਾਰਟੀ ਉੱਠ ਕੇ ਖੜੀ ਹੋ ਜਾਏ? ਬਸ ਇਹੀ 2-3 ਵੱਡੀਆਂ ਪਾਰਟੀਆਂ, ਸਿਰਫ ਇੱਕ SFS ਹੈ ਜਿਹੜੀ ਇੱਕ ਇੰਡੀਪੈਂਡੈਂਟ ਪਾਰਟੀ ਲੱਗਦੀ ਹੈ ਵੱਡੀਆਂ ਪਾਰਟੀਆਂ ਤੋਂ। ਨਹੀਂ, ਚਲੋ ਤੁਸੀਂ ਗੱਲ ਕੀਤੀ ਕਿ ਇੱਕ ਇਲੈਕਸ਼ਨ ਦੇ ਮੋਡ ਨਾਲ ਕੰਮ ਕਰਨਾ ਸ਼ੁਰੂ ਕੀਤਾ, ਪਰ ABVP ਦਾ ਉੱਥੇ ਵੀ ਕੰਮ ਹੈ ਜਿੱਥੇ ਇਲੈਕਸ਼ਨ ਨਹੀਂ ਹੁੰਦੇ। ਜਿਹਨਾਂ ਯੂਨੀਵਰਸਿਟੀ ਤੁਸੀਂ ਬਹੁਤ ਥੋੜੇ ਸਾਡੇ ਫਾਸਲੇ ਤੇ 100-125 ਕਿਲੋਮੀਟਰ ਦੇ ਨੇੜੇ ਤੇੜੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਹੈ, ਸ਼ਿਮਲਾ ਯੂਨੀਵਰਸਿਟੀ, ਉਹਦੇ ਅੰਦਰ ਇਲੈਕਸ਼ਨ ਕਾਫੀ ਦੇਰ ਤੋਂ ਬੈਨ ਨੇ, 20-25 ਸਾਲ ਤੋਂ ਬੈਨ ਹੈ ਦੇ ਅੰਦਰ ਇਲੈਕਸ਼ਨ। ਤਾਂ ਉਹਦੇ ਅੰਦਰ ਵੀ ਇੱਕ ਸਕਰੀय ਭੂਮਿਕਾ ਨਿਭਾਉਣੀ, ਸਟੂਡੈਂਟਸ ਦੇ ਨਾਲ ਜੁੜੇ ਰਹਿਣਾ, ਉਹਨਾਂ ਦੇ ਕੰਮ, ਸਟੂਡੈਂਟਸ ਦੀ ਐਡਮਿਸ਼ਨ ਦਾ, ਹੋਸਟਲ ਦਾ ਕੰਮ, ਉਹਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਨੇ, ਕਿਹੜੇ ਡਾਕੂਮੈਂਟ, ਕਿਉਂਕਿ ਤੁਸੀਂ ਸਿੱਧਾ ਯੂਨੀਵਰਸਿਟੀ ਐਂਟਰ ਹੋ ਜਾਂਦੇ ਹੋ, ਤੁਹਾਨੂੰ ਪਤਾ ਨਹੀਂ ਕੀ ਚੀਜ਼ ਲੈ ਕੇ ਆਉਣੀ ਹੈ। ਦੂਰ ਤੋਂ 200 ਕਿਲੋਮੀਟਰ ਤੋਂ ਆਇਆ ਹੋਇਆ ਸਟੂਡੈਂਟ, 300 ਕਿਲੋਮੀਟਰ ਤੋਂ ਆਇਆ ਹੋਇਆ ਸਟੂਡੈਂਟ। ਮਤਲਬ ਅੱਜ ਤਾਂ ਬੜਾ ਸੌਖਾ ਹੋ ਗਿਆ ਕਿ ਤੁਸੀਂ ਆਨਲਾਈਨ ਪਲੇਟਫਾਰਮ ਕਿੰਨੇ ਨੇ, ਤੁਸੀਂ ਮੀਡੀਆ ਤੇ ਮੇਲ ਮੰਗਵਾ ਲਓ, ਕੋਈ ਡਾਕੂਮੈਂਟ ਐ ਕਰ ਲਓ। ਮਤਲਬ ਇਹਨਾਂ ਅੰਦਰ ਜਿੱਥੇ ਨਹੀਂ ਸਟੂਡੈਂਟ ਇਲੈਕਸ਼ਨ ਹੁੰਦੇ, ਉੱਥੇ ਵੀ ABVP ਦੀ ਬੜੀ ਸਕਰੀय ਭੂਮਿਕਾ ਰਹਿੰਦੀ ਹੈ। ਔਰ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜੀਆਂ ਵੀ ਸਟੂਡੈਂਟ ਆਰਗੇਨਾਈਜੇਸ਼ਨਸ ਹੈ, ਮੈਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ ਦੇ ਅੰਦਰ ਜਦੋਂ 2013 ਦੇ ਅੰਦਰ NSUI ਜਿੱਤ ਕੇ ਆਉਂਦੀ ਹੈ, ਤਾਂ ਉਸ ਤੋਂ ਬਾਅਦ ਹੋਰ ਪਾਰਟੀਆਂ ਦੀ ਸ਼ਮੂਲੀਅਤ ਵੱਧ ਜਾਂਦੀ ਹੈ। ਪਰ SFS ਨੂੰ ਤੁਸੀਂ ਬਿਲਕੁਲ ਹੀ ਉਹ ਨਹੀਂ ਕਹਿ ਸਕਦੇ ਕਿ ਉਹ ਬਿਨਾਂ ਕਿਸੇ ਦਾ ਪਾਰਟ ਨਹੀਂ ਹੈ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਲੈਫਟ ਆਰਗੇਨਾਈਜੇਸ਼ਨ ਨਾਲ ਜੁੜੀ ਹੋਈ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਰਨ ਹੁੰਦੀ ਹੈ ਪੰਜਾਬ ਯੂਨੀਵਰਸਿਟੀ ਦੇ ਅੰਦਰ। ਨਹੀਂ, ਠੀਕ ਹੈ, ਬਟ ਫਿਰ ਆਪਾਂ ਇਸ ਤੋਂ ਅੱਗੇ ਸਵਾਲ ਆਉਂਦਾ ਹੈ ਕਿ ਇੰਡੀਪੈਂਡੈਂਟ ਪਾਰਟੀਆਂ ਸਟੂਡੈਂਟ ਲੈਵਲ ਤੇ ਕਿਉਂ ਨਹੀਂ ਬਣਦੀਆਂ? ਯੂਨੀਵਰਸਿਟੀ ਦੇ ਬੱਚੇ ਆਪਣੀ ਅਲੱਗ-ਅਲੱਗ ਆਰਗੇਨਾਈਜੇਸ਼ਨ, ਅਲੱਗ-ਅਲੱਗ ਪਾਰਟੀਆਂ ਬਣਾ ਕੇ, ਹੋ ਸਕਦਾ ਤੁਹਾਨੂੰ ਚੈਲੰਜ ਕਰਨ, NSUI ਨੂੰ ਕਰਨ ਜਾਂ SFS ਨੂੰ ਕਰਨ, ਇਹ ਕਿਉਂ ਨਹੀਂ ਕਰਦੇ? ਨਹੀਂ, ਅੱਜ ਵੀ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਅੱਜ ਵੀ ਪੁੱਸੂ ਅੱਜ ਵੀ ਹੈ, ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਅੱਜ ਵੀ ਹੈ, ਔਰ ਸੋਪੂ ਹੈ, ਉਹ ਵੀ ਅੱਜ ਵੀ ਕੰਮ ਕਰਦੇ ਆ। ਹੋਰ ਹੈ, ਮਤਲਬ ਅੰਬੇਦਕਰ, ਬਾਬਾ ਸਾਹਿਬ ਅੰਬੇਦਕਰ ਦੇ ਨਾਮ ਤੋਂ ਉੱਥੇ ਆਰਗੇਨਾਈਜੇਸ਼ਨ ਚੱਲਦੀ ਹੈ। ਮਤਲਬ ਇਹਦੇ ਕਈ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਇੱਕ ਸਿੱਧੀਆਂ ਐਫੀਲੀਏਟਡ ਨਹੀਂ ਹੈ। ABVP ਵੀ ਇੱਕ ਉਹਨਾਂ ਅਜਿਹੀਆਂ ਆਰਗੇਨਾਈਜੇਸ਼ਨਸ ਤੋਂ ਹੈ ਜਿਹੜੀ ਕਿਸੇ ਮਤਲਬ ਪੋਲੀਟੀਕਲ ਪਾਰਟੀ ਨਾਲ ਆਪਣਾ
ਸਿੱਧਾ ਲਿੰਕ ਨਹੀਂ ਰੱਖਦੀ ਕਦੇ ਵੀ। ਠੀਕ ਹੈ, ਵਿਚਾਰਧਾਰਕ ਸਾਂਝ ਹੋ ਸਕਦੀ ਹੈ ਸਾਡੀ ਉਹਨਾਂ ਨਾਲ, ਵਿਚਾਰਕ ਤੌਰ ਤੇ ਅਸੀਂ ਸਾਂਝ ਹੋ ਸਕਦੇ ਹਾਂ, ਪਰ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਸਾਡਾ ਕੋਈ ਜ਼ਿਆਦਾ ਲਿੰਕ ਨਹੀਂ ਹੈ। ਲੋਕ ਜੋੜਦੇ ਨੇ ਬੀਜੇਪੀ ਨਾਲ ABVP ਨੂੰ, ਠੀਕ ਹੈ, ਵਿਚਾਰਕ ਸਾਂਝ ਹੋ ਸਕਦੇ ਨੇ, ਵਿਚਾਰਧਾਰਾ ਸਾਂਝੀ ਹੋ ਸਕਦੀ ਹੈ। ਉਹ ਦੇਸ਼ ਲਈ ਸੋਚਦੇ ਆ, ABVP ਦੀ ਅਪਰੋਚ ਦੇਸ਼ ਤੱਕ ਹੈ, ਉਹਦੇ ਆਪਣਾ ਸਭ ਤੋਂ ਵੱਡੀ ਗੱਲ ਇੱਕ ਸਟੂਡੈਂਟ ਤੱਕ ਪਹੁੰਚਣਾ, ਉਹਨਾਂ ਤੱਕ ਅਪਰੋਚ ਕਰਨਾ, ਇੱਕ ਸਟੂਡੈਂਟ ਨੂੰ ਕਿਵੇਂ ਤਿਆਰ ਕੀਤਾ ਜਾਵੇ। ਇੱਕ ਨਰਸਰੀ ਕਲਾਸ ਦਾ ਕੰਮ ਕਰਦੀ ਹੈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਨਰਸਰੀ ਕਲਾਸ ਦਾ ਕੰਮ ਕਰਦੀ ਹੈ ਫॉर BJP ਪਾਰਟੀ ਕਿ BJP ਪਾਰਟੀ ਨੂੰ ਕਾਰਜਕਰਤਾ। ਮੈਨੂੰ ਲੱਗਦਾ ਕਿ ਨਰਸਰੀ ਕਲਾਸ ਦਾ ਦੇਖੋ ਕੰਮ ਕੋਈ ਵੀ ਕਰ ਸਕਦਾ। ਤੁਸੀਂ ਸਿੱਖਣਾ ਹੈ ਕਦੀ ਵੀ, ਅਸੀਂ ਜੇ ਪੜ੍ਹ ਕੇ ਅੱਜ ਯੂਨੀਵਰਸਿਟੀ ਆਏ ਤਾਂ ਤੁਹਾਨੂੰ ਨਰਸਰੀ ਆਏ, ਤੁਹਾਨੂੰ ਉੱਥੇ ਕੀ ਸਿਖਾਇਆ ਗਿਆ, ਕੀ ਨਹੀਂ ਸਿਖਾਇਆ ਗਿਆ। ਅੱਜ ਵੀ ਜਿੰਨੇ ਵੀ ਮਸਲੇ ਨੇ, ਚਾਹੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਜਿੰਨੇ ਵੱਡੇ ਮਸਲੇ ਨੇ, ਉਹ ਕਿਤੇ ਨਾ ਕਿਤੇ ਬੇਸਿਕਸ ਤੋਂ ਸ਼ੁਰੂ ਹੁੰਦੇ ਨੇ। ਬੇਸਿਕਸ ਤੋਂ ਵਿਗੜਿਆ ਹੋਇਆ ਮਸਲਾ ਅੱਗੇ ਚੰਗੀ ਤਰ੍ਹਾਂ ਸਾਨੂੰ ਐ ਲੱਗਦਾ ਕਿ ਮਤਲਬ ਇਹਦੇ ਚ ਇੱਕ ਹੋਰ ਗੱਲ ਮੈਂ ਐਡ ਕਰਨੀ ਚਾਹੁੰਦਾ ਕਿ ABVP ਅਜਿਹੀ ਆਰਗੇਨਾਈਜੇਸ਼ਨ ਹੈ ਪੂਰੇ ਹਿੰਦੁਸਤਾਨ ਦੇ ਅੰਦਰ। ਜਦੋਂ ਇਹਦੀ ਸਥਾਪਨਾ 9 ਜੁਲਾਈ 1949 ਨੂੰ ਹੁੰਦੀ ਹੈ ਤਾਂ ਦੇਸ਼ ਦੇ ਅੰਦਰ ਇੱਕ ਬੜੀ ਵੱਡੀ ਲੋੜ ਲੱਗਦੀ ਹੈ ਕਿ ਸਟੂਡੈਂਟ ਆਰਗੇਨਾਈਜੇਸ਼ਨ ਦਾ ਵੀ ਗਠਨ ਹੋਣਾ ਚਾਹੀਦਾ ਕਿ ਸਟੂਡੈਂਟ ਦੀਆਂ ਮੰਗਾਂ ਕੌਣ ਉਠਾਏਗਾ ਦੇਸ਼ ਦੇ ਅੰਦਰ। ਪੋਲੀਟੀਕਲ ਪਾਰਟੀਆਂ ਆ ਗਈਆਂ, ਕਾਂਗਰਸ ਬਣ ਗਈ, ਜਨਸੰਘ ਬਣ ਗਿਆ ਦੇਸ਼ ਦੇ ਅੰਦਰ, RSS ਆ ਗਿਆ, ਉਹਨਾਂ ਨੇ ਆਪਣੇ ਤਬਕਿਆਂ ਨਾਲ ਚਲਾਉਣਾ ਸ਼ੁਰੂ ਕਰਤਾ। ਪਰ ਅਖੀਰ ਤੇ ਜਿਹੜਾ ਯੂਥ ਹੈ, ਜਿਹੜਾ ਨੇਸ਼ਨ ਦੀ ਪਾਵਰ ਹੈ, ਉਹ ਕਿਵੇਂ ਕੰਮ ਕਰੇਗਾ, ਉਹਨਾਂ ਨੂੰ ਕੌਣ ਸਹੀ ਰਸਤੇ ਤੇ ਲੈ ਕੇ ਜਾਵੇਗਾ। ਉਹਦੇ ਅੰਦਰ ABVP ਨੇ ਇੱਕ ਗੱਲ ਕਹੀ, ਅੱਜ ਦਾ ਵਿਦਿਆਰਥੀ ਅੱਜ ਦਾ ਨੇਤਾ। ਪਰ ਪਹਿਲਾਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਸੀਗੀਆਂ ਉਹ ਕਹਿੰਦੀਆਂ ਰਹੀਆਂ ਅੱਜ ਦਾ ਵਿਦਿਆਰਥੀ ਕੱਲ ਦਾ ਨੇਤਾ। ਕੱਲ ਕਿਉਂ ਬਈ? ਅੱਜ ਦਾ ਵਿਦਿਆਰਥੀ ਅੱਜ ਦਾ ਹੀ ਨੇਤਾ ਹੋਏਗਾ ਦੇਸ਼ ਦੇ ਅੰਦਰ। ਇਹੋ ਜੀ ਗੱਲ ਲੈ ਕੇ 9 ਜੁਲਾਈ 1949 ਦਾ ਗਠਨ ਕੀਤਾ ਜਾਂਦਾ ਹੈ ਬਲਰਾਜ ਮਾਧੋਕੇ ਜੀ ਦੁਆਰਾ। ਔਰ ਉਸ ਤੋਂ ਬਾਅਦ ਦੁਨੀਆ ਦੀ ਅੱਜ ਮੈਨੂੰ ਲੱਗਦਾ ਕਿ 33 ਲੱਖ ਸਟੂਡੈਂਟਸ ਦੇ ਨਾਲ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਹੈ। ਇਹਦੇ ਚ ਚਲੋ ਠੀਕ ਹੈ, ਤੁਹਾਡਾ ਕਹਿਣਾ ਹੈ ਕਿ ABVP BJP ਦਾ ਨਹੀਂ ਹੈ, ਪਰ ਮੈਂ ਇਹਨੂੰ ਥੋੜਾ ਜਿਹਾ ਸਟ੍ਰੈਚ ਕਰੂੰਗੀ ਕਿਉਂਕਿ ਤੁਸੀਂ ਕਿਹਾ ਇੰਨੇ ਲੋਕ ਤੁਹਾਡੇ ਕੋਲ ਹੈਗੇ, ਸਭ ਤੋਂ ਵੱਡੀ ਆਰਗੇਨਾਈਜੇਸ਼ਨ ਤੁਸੀਂ ਕਲੇਮ ਕਰਦੇ, ਬਟ ਇਹਦਾ ਇੱਕ ਫੈਕਟ ਹੈ ਵੀ ਜਦੋਂ ਨਰਿੰਦਰ ਮੋਦੀ ਜੀ ਜਿੱਤੇ, ਪ੍ਰਾਈਮ ਮਿਨਿਸਟਰ ਬਣੇ 2014 ਚ, ਉਸ ਟਾਈਮ ਬਹੁਤ ਲੋਕ ਇੱਕਦਮ ਇਹਦੇ ਵਿੱਚ ਆਏ। ਉਹ ਕਿਉਂ? ਫਿਰ ਇਸ ਚੀਜ਼ ਤੋਂ ਇਦਾਂ ਨਹੀਂ ਲੱਗਦਾ ਕਿ BJP ਦੀ ਇਨਫਲੂਐਂਸ ਹੈ, BJP ਉਹਦੇ ਚੱਲ ਗਈ, ਫਿਰ ABVP ਚ ਇੱਕ ਐਗਜ਼ਾਮਪਲ ਮੈਂ ਹੋਰ ਦਿੰਦੀ ਹਾਂ। ਤੁਸੀਂ ਦੇਖੋ ਵੀ ਜਿੰਨੇ ABVP ਦੇ ਲੀਡਰ ਸੀ, ਬੀਟ ਅਰੁਣ ਜੇਟਲੀ ਜੀ, ਤੁਹਾਨੂੰ ਬਹੁਤ ਨਾਮ ਪਤਾ ਹੈ, ਔਰ ਉਹ ਸਾਰੇ ਸੈਂਟਰ ਤੱਕ ਪਹੁੰਚੇ ਔਰ ਬਹੁਤ ਐਕਟਿਵ ਰੋਲ ਐਂਡ ਬਹੁਤ ਪ੍ਰੈਸਟੀਜੀਅਸ ਰੋਲ ਉਹਨਾਂ ਨੇ ਨਿਭਾਇਆ ਇੰਡੀਅਨ ਪੋਲਿਟਿਕਸ 'ਚ। ਐਂਡ BJP, ਤੀਸਰਾ ਪੁਆਇੰਟ ਹੈ ਕਿ BJP ਰਿਲੇਟਡ ਟੂ RSS, ABVP ਰਿਲੇਟਡ ਟੂ RSS। ਤੁਹਾਡੇ ਦੋਨਾਂ ਦੀ ਮਦਰ ਪਾਰਟੀ ਦਾ RSS ਹੈ ਨਾ, ਫਿਰ ਤੁਸੀਂ ਇਦਾਂ ਕਿਉਂ ਕਹਿੰਦੇ ਕਿ ਤੁਸੀਂ BJP ਦਾ ਹਿੱਸਾ ਨਹੀਂ ਹੈ? ਭੈਣ ਭਰਾ ਤਾਂ ਹੈਗੇ ਹੀ ਆ। ਦੇਖੋ, ਮੈਂ ਤੁਹਾਡੀ ਪਹਿਲੀ ਗੱਲ ਤੋਂ ਸ਼ੁਰੂ ਕਰਦਾ ਕਿ ਮਤਲਬ ਕਿੰਨੇ ਵੱਡੇ ਲੀਡਰ ਜਿਹੜੇ ABVP ਨੇ BJP ਦੇ ਅੰਦਰ ਦਿੱਤੇ। ਮਤਲਬ ਰਾਜਨੀਤੀ, ਸਟੂਡੈਂਟ ਪੋਲਿਟਿਕਸ ਕਰਦੇ ਤੁਸੀਂ ਇੱਕ ਉਸ ਪੜਾਅ ਤੱਕ ਪਹੁੰਚ ਜਾਂਦੇ ਹੋ, ਯੂਨੀਵਰਸਿਟੀ ਤੋਂ ਅੱਗੇ ਰਹਿ ਜਾਂਦਾ ਤੁਹਾਡੇ ਕੋਲ, ਜਾਂ ਤੁਸੀਂ ਸਟੇਟ 'ਚ ਜਾਓਗੇ ਜਾਂ ਸੈਂਟਰ 'ਚ ਜਾਓਗੇ। ਯੂਨੀਵਰਸਿਟੀ ਦੀ ਪੜ੍ਹਾਈ 8-10 ਸਾਲ 'ਚ PhD ਤੱਕ ਜਾਂਦੇ ਹੋ ਤੁਸੀਂ ਤਾਂ ਪੂਰੀ ਹੋ ਜਾਂਦੀ ਹੈ। ਉਸ ਵਾਰ ਕੋਈ ਨਾ ਕੋਈ ਪਲੇਟਫਾਰਮ ਤੱਕ ਸਟੂਡੈਂਟ ਲੀਡਰ ਨੂੰ ਚਾਹੀਦੀ ਹੈ, ਚਾਹੇ ਉਹ BJP ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਕੋਈ ਪੰਜਾਬ ਦੀ ਗੱਲ ਕਰ ਲਓ ਸ਼੍ਰੋਮਣੀ ਅਕਾਲੀ ਦਲ ਹੋਵੇ, ਜਾਂ ਹੋਰ ਬਸਪਾ ਹੋਵੇ, ਕੋਈ ਵੀ ਹੈ। ਪਰ ਸਾਡੇ ਨਾਲ ਜਿਹੜਾ ਵਿਚਾਰ ਜੁੜਿਆ, ਮੈਂ ਤੁਹਾਨੂੰ ਕਹਿ ਰਿਹਾ ਵਿਚਾਰਕ ਤੌਰ ਤੇ ਸਾਂਝ ਹੈ BJP ਨਾਲ ਵਿਚਾਰਕ ਤੌਰ ਤੇ ਸਾਂਝ ਤਾਂ ਨੈਚੁਰਲ ਗੱਲ ਹੈ। ਜਿਹੜਾ ਬੰਦਾ ਅੱਜ ABVP 'ਚ ਕੰਮ ਕਰ ਰਿਹਾ BJP 'ਚ ਹੀ ਜਾਏਗਾ। ਕਦੀ ਡਿਮਾਂਡ ਹੀ ਨਹੀਂ ਕੀਤੀ ਦੂਜੀਆਂ ਆਰਗੇਨਾਈਜੇਸ਼ਨਸ ਨੇ, ਕਦੀ ਡਿਮਾਂਡ ਹੀ ਨਹੀਂ ਕੀਤੀ ਕਿ ਸਾਨੂੰ ਵੀ ਚਾਹੀਦਾ। ਜਿੰਨਾ ਚਿਰ ਵੇਖੋ ਤੁਸੀਂ ਸਾਡੇ ਕੋਲੋਂ ਕੁਝ ਮੰਗੋਗੇ ਨਹੀਂ, ਅਸੀਂ ਘਰੇ ਜਾ ਕੇ ਤਾਂ ਦਿਨੋਂ ਰਹਿ ਤਾਂ ਹਾਂ। ਐਵੇਂ ਨਹੀਂ ਹੈ ਕਿ ABVP 'ਚ ਨਿਕਲੇ ਲੋਕ ਕਦੀ ਕਾਂਗਰਸ ਨਾਲ ਰਹੇ ਹੋਣ, ਕਾਂਗਰਸ ਦੇ ਅੰਦਰ ਵੀ ਰਹੇ ਔਰ ਸਕਰੀय ਰਾਜਨੀਤੀ ਦੇ ਅੰਦਰ ਰਹੇ ਕਾਂਗਰਸ ਦੇ ਅੰਦਰ। ਔਰ ਦੂਜੀ ਗੱਲ ਕਿ ਇਹਨਾਂ ਸਾਰਿਆਂ ਦਾ ਆਪਸ 'ਚ ਇੱਕ ਜਗ੍ਹਾ ਤੇ ਲਿੰਕ ਹੋਣਾ। ਠੀਕ ਹੈ, RSS ਇੱਕ ਅਜਿਹੀ ਆਰਗੇਨਾਈਜੇਸ਼ਨ ਹੈ ਪੂਰੇ ਦੇਸ਼ ਦੇ ਅੰਦਰ ਜਿਹੜੀ ਹਰ ਪਿੰਡ ਹਰ ਸ਼ਹਿਰ ਆਪਣੀ ਸ਼ਾਖਾ ਚਲਾਉਂਦੀ ਹੈ, ਸੰਘ ਦਾ ਕੰਮ ਵਿਸਤਾਰ ਕਰਦੇ ਨੇ, ਉਹਦੇ ਨਾਲ ਜੁੜੇ ਹੋਏ ਨੇ। ਉਹਨਾਂ ਦੇ ਐਂ ਤਾਂ ਫਿਰ 84-85 ਸੰਗਠਨ ਚੱਲਦੇ ਨੇ ਪੂਰੇ, ਜਿਨ੍ਹਾਂ ਦੇ ਮੈਨੂੰ ਵਿੱਚ ਰਹਿ ਕੇ ਨਾਮ ਨਹੀਂ ਪਤਾ। ਇਹ ਵੀ ਸਿੱਖਿਆ ਮੰਡਲ ਹੈ, ਵਿਦਿਆਰਥੀ ਕਲਿਆਣ ਟਰਸਟ ਹੈ, ਕਿੰਨੇ ਸੰਗਠਨ ਚੱਲਦੇ ਨੇ, ਉਹਨਾਂ ਦੇ ਲੋਕਾਂ ਦਾ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਕਿਹੜਾ ਸੰਗਠਨ ਕੰਮ ਕਰ ਰਿਹਾ। ਮਤਲਬ ਪ੍ਰਵਾਸੀਆਂ 'ਚ ਕੰਮ ਕਰਨਾ ਹੈ, ਤੁਸੀਂ ਆਦੀਵਾਸੀਆਂ 'ਚ ਕੰਮ ਕਰਨਾ ਹੈ, ਬਹੁਤ ਸੋਸ਼ਲ ਸਰਵਿਸਿਜ਼ ਦੇ ਰਹੇ ਆ। ਉਹਨਾਂ ਦਾ ਕੰਮ ਹੈ ਲੋਕ ਤਿਆਰ ਕਰਨੇ, ਤਿਆਰ ਕਰਕੇ ਤੁਸੀਂ ਕਿਹੜੀ ਆਈਡੀਓਲੋਜੀ ਨੂੰ ਚੁਣਨਾ ਜਾਂ ਕਿਹੜੀ ਪਾਰਟੀ 'ਚ ਜਾਣਾ, ਇਹ ਤੁਹਾਡਾ ਇੰਡੀਵਿਜੂਅਲ ਵਿਚਾਰ ਹੋ ਸਕਦਾ ਕਿਤੇ ਵੀ ਜਾਣਾ। ਤਿਆਰ ਕਰਨਾ ਵਰਡ ਨੂੰ ਮੈਂ ਫੜ ਕੇ ਅਗਲਾ ਸਵਾਲ ਕਰੂੰਗੀ। ਜੀ ਐਦਾਂ ਕਿਉਂ ਕੁਝ ਜਥੇਬੰਦੀਆਂ ਜਾਂ ਕੁਝ ਪੋਲੀਟੀਕਲ ਆਰਗੇਨਾਈਜੇਸ਼ਨ ਇਹ ਕਹਿੰਦੀਆਂ ਕਿ ਲੱਗਦਾ ਵੀ ਹੈ ਇਹ ਅਖਬਾਰਾਂ ਪੜ੍ਹ ਕੇ, ਖਬਰਾਂ ਸੁਣ ਕੇ, ਕਿ ਫਾਸੀਵਾਦ, ਫੈਸਿਜ਼ਮ ਪ੍ਰਮੋਟ ਹੋ ਰਿਹਾ, ਵਨ ਨੇਸ਼ਨ ਵਨ ਲੈਂਗੁਏਜ, ਵਨ ਨੇਸ਼ਨ ਵਨ ਟੈਕਸ, ਇਹ ਤਾਂ ਹੋ ਹੀ ਨਹੀਂ ਸਕਦਾ। ਇਹ ਤਿਆਰ ਕਰਨਾ ਮਤਲਬ ਕਿਸ ਚੀਜ਼ ਲਈ? ਕਿ ਆਪਾਂ ਹਿੰਦੂਤਵਾ ਨੂੰ ਰਾਸ਼ਟਰ ਹਿੰਦੂਤਵਾ ਬਣਾਈਏ ਆਪਣਾ,
ਹਰ ਚੀਜ਼ ਨੂੰ ਧਰਮਾਂ ਦੀ ਰਾਜਨੀਤੀ ਕਰੀਏ। ਮੈਂ ਨਾਮ ਨਹੀਂ ਲਵਾਂਗੀ, ਸੌਰੀ, ਇੱਕ ਪਾਰਟਿਕੂਲਰ ਕਾਸਟ ਦੇ ਉੱਤੇ ਜੰਤਰ ਮੰਤਰ ਤੇ ਹੁਣ ਨਾਰੇ ਲੱਗੇ। ਜਿਹੜੇ ਲੋਕ ਕਹਿੰਦੇ ਸੀ ਕਿ ਮਿਨੀ ਪਾਕਿਸਤਾਨ ਬਣਾਇਆ ਇਹਨਾਂ ਨੇ, ਉਹ ਬੰਦਾ ਅੱਜ ਸਪੋਰਟਸ ਮਿਨਿਸਟਰ ਹੈ ਐਂਡ ਓਲੰਪਿਕਸ ਨੂੰ ਲੀਡ ਕਰ ਰਹੇ ਸੀਗੇ, ਹਨਾ। ਉਹਨਾਂ ਨੂੰ ਬਹੁਤ ਵੱਡੀਆਂ ਮਿਨਿਸਟਰੀਜ਼ ਦਿੱਤੀਆਂ ਗਈਆਂ। ਫਿਰ ਇਹ ਇੱਕ ਵਨ ਨੇਸ਼ਨ ਐਂਡ ਵਨ ਸਭ ਕੁਝ ਨਹੀਂ ਹੋ ਸਕਦਾ। ਆਪਾਂ ਬਹੁਤ ਅਲੱਗ-ਅਲੱਗ ਡਾਈਵਰਸਿਫਾਈਡ ਕਲਚਰ ਐਂਡ ਲੈਂਗੁਏਜਸ ਵਾਲੇ ਲੋਕ ਆ। ਇਹ ਬੀਜੇਪੀ ਦਾ ਫਿਰ ਇਹ ਏਜੰਡਾ ਆ, ਆਰਐਸਐਸ ਦਾ ਜਾਂ ਬੇਸਿਕਲੀ ਸੰਘ ਦਾ ਏਜੰਡਾ ਕਿਉਂ ਆ ਵੀ ਹਰ ਚੀਜ਼ ਨੂੰ ਇੱਕ ਕਰ ਲਿਆ ਜਾਵੇ, ਸੈਂਟਰਲਾਈਜ਼ ਕਰ ਲਿਆ ਜਾਵੇ? ਨਹੀਂ, ਉਹਦੇ ਅੰਦਰ ਸੈਂਟਰਲਾਈਜ਼ ਕਰਨ ਦਾ ਮਤਲਬ ਹੈ, ਦੇਖੋ ਸਾਡਾ ਜਿਹੜਾ ਦੇਸ਼ ਹੈ ਬਹੁਤ ਵੱਡਾ ਦੇਸ਼ ਹੈ, ਬੜੀਆਂ ਸੰਸਕ੍ਰਿਤੀਆਂ ਨਾਲ ਭਰਿਆ ਹੋਇਆ ਦੇਸ਼ ਹੈ। ਕਿਸੇ ਦਾ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ 28 ਸਟੇਟਾਂ ਹੈ ਤੇ ਉਹਦੇ ਅੰਦਰ ਕਿੰਨੇ ਤਰ੍ਹਾਂ ਦੇ ਕਲਚਰ ਹੈ, ਕਿੰਨੇ ਤਰ੍ਹਾਂ ਦੇ ਲੋਕ ਹੈ। ਫਿਰ ਵੀ ਲੋਕਾਂ ਦੇ ਅੰਦਰ ਕਿਤੇ ਨਾ ਕਿਤੇ ਆਪਸੀ ਸਮਾਨਤਾ ਦਾ ਭਾਵ ਜ਼ਰੂਰ ਹੈ। ਇੱਕ ਇੰਡੀਅਨ ਸੀ ਅਜਿਹੇ ਲੋਕ ਨੇ ਜਿਨ੍ਹਾਂ ਦੇ ਅੰਦਰ ਇੰਨੀਆਂ 22-23 ਲੈਂਗੁਏਜ ਹੈ, 544 ਮਤਲਬ ਉਹ ਭਾਸ਼ਾਵਾਂ ਨੇ ਜਿਹੜੀਆਂ ਭਾਰਤ ਦੇ ਅੰਦਰ ਬੋਲੀਆਂ ਜਾਂਦੀਆਂ। ਡੈਫੀਨਿਟਲੀ ਮਤਲਬ ਇੰਨੀ ਵੱਡੀ ਡਾਈਵਰਸਿਫਿਕੇਸ਼ਨ ਹੋਣ ਤੋਂ ਬਾਅਦ ਵੀ ਤੁਸੀਂ ਲੋਕ ਇਕੱਠੇ ਰਹਿ ਰਹੇ ਹੋ। ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਸੰਘ ਨੇ ਕਦੀ ਇਹ ਗੱਲ ਕੀਤੀ ਹੈ ਕਿ ਨਹੀਂ ਸਾਰਾ ਇੱਕ ਤਰ੍ਹਾਂ ਦਾ ਮਾਹੌਲ ਠੀਕ ਹੈ। ਇੱਕ ਦੇਸ਼ ਜ਼ਰੂਰ ਹੋਣਾ ਚਾਹੀਦਾ, ਉਹ ਹੈਗੇ ਆਪਾਂ, ਬਿਲਕੁਲ ਇੱਕ ਦੇਸ਼ ਹੋਣਾ ਚਾਹੀਦਾ ਹੈ। ਇੱਕ ਦੇਸ਼ ਦੇ ਅੰਦਰ ਇੱਕ ਅਜਿਹੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੀ ਸਾਰਿਆਂ ਦੀ ਕਾਮਨ ਹੋਵੇ। ਨਾ ਕਿ ਤੁਸੀਂ ਦੇਖਦੇ ਹੋ ਕਿ ਆਪਣਾ AMU ਯੂਨੀਵਰਸਿਟੀ ਦੇ ਅੰਦਰ ਨਾਰੇ ਲੱਗਦੇ ਨੇ ਭਾਰਤ ਤੇਰੇ ਟੁਕੜੇ ਹੋਗੇ ਇਨਸ਼ਾਅੱਲਾ ਇਨਸ਼ਾਅੱਲਾ। ਮਤਲਬ ਇਦਾਂ ਦੇ ਲੋਕ ਜਿਹੜੇ ਅੰਦਰ ਕੁਝ, ਮੈਂ ਨਹੀਂ ਕਹਿੰਦਾ ਵੀ ਸਾਰੇ ਲੋਕ ਮਾੜੇ ਨੇ, ਸਾਰੇ ਮੁਸਲਿਮ ਮਾੜੇ ਨੇ ਜਾਂ ਸਾਰੇ ਹਿੰਦੂ ਮਾੜੇ ਨੇ ਜਾਂ ਸਾਰੇ ਸਿੱਖ ਮਾੜੇ ਨੇ, ਪਰ ਕੁਝ ਕੁ ਲੋਕ ਤਾਂ 2-4% ਉਹਨਾਂ ਦੇ ਅੰਦਰ ਲੋਕ ਹੈ ਹੀ ਨੇ ਨਾ ਜਿਹੜੇ ਹਰ ਵਾਰੀ ਇਹੋ ਜਿਹੀ ਗੱਲ ਕਰ ਦਿੰਦੇ ਨੇ ਜਿਹਦੇ ਅੰਦਰ ਦੇਸ਼ 'ਚ ਤਣਾਅ ਪੈਦਾ ਹੋ ਜਾਂਦਾ ਹੈ। ਉਹਨਾਂ ਲੋਕਾਂ ਦੀ ਇਸ ਗੱਲ ਨਾਲ ਕਿਤੇ ਨਾ ਕਿਤੇ ਦੇਸ਼ ਦੇ ਅੰਦਰ ਉਹ ਖਲਾਅ ਪੈਦਾ ਰਹਿੰਦਾ। ਉਹ ਕੁਝ % ਲੋਕ ਨੇ ਜਿਨ੍ਹਾਂ ਕਰਕੇ ਗੱਲਾਂ ਸਾਹਮਣੇ ਆਉਂਦੀਆਂ ਤੇ ਸੰਘ ਨੂੰ ਉਹਦੇ ਨਾਲ ਹੀ ਜੋੜ ਕੇ ਇਹ ਚੀਜ਼ ਦੱਸੀ ਜਾਂਦੀ ਹੈ ਜਾਂ ਕਹਿਣੀ ਪੈਂਦੀ ਹੈ ਕਿ ਇੱਕ ਦੇਸ਼ ਹੋਣਾ ਚਾਹੀਦਾ ਹੈ। ਇੱਕ ਦੇਸ਼ ਦੇ ਅੰਦਰ ਇੱਕ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ। ਜਦੋਂ ਅਸੀਂ ਮੰਨਦੇ ਹਾਂ ਸਾਰੇ ਲੋਕ ਕਿ ਸਾਡਾ ਸਮਾਜ ਇੱਕ ਤਰ੍ਹਾਂ ਦਾ ਹੈ, ਮਤਲਬ ਸਮਾਜਿਕ ਤਾਣਾ ਬਾਣਾ ਕਿਤੇ ਨਾ ਕਿਤੇ ਸਾਡਾ ਕੜੀਦਾਰ ਹੈ, ਜੁੜਿਆ ਹੋਇਆ ਆਪਸ 'ਚ ਲੋਕਾਂ ਨਾਲ। ਕੋਈ ਕਿ ਚਾਹੇ ਤੁਸੀਂ ਸਾਊਥ ਦੀ ਗੱਲ ਕਰ ਲਓ, ਚਾਹੇ ਪੰਜਾਬ ਦੀ ਗੱਲ ਕਰ ਲਓ, ਉਹਨਾਂ ਲੋਕਾਂ ਨੂੰ ਪਤਾ ਹੈ ਪੰਜਾਬ ਦੇ ਅੰਦਰ ਸਾਡਾ ਸਾਗ ਤੇ ਮੱਕੀ ਦੀ ਰੋਟੀ ਤੇ ਲੱਸੀ ਸਭ ਕੁਝ ਮਸ਼ਹੂਰ ਹੈ। ਸਾਨੂੰ ਉਹਨਾਂ ਦਾ ਪਤਾ ਹੈ ਕੀ ਖਾਂਦੇ ਪੀਂਦੇ। ਇੰਨਾ ਕੁਝ ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਵਖਰੇਵੇਂ ਦੀ ਗੱਲ ਕਰਦੇ ਹਾਂ। ਮੈਂ ਕਹਿੰਦਾ ਸਾਰੇ ਨਹੀਂ, ਸਿਰਫ ਕੁਝ ਉਹਨਾਂ ਵਿੱਚੋਂ ਵੀ, ਕਿਉਂਕਿ ਆਪਣੇ ਦੇਸ਼ 'ਚ ਹੱਕ ਆ ਜਿਹੜੀ ਵਖਰੇਵੇਂ ਦੀ ਗੱਲ ਕਰਦੇ ਨੇ ਨਾ, ਸਿਰਫ ਉਹ ਗੱਲ ਮਾੜੀ ਹੈ ਔਰ ਕੋਈ ਗੱਲ ਨਹੀਂ ਹੈ ਮਾੜੀ। ਆਪਾਂ ਨੂੰ ਹੱਕ ਹੈ, ਹਰ ਇੱਕ ਨੂੰ ਹੱਕ ਹੈ ਪਰਵਿੰਦਰ, ਉਹ ਆਪਣਾ ਓਪੀਨੀਅਨ ਰੱਖ ਸਕਦੇ ਆ, ਚਾਹੇ ਉਹ ਗਲਤ ਹੋਵੇ ਸਹੀ ਹੋਵੇ। ਆਜ਼ਾਦੀ ਆਪਣਾ ਓਪੀਨੀਅਨ ਰੱਖਣ ਦੀ। ਐਂਡ ਦਿਸ ਇਜ਼ ਵਾਟ ਦ ਸਿਗਨੀਫਿਕੈਂਸ, ਆਈ ਥਿੰਕ ਦ ਮੋਸਟ ਇੰਪੋਰਟੈਂਟ ਫੈਕਟਰ ਸਟੂਡੈਂਟ ਪੋਲਿਟਿਕਸ ਦਾ, ਕਿ ਆਪਣਾ ਓਪੀਨੀਅਨ ਔਨ ਦਾ ਕੈਂਪਸ ਰੱਖ ਸਕਦੇ। JNU 'ਚ ਵੀ ਹੋਇਆ ਹੈ ਨਾ, ਉੱਥੇ ਫਿਰ ABVP ਵੱਲੋਂ ਵਾਇਲੈਂਸ ਦੀਆਂ ਖਬਰਾਂ ਆਈਆਂ ਹੈ ਨਾ, ਖਬਰਾਂ ਹੀ ਆਈਆਂ, ਸੱਚਾਈ ਪਤਾ ਨਹੀਂ। ਹਾਂਜੀ, ਮੈਂ ਇਸੇ ਕਰਕੇ ਖਬਰਾਂ ਹੀ ਕਹਿ ਰਹੀ ਹਾਂ ਹੈ ਨਾ, ਬਾਕੀ ਤੁਸੀਂ ਆਪਣਾ ਪੱਖ ਰੱਖ ਸਕਦੇ ਆ। ਸੋ ABVP ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦਾ ਹੈ ਕਿ ਅਸੀਂ ਦੇਸ਼ ਦੀ ਅਖੰਡਤਾ ਨੂੰ ਬਣਾ ਕੇ ਰੱਖਣਾ। ਜਾਂ ਮੈਂ ਇਸ ਚੀਜ਼ ਨੂੰ ਦੂਜੇ ਪਾਸੇ ਤੋਂ ਪੋਰਟਰੇ ਕਰਾਂਗੀ ਕਿ ਤੁਸੀਂ ਇੱਕ ਫੇਕ ਨੈਸ਼ਨਲਿਜ਼ਮ ਏਜੰਡਾ ਤਾਂ ਨਹੀਂ ਖੇਡ ਰਹੇ ਹੈਗੇ ਕਿਤੇ ਆਪਣੀ ਛਵੀ ਨੈਸ਼ਨਲਿਸਟ ਬਣਾਉਣ ਦੇ ਲਈ? ਮੇਰੀ ਗੱਲ ਸੁਣੋ, ਫੇਕ ਏਜੰਡਾ ਮੈਨੂੰ ਕੀ ਲੱਗਦਾ ਹੈ ਕਿ ਮੈਂ ਬੀਇੰਗ ਅ ਸਟੂਡੈਂਟ ਕੀ ਫੇਕ ਏਜੰਡਾ ਅਸੀਂ ਕਰ ਸਕਦੇ ਹਾਂ ਪ੍ਰੋਪਗੇਟ। ਬਿਲਕੁਲ, ਤੁਹਾਡੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਹੈ, ਤੁਹਾਡੇ ਕੋਲ ਬਹੁਤ ਨੰਬਰ ਹੈ ABVP, ਜਿੰਨੇ ਮਰਜ਼ੀ ਨੰਬਰ ਹੋਣ, ਮੈਂ ਕਹਿੰਦਾ ਵੀ ਪੂਰਾ ਜਿੰਨੇ ਮਰਜ਼ੀ ਨੰਬਰ ਹੋਣ, ਪਰ ਐਡੀ ਮਾੜੀ ਸੋਚ ਵਾਲੇ ਲੋਕ ਨਹੀਂ ਹੈ ਸਾਡੇ ਵਿਚਕਾਰ। ਅੱਛਾ ਜੀ, ਸੋਚ ਦੀ ਗੱਲ ਹੈ ਨਾ, ਇੱਕ ਵਿਚਾਰ ਦੀ ਗੱਲ ਹੈ। ਜਿਹੜੇ ਵਿਚਾਰ ਦੇ ਪਿੱਛੇ ਲੜਾਈ ਚੱਲਦੀ ਆ ਰਹੀ, ਅੱਜ ਉਹ ਲੜਾਈ ਚੱਲਦੀ ਨੂੰ ਤਕਰੀਬਨ 71-72 ਸਾਲ ਹੋ ਗਏ ਜੀ। ਉਹ ਲੜਾਈ ਚੱਲਦੀ ਆ ਰਹੀ, ਇੱਕ ਵਿਚਾਰ ਦੀ ਲੜਾਈ ਚੱਲਦੀ ਆ ਰਹੀ। ਉਹ ਵਿਚਾਰ ਨੂੰ ਕਿਵੇਂ ਪੂਰਾ ਕਰਨਾ ਦੇਸ਼ ਦੇ ਅੰਦਰ, ਉਹ ਵਿਚਾਰ ਨੂੰ ਕਿਵੇਂ ਲੈ ਕੇ ਜਾਣਾ ਲੋਕਾਂ ਤੱਕ, ਔਰ ਲੋਕਾਂ ਨੂੰ ਦੱਸਣਾ ਕਿ ਆਹ ਨਹੀਂ ਸੱਚਾਈ ਇਸ ਗੱਲ 'ਚ। ਕਿਉਂਕਿ ਫੇਕ ਨੈਰੇਟਿਵ ਕਿੰਨਾ ਚਿਰ ਚਲਾ ਲਓਗੇ ਤੁਸੀਂ? 1 ਸਾਲ ਚਲਾ ਸਕਦੇ ਹੋ, 2 ਸਾਲ। ਅਸੀਂ ਦੇਖਿਆ ਦੇਸ਼ ਦੇ ਅੰਦਰ ਉਹ ਸਰਕਾਰਾਂ ਚੱਲੀਆਂ ਜਿਨ੍ਹਾਂ ਨੇ ਝੂਠ ਮਾਰ ਕੇ ਇੱਕ ਵਾਰੀ ਸੱਤਾ ਤੇ ਹਾਸਲ ਕਰ ਲਈ, ਪਰ ਬਾਅਦ 'ਚ ਲੋਕਾਂ ਨੂੰ ਜਵਾਬ ਹੀ ਨਹੀਂ ਦੇਣਾ ਆਇਆ। ਜੇ ਇੰਨੀ ਮਾੜੀ ਆਰਗੇਨਾਈਜੇਸ਼ਨ ਸਾਡੀ ਹੁੰਦੀ ਜਾਂ ਇੰਨਾ ਮਾੜਾ RSS ਹੁੰਦਾ, ਅੱਜ ਦੇਸ਼ ਦੇ ਅੰਦਰ ਉਹਨਾਂ ਨੂੰ ਲਗਭਗ 95-96 ਸਾਲ ਹੋ ਗਏ ਚੱਲਦਿਆਂ ਨੂੰ। ਦੇਸ਼ ਇੰਨੇ ਚਿਰ ਨੂੰ ਪੜ੍ਹ ਲੈਂਦਾ ਲੋਕ। ਅੱਜ ਲੋਕ ਉਹ ਨਹੀਂ ਹੈ, ਤੁਸੀਂ ਕਿਸੇ ਨੂੰ ਬੁੱਧੂ ਨਹੀਂ ਬਣਾ ਸਕਦੇ। ਨਾਲ ਦੀ ਨਾਲ ਲੋਕ ਮੋਬਾਈਲ ਖੋਲ ਕੇ ਦੱਸ ਦਿੰਦੇ ਆ ਫਲਾਨੀ ਤਰੀਕ ਨੂੰ ਫਲਾਨੇ ਟਾਈਮ ਤੇ ਤੁਸੀਂ ਆਹ ਸਟੇਟਮੈਂਟ ਦਿੱਤੀ ਹੈ। ਮਤਲਬ ਇਦਾਂ ਦਾ ਕੁਝ ਫੇਕ ਨੈਰੇਟਿਵ ਨਹੀਂ ਹੈ। ਔਰ ਰਹੀ ਗੱਲ ਆਪਣਾ ਰਾਸ਼ਟਰਵਾਦ ਨਾਲ ਜੁੜੇ ਹੋਣ ਦੀ, ਔਰ ਜੁੜੇ ਸਾਡਾ ਦੇਸ਼ ਹੈ, ਅਸੀਂ ਆਪਣੇ ਰਾਸ਼ਟਰ ਨਾਲ ਜੁੜੇ ਹੋਏ ਹਾਂ ਔਰ ਰਾਸ਼ਟਰ ਦੀ ਭਲਾਈ ਲਈ ਕੰਮ ਕਰਦੇ ਰਵਾਂਗੇ ਜਦੋਂ ਤੱਕ ਸਾਡੇ 'ਚ ਤਾਕਤ ਹੈ। ਪਰਮਾਤਮਾ ਤਾਕਤ ਦਿੰਦਾ ਹਰ ਬੰਦੇ ਨੂੰ, ਔਰ ਉਹ ਕੰਮ ਚੱਲਦਾ ਰਹੇਗਾ ਤੇ ਨਿਰੰਤਰ ਚੱਲਦਾ ਤੇ ਚੱਲਦਾ ਵੀ ਰਹੇਗਾ। ਮੈਂ ਥੋੜਾ ਜਿਹਾ ਇਹਨੂੰ ਫਿਰ ਸਟ੍ਰੈਚ ਕਰਾਂਗੀ। ਪਰਵਿੰਦਰ, ਇਸ ਤਰ੍ਹਾਂ ਤਾਂ ਨਹੀਂ ਹੈ ਕਿਤੇ ਕਿ ਨੈਸ਼ਨਲਿਜ਼ਮ ਦੀ ਆੜ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਤੁਸੀਂ ਮਤਲਬ ਕੋਈ ਵੀ ਆਰਗੇਨਾਈਜੇਸ਼ਨ ਆਪਣੇ ਆਪ ਨੂੰ ਪ੍ਰੋਟੈਕਟ ਵੀ ਕਰੀ ਜਾ ਰਹੀ ਹੈ,
ਤੇ ਦੂਸਰੇ ਪਾਸੇ ਇੱਕ ਪਾਰਟਿਕੂਲਰ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਹਨਾਂ ਦੇ ਗਲ ਵੱਢੋ, ਉਹਨਾਂ ਨੂੰ ਇਹ ਕਰੋ ਉਹ ਕਰੋ ਦੇ ਨਾਰੇ ਵੀ ਲੱਗੇ ਜਾ ਰਹੇ, ਇੱਕ ਤਰ੍ਹਾਂ ਨਾਲ ਹੇਟਰੇਡ ਦੇ। ਨਹੀਂ, ਮੈਨੂੰ ਲੱਗਦਾ ਕਿ ਦੇਖੋ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਨੈਗੇਟਿਵ ਪ੍ਰੋਪੇਗੈਂਡਾ ਜਾਂ ਫੇਕ ਪ੍ਰੋਪੇਗੈਂਡਾ ਕਰਕੇ ਤੁਸੀਂ ਜ਼ਿਆਦਾ ਟਾਈਮ ਲੋਕਾਂ ਦੇ ਅੰਦਰ ਨਹੀਂ ਰਹਿ ਸਕਦੇ। ਲੋਕਾਂ ਨੂੰ ਤੁਹਾਡੀ ਅਸਲੀਅਤ ਜਾਣਨ ਲਈ ਬਹੁਤ ਘੱਟ ਸਮਾਂ ਲੱਗਦਾ ਹੈ। ਅੱਜ ਉਹ ਦੌਰ ਹੈ, ਅੱਜ ਉਹ ਸਮਾਂ ਹੈ ਦੇਸ਼ ਦੇ ਅੰਦਰ ਕਿ ਤੁਸੀਂ ਕੋਈ ਵੀ ਗੱਲ ਕਰੋਗੇ ਉਹ ਰਿਕਾਰਡ ਗੱਲ ਹੈ ਤੁਹਾਡੀ, ਔਰ ਲੋਕੀ ਨਾਲ ਦੀ ਨਾਲ ਦਿਖਾ ਦੇਣਗੇ ਤੁਹਾਨੂੰ ਕਿ ਤੁਸੀਂ ਇੱਥੇ ਇਹ ਗੱਲ ਕੀਤੀ। ਆਉਣ ਵਾਲੇ ਸਮੇਂ ਤੁਸੀਂ ਉਹਨਾਂ ਪਰਿਸਥਿਤੀਆਂ ਦਾ ਕਿਵੇਂ ਸਾਹਮਣਾ ਕਰ ਪਾਓਗੇ। ਫਿਰ ਗੱਲ ਰਹਿ ਗਈ ਹੈ ਰਾਸ਼ਟਰਵਾਦ ਦੀ। ਰਾਸ਼ਟਰਵਾਦ ਜਦੋਂ ਵੀ ਬੀਜੇਪੀ ਗਵਰਨਮੈਂਟ ਜਾਂ ਦੇਸ਼ ਦੇ ਅੰਦਰ ਕੁਝ ਵੀ ਅਸਮਾਜਿਕ ਤੱਤਵ ਜਿਹੜੇ ਗੱਲ ਕਰਦੇ ਨੇ, ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ, ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਸ਼ਾਇਦ ਇਹਨਾਂ ਗੱਲਾਂ ਨਾਲ ਅਸੀਂ ਬੀਜੇਪੀ ਦਾ ਸਾਹਮਣਾ ਕਰ ਲਾਂਗੇ ਜਾਂ ਆਰਐਸਐਸ ਦਾ ਸਾਹਮਣਾ। ਤੁਹਾਨੂੰ ਲੱਗਦਾ 2-4 ਕੁ ਲੋਕ ਨਾਰੇ ਲਾ ਕੇ ਆਪਣੇ ਦੇਸ਼ ਨੂੰ ਤੋੜ ਸਕਦੇ ਆ? ਮੈਂ ਉਹੀ ਸਮਝਾ ਰਿਹਾ ਤੁਹਾਨੂੰ, ਉਹਨਾਂ ਨੂੰ ਐ ਲੱਗਦਾ ਨਾ ਸਾਨੂੰ ਤੇ ਸਾਡਾ ਕਲੀਅਰ ਹੈ ਏਜੰਡਾ, ਸਾਨੂੰ ਨਹੀਂ ਲੱਗਦਾ। ਵੇਖੋ ਜੇ 100 ਲੋਕ ਚੋਂ ਵੀ 2-4 ਮਾੜੇ ਹੋਣ ਨਾ, ਵੀ ਤੁਸੀਂ ਉਹਨਾਂ ਨੂੰ ਵੀ ਬਿਠਾ ਸਕਦੇ ਹੋ, ਉਹਨਾਂ ਨੂੰ ਵੀ ਸਮਝਾ ਸਕਦੇ ਹੋ। ਪਰ ਉਹਨਾਂ ਲੋਕਾਂ ਦਾ ਜੋ ਨਿਰੰਤਰ ਇਸ ਕੰਮ ਤੇ ਅਭਿਆਨ ਜਾਰੀ ਰਹਿਣਾ, ਇਦਾਂ ਦੀਆਂ ਸਟੇਟਮੈਂਟਸ ਦਿੰਦੇ ਰਹਿਣਾ, ਇਦਾਂ ਦੀਆਂ ਗੱਲਾਂ ਕਰਦੇ ਰਹਿਣਾ ਦੇਸ਼ ਦੇ ਅੰਦਰ, ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਕਿਤੇ ਨਾ ਕਿਤੇ ਇਹਨਾਂ ਦੇ ਬੜਾ ਖਿਲਾਫਤ ਕਰ ਦਿੱਤੀ, ਬੜਾ ਜ਼ਿਆਦਾ ਬੀਜੇਪੀ ਨੂੰ ਅਸੀਂ ਭੰਨ ਦਿੱਤਾ। ਪਰ ਇਦਾਂ ਦੀਆਂ ਕੁਝ ਗੱਲਾਂ ਨਹੀਂ ਹੈ। ਉਹ ਸਮਾਜ ਹੈ, ਸਮਾਜ ਸਾਰਾ ਕੁਝ ਦੇਖਦਾ ਹੈ। ਸਮਾਜ ਨੂੰ ਹਰ ਚੀਜ਼ ਦਾ ਪਤਾ ਹੈ ਕਿ ਸਮਾਜ ਦੇ ਅੰਦਰ ਰਹਿ ਕੇ ਸਮਾਜ ਦੀਆਂ ਕੀ ਕਦਰਾਂ ਕੀਮਤਾਂ ਨੇ, ਕਿਵੇਂ ਸਮਾਜ ਨੂੰ ਅੱਗੇ ਲੈ ਕੇ ਜਾਇਆ ਜਾ ਸਕਦਾ। ਉਹੀ ਲੋਕ ਨੇ, ਇਹ ਲੋਕ ਕਦੀ ਦੇਸ਼ ਨੂੰ, ਕਦੀ ਦੇਸ਼ ਦੇ ਝੰਡੇ ਨੂੰ ਗਲਤ ਕਹਿਣਾ, ਉਹਨੂੰ ਫਲੈਗ ਨੂੰ ਮਾੜਾ ਕਹਿਣਾ, ਦੇਸ਼ ਨੂੰ ਗਾਲਾਂ ਕੱਢਣੀਆਂ। ਮੈਨੂੰ ਲੱਗਦਾ ਕਿ ਇਹ ਥੋੜੇ ਜਿਹੜੇ ਐਲੀਮੈਂਟ ਰਹਿ ਗਏ ਨੇ ਨਾ, ਉਹ ਆਉਣ ਵਾਲੇ ਸਮੇਂ 'ਚ ਆਪਣੇ ਆਪ ਤਬਦੀਲ ਹੋ ਜਾਣਗੇ ਜਾਂ ਖਤਮ ਹੋ ਜਾਣਗੇ। ਤੁਸੀਂ ਐਜ਼ ਅ ਸਟੂਡੈਂਟ ਪੋਲੀਟੀਸ਼ੀਅਨ ਕਿੱਦਾਂ ਫੀਲ ਕਰਦੇ ਹੋ ਜਦੋਂ ਆਪਣੇ ਭਾਰਤ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ ਇੱਕ ਪਾਰਟੀਕੂਲਰ ਧਰਮ ਵਾਲਿਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾਂਦੀ ਹੈ, ਉਹ ਵੀ ਜੰਤਰ ਮੰਤਰ ਤੇ ਪਾਰਲੀਮੈਂਟ ਤੋਂ ਕੁਝ ਮੀਟਰਸ ਦੂਰ? ਬੀਇੰਗ ਅ ਸਟੂਡੈਂਟ, ਜਿੰਨੇ ਵੀ ਇਸ ਦੇਸ਼ ਦੇ ਅੰਦਰ ਨਾਗਰਿਕ ਨੇ, ਉਹਨਾਂ ਦਾ ਪੂਰਾ ਹੱਕ ਹੈ ਇਸ ਦੇਸ਼ ਦੇ ਉੱਪਰ। ਅਗਰ ਕਿਸੇ ਨੇ ਵੀ ਕੋਈ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਤਾਂ ਉਹ ਇੱਕ ਮਾੜੀ ਗੱਲ ਹੈ। ਮਤਲਬ ਕਿਸੇ ਨੂੰ ਪਾਰਟੀਕੂਲਰ ਕਮਿਊਨਿਟੀ ਨੂੰ ਜਾਂ ਕਹਿਣਾ, ਜਿਹਨੂੰ ਉਹ ਮੈਨੂੰ ਠੀਕ ਢੰਗ ਨਾਲ ਨਹੀਂ ਲੱਗਦਾ। ਤੁਸੀਂ ਉਸ ਚੀਜ਼ ਨੂੰ ਹੋਰ ਤਰ੍ਹਾਂ ਨਾਲ ਵੀ ਗੱਲ ਕਰ ਸਕਦੇ ਹੋ। ਜੰਤਰ ਮੰਤਰ ਅਜਿਹਾ ਇੱਕ ਸਾਡਾ ਚੌਂਕ ਹੈ ਜਿਹਦੇ ਅੰਦਰ ਬੜੇ ਵੱਡੇ ਅੰਦੋਲਨ ਲੜੇ ਗਏ ਦੇਸ਼ ਦੇ ਅੰਦਰ, ਔਰ ਉਹ ਅੰਦੋਲਨ ਜਿੱਤੇ ਵੀ ਦੇਸ਼ ਨੇ, ਦੇਸ਼ ਦੀ ਜਨਤਾ ਨੇ ਜਿੱਤੇ, ਦੇਸ਼ ਦੇ ਲੋਕਾਂ ਨੇ ਜਿੱਤੇ। ਔਰ ਇਹ ਇਦਾਂ ਦੀਆਂ ਗੱਲਾਂ ਕਰਨੀਆਂ ਕਿਤੇ ਨਾ ਕਿਤੇ ਲੱਗਦਾ ਕਿ ਮਤਲਬ ਸਮਾਜ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਰਿਹਾ ਹੈ। ਦੋ ਹਿੱਸਿਆਂ ਵਿੱਚ ਵੰਡਿਆ ਜਾ ਰਿਹਾ ਕਿ ਤੁਸੀਂ ਗੱਲ ਕੀਤੀ ਹੈ ਸਾਡੇ ਸਪੋਰਟਸ ਮਿਨਿਸਟਰ ਆਫ ਇੰਡੀਆ ਦੀ, ਤਾਂ ਉਹਨਾਂ ਦਾ ਅੱਜ ਦਾ ਨਹੀਂ, ਉਹਨਾਂ ਦੇ ਪਰਿਵਾਰ ਦੀ ਬੜੀ ਵੱਡੀ ਦੇਣ ਹੈ ਬੀਜੇਪੀ ਨੂੰ। ਜਾਂ ਉਹ ਪਹਿਲਾਂ ABVP ਦੇ ਅੰਦਰ ਰਹੇ ਔਰ ਆਰਮੀ ਦੇ ਅੰਦਰ ਵੀ ਉਹ ਰਹੇ, ਬਹੁਤ ਵੱਡੀ ਦੇਣ ਉਹਨਾਂ ਦੀ ਫੈਮਿਲੀ ਦੀ, ਬਹੁਤ ਵੱਡੀ ਦੇਣ ਹੈ। ਔਰ ਜੇ ਉਹਨਾਂ ਨੇ ਇਦਾਂ ਦੀ ਕੋਈ ਗੱਲ ਕੀਤੀ ਹੈ ਤਾਂ ਉਹ ਚੰਗੀ ਗੱਲ ਨਹੀਂ ਹੈ। ਮੈਨੂੰ ਐਜ਼ ਅ ਸਟੂਡੈਂਟ ਉਹ ਚੰਗੀ ਗੱਲ ਨਹੀਂ ਹੈ। ਐਜ਼ ਅ ਪਾਰਟੀ ਕਿਸੇ ਲਈ ਚੰਗੀ ਗੱਲ ਹੋ ਸਕਦੀ ਹੈ, ਐਜ਼ ਅ ਪੋਲੀਟੀਕਲ ਪਾਰਟੀ ਕਿਸੇ ਲਈ ਚੰਗੀ ਗੱਲ ਹੋ ਸਕਦੀ ਹੈ। ਜਿੱਦਾਂ ਹੁਣ ਸਟੂਡੈਂਟ ਆਰਗੇਨਾਈਜੇਸ਼ਨ ਦੇ ਵਿੱਚ ਤੁਸੀਂ ਇੱਕ ਕਾਰਜਕਰਤਾ ਆ, ਤੁਸੀਂ ਆਪਣੇ ਮਾਮੂਲੀ ਕਾਰਜਕਰਤਾ ਦੱਸਦੇ, ਕੀ ਤੁਹਾਡੇ ਕੋਲ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਜਾਂ ਪਾਰਟਿਕੂਲਰਲੀ ਤੁਸੀਂ ਆਪਣੀ ਗੱਲ ਦੱਸੋ, ਤੁਹਾਡੇ ਕੋਲ ਡਿਫਰੈਂਟ ਓਪੀਨੀਅਨ ਰੱਖਣ ਦਾ ਹੱਕ ਹੈਗਾ ਆਪਣੀ ਪਾਰਟੀ ਨਾਲੋਂ ਕਿ ਇਹ ਹੱਕ ਨਹੀਂ ਦਿੱਤਾ ਜਾਂਦਾ ਕਾਰਜਕਰਤਾ ਨੂੰ? ਮੈਨੂੰ ਲੱਗਦਾ ਹੈ ਕਿ ਵਿਦਿਆਰਥੀ ਪਰਿਸ਼ਦ, ਮਤਲਬ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੀ ਇੱਕ ਅਜਿਹਾ ਆਰਗੇਨਾਈਜੇਸ਼ਨ ਹੈ ਜਿਹਦੇ ਅੰਦਰ ਕੋਈ ਵੀ ਪ੍ਰੋਗਰਾਮ ਕਰਨ ਤੋਂ ਪਹਿਲਾਂ, ਅੱਜ ਬਹੁਤ ਵੱਡਾ ਦਿਨ ਹੈ ਭਾਰਤ ਲਈ, ਮੈਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਆਜ਼ਾਦੀ ਦਾ ਦਿਹਾੜਾ ਹੈ। ਅੱਜ ਪੂਰੇ ਦੇਸ਼ ਦੇ ਅੰਦਰ ਹਰ ਪਿੰਡ ਦੇ ਅੰਦਰ ਇੱਕ ਤਿਰੰਗਾ, ਇੱਕ ਪਿੰਡ ਇੱਕ ਤਿਰੰਗਾ ਲਹਿਰਾਇਆ ਜਾਣਾ, ਹਰ ਪਿੰਡ ਦੇ ਅੰਦਰ ਦੇਸ਼ ਦੇ ਜਿੰਨੇ ਵੀ ਸਾਡੀਆਂ ਸਟੇਟਾਂ ਨੇ ਉਹਨਾਂ ਦੇ ਪਿੰਡਾਂ ਦੇ ਅੰਦਰ। ਪਰ ਉਸ ਪ੍ਰੋਗਰਾਮ ਨੂੰ ਤੈਅ ਕਰਨ ਤੋਂ ਪਹਿਲਾਂ ਇੱਕ ਸਾਰੇ ਲੋਕਾਂ ਦੀ ਮੀਟਿੰਗ ਹੋਈ, ਹਰ ਪ੍ਰਦੇਸ਼ ਦੀ ਸਟੇਟ ਦੀ ਮੀਟਿੰਗ ਹੋਈ। ਉਹਦੇ ਅੰਦਰ ਡਿਸਾਈਡ ਕੀਤਾ ਗਿਆ ਕਿ ਅਸੀਂ ਕਿਵੇਂ ਕਰਾਂਗੇ। ਹਰ ਛੋਟੇ ਤੋਂ ਛੋਟੇ ਮੇਰੇ ਵਰਗੇ ਮਾਮੂਲੀ ਕਾਰਜਕਰਤਾ ਤੋਂ ਪੁੱਛਿਆ ਗਿਆ ਕਿ ਇਹ ਕੰਮ ਕਿਵੇਂ ਹੋ ਸਕਦਾ, ਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਲੋਕ ਹਾਂ, ਕਿਵੇਂ ਕਰਾਂਗੇ, ਕਿਵੇਂ ਸਿਰੇ ਚੜਾਵਾਂਗੇ ਇਸ ਚੀਜ਼ ਨੂੰ। ਉਹ 75 ਸਾਲ ਪੂਰੇ ਹੋਏ ਨੇ ਦੇਸ਼ ਨੂੰ ਆਜ਼ਾਦ ਹੋਏ। ਹੁਣ ਹਰ ਨਿੱਕੇ ਤੋਂ ਨਿੱਕੇ ਦੇ ਔਰ ਵੱਡੇ ਤੋਂ ਵੱਡੇ ਦੀ ਭਾਗੀਦਾਰੀ ਹੋਣਾ ਉਸ ਫੈਸਲੇ ਦੇ ਅੰਦਰ ਬਹੁਤ ਜ਼ਰੂਰੀ ਹੈ। ਵਿਦਿਆਰਥੀ ਪਰਿਸ਼ਦ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਇਸ ਗੱਲ ਤੇ ਅੱਜ ਦਾ ਨਹੀਂ, ਇਹ ਅਜਿਹਾ ਸੰਗਠਨ ਐਵੇਂ ਨਹੀਂ ਇੰਨਾ ਵੱਡਾ ਬਣ ਜਾਂਦਾ। ਕੁਝ ਖਾਸੀਅਤ ਨੇ ਇਹਦੇ ਅੰਦਰ, ਕੁਝ ਮਤਲਬ ਬਹੁਤ ਵੱਡੀਆਂ ਚੀਜ਼ਾਂ ਨੇ ਜਿਨ੍ਹਾਂ ਕਰਕੇ ਇਸ ਸੰਗਠਨ ਨੂੰ ਇੰਨਾ ਵੱਡਾ ਬਣਾਉਂਦਾ। ਤੇ ਉਹਦੇ ਅੰਦਰ ਸ਼ਮੂਲੀਅਤ ਹੈ ਹਰ ਚੀਜ਼ ਦੀ। ਤੇ ਕਦੀ ਮੈਨੂੰ ਕਿਸੇ ਚੀਜ਼ ਲਈ ਲੱਗਦਾ ਕਿ ਇਹ ਚੀਜ਼ ਸਾਡੇ ਲਈ, ਮਤਲਬ ਹੁਣ ਹਰ
ਸਟੇਟ ਦੀ ਅਲੱਗ-ਅਲੱਗ ਤਰ੍ਹਾਂ ਦਾ ਸਿਨੈਰੀਓ ਹੈ। ਯੂਪੀ ਦਾ ਅਲੱਗ ਹੈ, ਦਿੱਲੀ ਦਾ ਅਲੱਗ ਹੈ, ਪੰਜਾਬ ਦਾ ਅਲੱਗ ਹੈ, ਹਰਿਆਣਾ ਦਾ ਅਲੱਗ ਹੈ, ਰਾਜਸਥਾਨ ਦਾ ਅਲੱਗ ਹੈ, ਹਿਮਾਚਲ ਦਾ ਅਲੱਗ ਹੈ। ਮੈਨੂੰ ਲੱਗਦਾ ਕਿ ਇਹ ਗੱਲ ਪੰਜਾਬ ਦੇ ਹਿੱਤ 'ਚ ਨਹੀਂ ਹੈ, ਤਾਂ ਮੈਂ ਖੜਾ ਕਿਉਂ ਗੱਲ ਕਰਦਾ ਹਾਂ ਤੇ ਮੇਰੀ ਗੱਲ ਸੁਣੀ ਵੀ ਜਾਂਦੀ ਹੈ ਔਰ ਮੇਰੀ ਗੱਲ ਤੇ ਪਹਿਰਾ ਵੀ ਦਿੱਤਾ ਜਾਂਦਾ ਹੈ। ਅਜਿਹੀ ਆਰਗੇਨਾਈਜੇਸ਼ਨ ਹੈ ABVP। ਆਪਾਂ ਪੰਜਾਬ ਯੂਨੀਵਰਸਿਟੀ ਤੇ ਆਨੇ ਆ ਜਿੱਥੇ ਤੁਸੀਂ ਐਕਟਿਵ ਆ ਪੋਲਿਟਿਕਸ ਦੇ ਵਿੱਚ। ਪਿਛਲੇ ਸੈਨੇਟ ਚੋਣਾਂ ਬਹੁਤ ਦੇਰ ਤੋਂ ਪਹਿਲਾਂ ਤਾਂ ਇਹੀ ਇਲਜ਼ਾਮ ਲੱਗੇ ਕਿ ਯੂਨੀਵਰਸਿਟੀ ਦੀ ਔਰ ਐਡਮਿਨਿਸਟ੍ਰੇਸ਼ਨ ਡੈਮੋਕ੍ਰੈਟਿਕ ਢਾਂਚੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ। ਹੁਣ ਤੁਸੀਂ ਇਸ ਗੱਲ ਤੇ ਕੀ ਕਰੋਗੇ, ਕਿਉਂਕਿ ਦੇਖੋ ਇਹ ਵੀ ਇਲਜ਼ਾਮ ਲੱਗਦੇ ਆ ਜਦੋਂ ਤੁਸੀਂ ਯੂਨੀਵਰਸਿਟੀ ਕੈਂਪਸ ਤੇ ਜਾਂਦੇ ਆ ਕਿ ਜਿਹੜੇ VC ਆ ਹੀ ਬਿਲੋਂਗਸ ਟੂ ਸੰਘ। ਹੁਣ ਤੁਸੀਂ ਇਸ ਦਾ ਜਵਾਬ ਕੀ ਦਵੋਗੇ? ਆਪਣਾ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਫੇਵਰਿਜ਼ਮ ਕਰੋ, ਮੈਂ ਚਾਹੁੰਦੀ ਤੁਸੀਂ ਯੂਨੀਵਰਸਿਟੀ ਦੇ ਸਟੂਡੈਂਟ ਹੋਣ ਦੇ ਨਾਮ ਤੇ ਜਵਾਬ ਦਿਓ ਕਿ ਡੈਮੋਕ੍ਰੈਟਿਕ ਢਾਂਚਾ ਜੋ ਸੈਨੇਟ ਹੈ ਪੰਜਾਬ ਯੂਨੀਵਰਸਿਟੀ 'ਚ ਉਹਨੂੰ ਕਿਉਂ ਖਤਮ ਕਰਨ ਦੀ ਕੋਸ਼ਿਸ਼ ਹੈ। ਮੈਨੂੰ ਤਾਂ ਹਜੇ ਤੱਕ ਕੁਝ ਲੋਕਾਂ ਦੀ ਸਮਝ ਨਹੀਂ ਆਈ ਖਤਮ ਕਰਨ ਦਾ ਮਾਮਲਾ। ਜਿਆਦਾ ਚੀਜ਼ ਬਿਲਕੁਲ ਖਤਮ ਹੋ ਗਈ ਹੋਵੇ। ਅੱਜ 15 ਅਗਸਤ ਹੋ ਗਈ, 3 ਦਿਨ ਨੂੰ ਇਲੈਕਸ਼ਨ ਸੀਗਾ, ਇਲੈਕਸ਼ਨ ਹੋਇਆ ਨਹੀਂ ਕਿਸੇ ਕਾਰਨ ਕਰਕੇ। ਪੰਜਾਬ ਦੇ ਅੰਦਰ ਕਾਂਗਰਸ ਦੀ ਗਵਰਨਮੈਂਟ ਹੈ, ਉਹਨਾਂ ਨੇ ਕਿਹਾ ਵੀ ਸਾਡੇ ਕੋਲ ਸਕੂਲਸ ਅਵੇਲੇਬਲ ਨਹੀਂ ਹੈ ਜਾਂ ਸਾਡੇ ਕੋਲੇ ਟੀਚਰਸ ਅਵੇਲੇਬਲ ਨਹੀਂ ਹੈ ਕਿ ਉਹਨੂੰ ਅਸੀਂ ਇਲੈਕਸ਼ਨ ਕੰਡਕਟ ਕਰਾ ਪਾਈਏ। ਉਹਨਾਂ ਨੇ ਸੈਂਟਰ ਨਹੀਂ ਬਣਾਏ, ਪੋਲਿੰਗ ਸਟੇਸ਼ਨ ਤਿਆਰ ਨਹੀਂ ਕੀਤੇ। ਉੱਤਰਾਖੰਡ ਹੈ, ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ, ਉਹਨਾਂ ਨੇ ਇਹੀ ਜਵਾਬ ਲਿਖ ਕੇ ਭੇਜਿਆ ਕਿ ਸਾਡੇ ਕੋਲ ਅਜੇ ਸੈਂਟਰ ਨਹੀਂ ਤਿਆਰ ਕਰ ਪਾਏ, ਅਸੀਂ ਤਿਆਰੀ ਨਹੀਂ ਹੈ। ਹੁਣ ਉਹਦੇ ਬਿਹਾਫ ਤੇ ਇਲੈਕਸ਼ਨ ਪੋਸਟਪੋਨ ਹੈ ਨਾ, ਕਿ ਕੈਂਸਲ ਹੋਇਆ। ਕੈਂਸਲ ਹੋਣਾ ਕਿ ਬਿਲਕੁਲ ਬਾਹਰ ਕਰ ਦੇਣਾ ਡੈਮੋਕ੍ਰੇਸੀ 'ਚ, ਉਹ ਬਾਹਰ ਨਹੀਂ ਹੋਇਆ। ਜਦੋਂ ਜਿੰਨੀ ਦੇਰ ਤੱਕ ਇਲੈਕਸ਼ਨ ਕੈਂਸਲ ਨਹੀਂ ਹੋ ਸਕਦੇ, ਅਸੀਂ ਇਹ ਵਰਡ ਯੂਜ਼ ਨਹੀਂ ਕਰ ਸਕਦੇ ਕਿ ਇਲੈਕਸ਼ਨ ਕੈਂਸਲ ਹੋ ਗਏ। ਕਿਉਂ? ਕਿਉਂਕਿ ਹਜੇ ਤਾਂ ਉਹ ਪ੍ਰੋਸੈਸ 'ਚ ਕੰਮ, ਜਦੋਂ ਬਿਲਕੁਲ ਪ੍ਰੋਸੈਸ 'ਚ ਬਾਹਰ ਆ ਜਾਊਗਾ, ਕੋਰਟ ਦੇ ਅੰਦਰ ਫੈਸਲਾ ਉਹਦਾ ਰਾਖਵਾਂ ਹੈ। ਕੋਰਟ ਨੇ ਆਪਣੀ ਦਲੀਲ ਦਿੱਤੀ ਹੈ, ਕੋਰਟਾਂ ਨੇ ਆਪਣਾ ਪੇਸ਼ ਕੀਤਾ। ਪੰਜਾਬ ਯੂਨੀਵਰਸਿਟੀ ਨੇ ਆਪਣੀ ਦਲੀਲ ਦਿੱਤੀ ਹੈ ਕਿ 4 ਸਟੇਟਾਂ ਦੇ ਲੋਕ ਨਹੀਂ ਮੰਨ ਰਹੇ, ਤਾਂ ਫਿਰ ਨਹੀਂ ਇਲੈਕਸ਼ਨ ਹੋਏ। ਫਿਰ ਉਸ ਤੋਂ ਬਾਅਦ ਗੱਲ ਰਹੀ ਕਿ ਸੰਘੀ VC ਦੇ ਜਿਹੜੀ ਆਮ ਹੀ ਬੜੇ, ਤੁਸੀਂ ਪੰਜਾਬ ਯੂਨੀਵਰਸਿਟੀ ਚਲੇ ਜਾਓ, ਕਿਸੇ ਵੀ ਆਰਗੇਨਾਈਜੇਸ਼ਨ ਦੇ ਨੁਮਾਇੰਦੇ ਨਾਲ ਗੱਲ ਕਰ ਲਓ, ਉਹ ਹਰ ਬੰਦਾ ਸੰਘੀ VC ਮੁਰਦਾਬਾਦ ਜਾਂ ਸੰਘ ਤੋਂ। ਮੇਰੀ ਗੱਲ ਸੁਣੋ, ਉਹਦੀ ਕੁਆਲੀਫਿਕੇਸ਼ਨ ਵੇਖ ਕੇ ਉਹਨੂੰ ਇੱਕ ਵਾਈਸ ਚਾਂਸਲਰ ਅਪਾਇੰਟ ਕੀਤਾ ਜਾਂਦਾ, ਨਾ ਕਿ ਉਹਦਾ ਵੇਖ ਕੇ ਕਿ ਉਹ ਕਿਹੜੇ ਪਰਿਵਾਰ 'ਚੋਂ ਆਉਂਦਾ ਹੈ, ਕਿੱਥੋਂ ਆਉਂਦਾ ਹੈ। ਮੈਨੂੰ ਨਹੀਂ ਲੱਗਦਾ ਇਹ ਸਿਰਫ ਇੱਕ ਤਰ੍ਹਾਂ ਨਾਲ ਤੁਸੀਂ RSS ਨੂੰ ਬਲੇਮ ਕਰਨਾ, RSS ਨੂੰ ਡਿਫੇਮ ਕਰਨਾ, ABVP ਨੂੰ ਡਿਫੇਮ ਕਰਨਾ ਇਸ ਚੀਜ਼ ਤੇ ਕਿ ਇਹਨਾਂ ਦਾ ਵਾਈਸ ਚਾਂਸਲਰ ਹੈ, ਇਹ ਹੈ, ਉਹ ਹੈ। ਯਾਰ ਇਹ ਗੱਲਾਂ ਥੋੜ੍ਹੀ ਹੈ। ਪੰਜਾਬ ਯੂਨੀਵਰਸਿਟੀ ਹੈ ਜਿਹਨਾਂ 'ਤੇ ਪੰਜਾਬ ਦਾ ਪੂਰਾ ਰਾਈਟ ਹੈ, ਔਰ ਮੈਨੂੰ ਲੱਗਦਾ ਕਿ ਮੋਸਟਲੀ ਪੰਜਾਬ ਦੇ ਲੋਕ ਹੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਪੜ੍ਹਦੇ ਰਹੇ ਨੇ ਹੁਣ ਤੱਕ, ਤੇ ਉਹਨਾਂ ਪੰਜਾਬੀਆਂ ਦਾ ਕਦੀ ਵੀ ਰਾਈਟ ਖਤਮ ਨਹੀਂ ਹੋਊਗਾ। ਔਰ ਕਿਸੇ ਨੂੰ ਐਵੇਂ ਫੇਕ ਡਿਫੇਮ ਕਰ ਦੇਣਾ ਉਹ ਵੀ ਚੰਗੀ ਗੱਲ ਨਹੀਂ ਹੈ। ਉਹ ਕਿ ਸਿਆਸਤ, ਤੁਹਾਡੀ ਸਿਆਸਤ ਦਾ ਹਿੱਸਾ ਹੋ ਸਕਦੇ ਨੇ, ਪਰ ਸਟੂਡੈਂਟ ਦੇ ਫੇਵਰਿਟਿਜ਼ਮ ਦੀ ਗੱਲ ਨਹੀਂ ਹੋ ਸਕਦੀ। ਐਕਚੁਅਲੀ ਜਿਹੜੇ ਟਾਪ ਮੋਸਟ ਹਾਇਰਾਰਕੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਪੋਸਟ ਤੇ ਬੈਠੇ ਆ, DSW ਵੀ ਹੋ ਗਏ ਜੀ, ਟਾਪ 3 ਪੋਸਟ ਤੇ ਇਹੀ ਇਲਜ਼ਾਮ ਹੈ ਕਿ ਇਹ ਨਾਗਪੁਰ ਹੈੱਡਕੁਆਰਟਰ ਦੇ ਨਾਲ ਐਸੋਸੀਏਟਡ ਐਂਡ ਸੰਘ ਪਰਿਵਾਰ ਨਾਲ ਐਸੋਸੀਏਟਡ ਹੈ। ਕਿ ਇਹ ਇਸੇ ਤਰ੍ਹਾਂ ਹੁੰਦਾ ਹੈ ਕਿ ਜਿਹੜੀ ਰੂਲਿੰਗ ਪਾਰਟੀ ਆ ਉਹੀ ਆਪਣੇ ਬੰਦੇ ਥੋਪਦੀ ਆ ਹਰ ਜਗ੍ਹਾ ਤੇ ਆਪਣੀ ਆਈਡੀਓਲੋਜੀ ਨੂੰ ਸਟੈਬਲਿਸ਼ ਕਰਨ ਲਈ, ਲੋਕਾਂ ਨੂੰ ਤਿਆਰ ਕਰਨ ਲਈ? ਦੇਖੋ, ਪਿਛਲੇ 1.5-2 ਸਾਲ ਤੋਂ ਯੂਨੀਵਰਸਿਟੀ ਬੰਦ ਹੈ, ਤਾਂ ਹਮੇਸ਼ਾ ਹੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਜਿਹੜੀ ਵੀ ਨਵੀਂ ਅਪਾਇੰਟਮੈਂਟ ਹੁੰਦੀ ਹੈ ਉਹ ਸੀਨੀਅਰਿਟੀ ਬੇਸਿਸ ਤੇ ਹੁੰਦੀ ਹੈ ਕਿ ਕਿਹੜਾ ਸੀਨੀਅਰ ਪ੍ਰੋਫੈਸਰ ਹੈ DSW ਬਣ ਜਾਊਗਾ, ਕਿਹੜਾ ਸੀਨੀਅਰ ਪ੍ਰੋਫੈਸਰ ਹੈ ਕੰਟਰੋਲਰ ਬਣ ਜਾਊਗਾ, ਰਜਿਸਟਰਾਰ ਬਣ ਜਾਊਗਾ, ਉਹਨਾਂ DUI ਬਣ ਜਾਊਗਾ, ਡੀਨ ਰਿਸਰਚ ਬਣ ਜਾਊਗਾ। ਮਤਲਬ ਹੁਣ ਉਹੀ ਲੋਕ ਜਿਹੜੇ ਲੋਕ ਐਲੀਜੀਬਲ ਨੇ, ਠੀਕ ਹੈ, ਉਹਨਾਂ ਦਾ ਆਪਣਾ ਵਿਚਾਰ ਕਿਤੇ ਨਾ ਕਿਤੇ RSS ਨਾਲ ਜੁੜਿਆ ਹੋ ਸਕਦਾ। ਦੇਖੋ, ਕੋਈ ਵੀ ਇਨਸਾਨ ਹੈ, ਕਿਸੇ ਦੀ ਤੁਸੀਂ ਉਹਦੇ 'ਚ ਨਿੱਜੀ ਜ਼ਿੰਦਗੀ 'ਚ ਇੰਟਰਫੇਅਰ ਨਹੀਂ ਕਰ ਸਕਦੇ। ਵਿਚਾਰ ਹੁਣ ਜੇ ਉਹਦੀ ਸੀਨੀਅਰਿਟੀ ਵੀ ਬਣ ਗਈ, ਉਹਦਾ ਵਿਚਾਰ ਵੀ ਸਾਡੇ ਨਾਲ ਜੁੜਿਆ ਹੋਇਆ, ਤੇ ਮੈਨੂੰ ਲੱਗਦਾ ਨਹੀਂ ਇਹਦੇ 'ਚ ਕੋਈ ਬਾਹਲੀ ਪੁਰਾਣੀ ਗੱਲ ਹੈ। ਤੁਸੀਂ ਦੇਖ ਲਓ ਕਿ ਇਹਨਾਂ ਤੋਂ ਇਸ ਤੋਂ ਪਹਿਲੇ ਡੀਨ ਮੈਨੂਅਲ ਨਾਹਰ ਸਰ, ਉਹ ਅੱਜ ਪੰਜਾਬ ਸਰਕਾਰ ਦੇ ਅੰਦਰ, ਉਹਨਾਂ ਨੂੰ ਵੀ ਕਹਿੰਦੇ ਵੀ ਇਲੀਗਲ ਢੰਗ ਦੇ ਨਾਲ ਉੱਥੋਂ ਸੈਕ ਕੀਤਾ ਗਿਆ ਸੀ। ਵੇਖੋ, ਉਹ ਚੇਅਰਮੈਨ ਵੀ ਅੱਜ ਨੇ, ਚਲੋ ਠੀਕ ਹੈ ਉਹਨਾਂ ਦਾ ਬੈਕਗਰਾਊਂਡ, ਪਰ ਐ ਨਹੀਂ ਕਦੀ ਉਹਨਾਂ ਨੇ ਕੰਮ ਨਹੀਂ ਕੀਤੇ ਜਿਹੜੇ ਅੱਜ ਵਾਲੇ ਤੋਮਰ ਸਰ ਹੈ। ਇਹ ਨਹੀਂ ਹੈ ਕਿ ਉਹਨਾਂ ਨੇ ਕਦੀ ABVP ਦਾ ਕੰਮ ਕੀਤਾ ਔਰ NSUI ਦਾ ਨਹੀਂ ਕੀਤਾ। ਇੱਦਾਂ ਦਾ ਕਦੀ ਡਿਸਕ੍ਰਿਮੀਨੇਸ਼ਨ ਪੰਜਾਬ ਯੂਨੀਵਰਸਿਟੀ ਦੇ ਅੰਦਰ ਨਹੀਂ ਹੋਇਆ। ਹੁਣ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਆ ਜਿਹੜੀਆਂ ਗੱਲ ਕਰਨ ਜਾਂਦੀਆਂ ਨੇ, ਵਾਈਸ ਚਾਂਸਲਰ ਤੱਕ ਗੱਲ ਕਰਨ ਜਾਂਦੀਆਂ ਨੇ, ਜਾਂ ਥੱਲੇ ਜਿੰਨੀ ਵੀ ਅਥਾਰਟੀ ਨਾਲ ਗੱਲ, ਬੜੇ ਪਿਆਰ ਨਾਲ ਗੱਲ ਸੁਣਦੇ ਨੇ, ਤੇ ਉਹਦੇ ਅੰਦਰ ਕੋਸ਼ਿਸ਼ ਹੈ ਯੂਨੀਵਰਸਿਟੀ ਦੀ ਕਿ 80 ਤੋਂ 90% ਜਿਹੜੇ ਇਸ਼ੂ ਨੇ ਰਿਜ਼ੋਲਵ ਕਰਕੇ ਦਿੰਦੇ ਨੇ ਉਹਨਾਂ ਲੋਕਾਂ ਨੂੰ। ਪਿਛਲੇ ਸਾਲ 1.5 ਸਾਲ ਦੇ ਅੰਦਰ ਇਹਨਾਂ ਲੋਕਾਂ ਨੇ, SFS ਨੇ, NSUI ਨੇ, SOI ਨੇ, ਅਣਗਿਣਤ ਧਰਨੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਲਾਏ, ਔਰ ਉਹਨਾਂ ਧਰਨਿਆਂ ਤੇ ਪੰਜਾਬ ਯੂਨੀਵਰਸਿਟੀ ਨੇ ਮੰਗਾਂ ਮੰਨੀਆਂ ਉਹਨਾਂ ਦੀਆਂ। ਜੇ ਇਦਾਂ ਦੀ
ਕੁਛ ਹੁੰਦਾ ਪੰਜਾਬ ਯੂਨੀਵਰਸਿਟੀ ਦੇ ਅੰਦਰ, ਹਾਂ ਤਾਂ ਫਿਰ ABVP ਹਰ ਧਰਨਾ ਲਾਵੇ, ਆਪਣੀ ਮੰਗ ਮਨਵਾਵੇ ਤੇ ਉੱਠ ਜਾਵੇ ਸਟੂਡੈਂਟ ਦੇ ਵਿੱਚ। ਤੁਹਾਨੂੰ ਤਾਂ ਧਰਨਾ ਲਾਉਣ ਦੀ ਲੋੜ ਹੀ ਨਹੀਂ ਅਸੀਂ ਹੈ। ਲਾਏ ਧਰਨੇ, ਅਸੀਂ ਲਾਏ, ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਸਾਡੀਆਂ ਮੰਗਾਂ ਨਹੀਂ ਮੰਨੀਆਂ ਅਥਾਰਟੀ ਨੇ, ਕਿਉਂ ਮੰਨਣਗੇ? ਜਿਹੜੀ ਸਾਡੀ ਠੀਕ ਮੰਗ ਹੈ ਉਹ ਮੰਨੀ ਹੈ ਯੂਨੀਵਰਸਿਟੀ ਨੂੰ। ਜਿਹੜੀ ਲੱਗਦਾ ਕਿ ਇਹ ਦੋਵਾਂ ਆਰਗੇਨਾਈਜੇਸ਼ਨ ਔਰ ਯੂਨੀਵਰਸਿਟੀ ਅਥਾਰਟੀ ਦੇ ਅੰਦਰ ਇਹ ਚੀਜ਼ ਫਿਜ਼ੀਬਲ ਹੈ, ਉਹਨਾਂ ਨੇ ਮੰਨੀ ਹੈ ਉਹ ਮੰਗ। ਐ ਤਾਂ ਨਹੀਂ ਹੁਣ SFS ਹੈ, ਉਹ ਬਿਲਕੁਲ ਕਮਿਊਨਿਸਟ ਵਿਚਾਰਧਾਰਾ ਦੇ ਲੋਕ ਨੇ। ਉਹ ਪੰਜਾਬ ਯੂਨੀਵਰਸਿਟੀ ਦੇ ਅੰਦਰ ਅਥਾਰਟੀ ਨੂੰ ਲਗਾਤਾਰ ਮਤਲਬ ਅਬਿਊਜ਼ ਕਰਦੇ ਰਹਿੰਦੇ ਨੇ। ਉਹ ਲਗਾਤਾਰ ਉਹਨਾਂ ਨਾਲ ਮਤਲਬ ਸ਼ਕਤੀ ਦਾ ਆંકੜਾ ਰਹਿੰਦਾ ਅਥਾਰਟੀ ਨਾਲ, ਤੇ ਉਹ ਫਿਰ ਉਹਨਾਂ ਦੀ ਮੰਗ ਹੀ ਕੋਈ ਨਾ ਮੰਨਣ। ਉਹਨਾਂ ਦੀਆਂ ਮੰਗਾਂ ਵੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਹੀ ਮੰਨੀਆਂ ਗਈਆਂ ਔਰ ਲੋਕਾਂ ਨੇ ਸਵੀਕਾਰਿਆ ਉਹਨਾਂ ਲੋਕਾਂ ਨੂੰ, ਕਿਉਂਕਿ ਸਟੂਡੈਂਟ ਨੇ ਬੇਸਿਕਲੀ, ਉਹ ਸਾਰੇ ਸਟੂਡੈਂਟ ਨੇ ਪੰਜਾਬ ਯੂਨੀਵਰਸਿਟੀ ਦੇ। ਤੁਹਾਡੀ ਸਿੱਧੀ ਅਪਰੋਚ ਨਹੀਂ ਹੈ ABVP ਦੀ VC ਆਫਿਸ ਤੱਕ? ਮੈਨੂੰ ਲੱਗਦਾ ਕਿ ਜਿੰਨੀਆਂ ਸਾਰੀਆਂ ਸਟੂਡੈਂਟ ਆਰਗੇਨਾਈਜੇਸ਼ਨ ਨੇ ਉਹਨਾਂ ਦੀ ਸਾਰਿਆਂ ਦੀ ਅਪਰੋਚ ਦੇਖੋ, ਜੇ ਸਟੂਡੈਂਟ ਨੇ ਤੇ ਵਾਈਸ ਚਾਂਸਲਰ ਨੇ ਹੋ, ਜੇ ਯੂਨੀਵਰਸਿਟੀ ਫਿਰ ਅਗਰ ਸਟੂਡੈਂਟਸ ਦੇ ਨਾਲ ਹੀ ਵਾਈਸ ਚਾਂਸਲਰ ਦੀ ਐਗਜ਼ਿਸਟੈਂਸ ਹੈ, ਆਈ ਐਮ ਸੌਰੀ ਮੈਂ ਰੁਕਿਆ ਤੁਹਾਨੂੰ, ਪਰ ਫਿਰ ਸਟੂਡੈਂਟਸ ਨੂੰ ਮਿਲਣ ਲਈ ਵਾਈਸ ਚਾਂਸਲਰ ਕਿਉਂ ਨਹੀਂ ਆਉਂਦੇ? ਉਹਨਾਂ ਦੇ ਘਰ ਦੇ ਬਾਹਰ ਮੈਂ ਖੁਦ ਜਾ ਕੇ ਯੂਨੀਵਰਸਿਟੀ ਦੇਖਿਆ, ਬਹੁਤ ਸਟਰੋਂਗ ਬੈਰੀਕੇਡਿੰਗ ਕੀਤੀ ਗਈ ਸੀ, ਜਿੱਦਾਂ ਕਿਸਾਨਾਂ ਲਈ ਦਿੱਲੀ 'ਚ ਹੋਈ ਸੀਗੀ। ਇਹਨਾਂ ਬੱਚਿਆਂ ਤੋਂ ਡਰਦੇ ਕਿਉਂ ਹੈ? ਨਹੀਂ ਪਤਾ ਕੀ ਹੈ ਜੀ, ਗੁਰੂ ਨਾਨਕ ਦੇਵ ਜੀ ਇੱਕ ਬੜੀ ਚੰਗੀ ਲਾਈਨ ਕਹਿੰਦੇ ਨੇ, ਜਬ ਲਗ ਦੁਨੀਆ ਰਹੀ ਹੈ ਨਾਨਕ ਕੁਛ ਸੁਣੀਏ ਕੁਛ ਕਹੀਏ। ਜਦੋਂ ਤੱਕ ਇਹ ਦੁਨੀਆ ਰਹੂਗੀ ਕਦੀ ਕੁਛ ਸੁਣਨਾ, ਆਪਸ 'ਚ ਡਾਇਲੈਕਟ ਓਵਰ ਨਹੀਂ ਹੋਣਾ ਚਾਹੀਦਾ। ਚਾਹੇ ਉਹ ਵਾਈਸ ਚਾਂਸਲਰ ਨੇ, ਚਾਹੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਨੇ, ਚਾਹੇ ਉਹ ਦਿੱਲੀ ਦੇ ਕਿਸਾਨ ਨੇ ਜਾਂ ਦਿੱਲੀ ਦੀ ਸਰਕਾਰ ਹੈ, ਉਹਨਾਂ ਦੇ ਅੰਦਰ ਡਾਇਲੈਕਟ ਬਣਿਆ ਰਹਿਣਾ ਚਾਹੀਦਾ। ਡਾਇਲੈਕਟ ਬਣਿਆ ਰਹੂਗਾ, ਕਨਵਰਸੇਸ਼ਨ ਕਰਦੇ ਰਹਿਣਗੇ, ਤਾਂ ਕਿਤੇ ਨਾ ਕਿਤੇ ਕਿਸੇ ਚੀਜ਼ ਦੇ ਮਸਲੇ ਦਾ ਹੱਲ ਜ਼ਰੂਰ ਨਿਕਲੂਗਾ। ਮੈਨੂੰ ਲੱਗਦਾ ਵਾਈਸ ਚਾਂਸਲਰ ਦਾ ਕਦੀ ਵੀ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ 'ਚ ਰਿਹਾ ਹੈ ਕਿ ਵਾਈਸ ਚਾਂਸਲਰ ਸਮੇਂ-ਸਮੇਂ ਤੇ ਸਟੂਡੈਂਟਸ ਦੇ ਵਿੱਚ ਆ ਕੇ ਮਿਲਦੇ ਰਹੇ, ਸੁਣਦੇ ਰਹੇ, ਮਿਲਦੇ ਵੀ ਰਹੇ। ਹੁਣ ਵਾਈਸ ਚਾਂਸਲਰ ਦਾ ਆਪਣਾ ਪ੍ਰੋਟੋਕਾਲ ਹੈ, ਮੈਂ ਉਹਦੇ ਅੰਦਰ ਇੰਟਰਫੇਅਰ ਨਹੀਂ ਕਰ ਸਕਦਾ। ਉਹਨਾਂ ਦੇ ਹੀ ਨੁਮਾਇੰਦੇ ਭੇਜੇ, ਚਾਹੇ ਉਹ ਵਾਰਡਨ ਨੇ, ਡੀਨ ਵੂਮਨ ਨੇ, ਉਹ ਭੇਜੇ ਹੋਏ ਨੁਮਾਇੰਦੇ ਗੱਲ ਸੁਣਦੇ ਨੇ। ਉਹ ਗੱਲ ਸਿੱਧੀ ਵਾਈਸ ਚਾਂਸਲਰ ਕੋਲੇ ਜਾਂਦੀ ਹੈ, ਚਾਹੇ ਉਹ SVC ਆਉਣਗੇ, ਤੁਹਾਡਾ ਮੈਮੋਰੈਂਡਮ ਲੈਣਗੇ, ਤੁਹਾਡੀ ਗੱਲ ਸੁਣਨਗੇ, ਫਿਰ ਉਹ ਮੀਟਿੰਗ ਬਣੂਗੀ। ਮੀਟਿੰਗ ਦੇ ਅੰਦਰ ਉਹ ਚੀਜ਼ਾਂ ਡਿਸਕਸ ਕੀਤੀਆਂ ਜਾਣਗੀਆਂ, ਕਿਹਦੇ ਨਾਲ ਹੋਣਗੀਆਂ? ਵਾਈਸ ਚਾਂਸਲਰ ਨਾਲ। ਪ੍ਰੋਟੋਕਾਲ ਫੋਲੋ ਹੁੰਦੇ ਆ, ਪ੍ਰੋਟੋਕਾਲ ਫੋਲੋ ਹੁੰਦਾ ਹੈ। ਪਰਵਿੰਦਰ, ਪਰ ਤੁਹਾਡੇ ਤੇ ਤੁਹਾਨੂੰ ਨਹੀਂ ਲੱਗਦਾ ਸਟੂਡੈਂਟ ਪੋਲੀਟੀਸ਼ੀਅਨਸ ਜਿਹੜੇ ਆਪਣੇ ਬੱਚੇ ਯੂਨੀਵਰਸਿਟੀ ਦੇ ਵਿੱਚ ਹੁਣ ਸਿੱਖ ਰਹੇ ਆ ਪੋਲਿਟਿਕਸ, ਤਿਆਰ ਹੋ ਰਹੇ ਆ, ਤੁਸੀਂ ਕਹਿ ਰਹੇ ਉਹਨਾਂ ਤੇ ਇਸ ਚੀਜ਼ ਦਾ ਮਾੜਾ ਪ੍ਰਭਾਵ ਪਊਗਾ? ਉਹ ਵੀ ਕੱਲ ਨੂੰ ਆਪਣੇ ਉੱਪਰ VIP ਕਲਚਰ, ਆਪਣੇ ਆਪ ਨੂੰ ਡਿਸਟੈਂਸ ਕਰਕੇ ਰੱਖਣਗੇ ਆਪਣੇ ਕੋਲੋਂ ਕਿ ਨਹੀਂ ਮੈਂ ਆਮ ਲੋਕਾਂ ਤੋਂ ਨਹੀਂ ਮਿਲਣਾ, ਮੇਰਾ ਕੋਈ ਆਮ ਲੋਕ ਨਹੀਂ। ਦੇਖੋ, ਜਿਹੜਾ ਤਾਂ ਯੂਨੀਵਰਸਿਟੀ ਹੈ ਉਹਦੇ ਅੰਦਰ ਸਟੂਡੈਂਟ ਤੇ ਵਾਈਸ ਚਾਂਸਲਰ ਦਾ ਰਾਬਤਾ ਹੈ। ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਹੈ ਉਹਦੇ ਅੰਦਰ ਲੋਕਾਂ ਤੇ ਇੱਕ ਲੀਡਰ ਦਾ ਰਾਬਤਾ ਹੈ, ਜਿਹੜਾ ਸਿੱਧਾ ਰਾਬਤਾ ਹੈ ਲੋਕਾਂ ਨਾਲ। ਦੋਵਾਂ ਚੀਜ਼ਾਂ ਨੂੰ ਮਤਲਬ ਆਪਸ ਵਿੱਚ ਅਸੀਂ ਕੰਪੇਅਰ ਨਹੀਂ ਕਰ ਸਕਦੇ, ਕੰਪੈਰੀਜ਼ਨ ਨਹੀਂ ਕਰ ਸਕਦੇ, ਕਿਉਂਕਿ ਉਹ ਅਲੱਗ ਦਾਇਰਾ ਹੈ, ਇਹ ਅਲੱਗ ਦਾਇਰਾ ਹੈ। ਮਤਲਬ ਉਹਦੇ ਅੰਦਰ ਹੁਣ ਵਾਈਸ ਚਾਂਸਲਰ ਦੀਆਂ ਆਪਣੀਆਂ ਅਲੱਗ ਮਜਬੂਰੀਆਂ ਹੋ ਸਕਦੀਆਂ ਨੇ, ਕਿਸੇ ਨੂੰ ਮਿਲਣਾ ਨਹੀਂ ਮਿਲਣਾ, ਪਰ ਇੱਕ ਜਿਹੜਾ ਲੀਡਰ ਹੈ, ਇੱਕ ਚਲੋ ਮੈਂ ਹੀ ਕੱਲ ਨੂੰ ਜਾ ਕੇ ਆਪਣੀ ਰਾਜਨੀਤੀ ਪੰਜਾਬ ਦੇ ਅੰਦਰ ਸ਼ੁਰੂ ਕਰ ਦਵਾਂ, ਤਾਂ ਮੇਰਾ ਮਤਲਬ ਪਬਲਿਕ ਡੋਮੇਨ ਦੇ ਅੰਦਰ ਹੀ ਮੈਨੂੰ ਕੰਮ ਕਰਨਾ ਪਊਗਾ, ਤਾਂ ਮੈਨੂੰ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਪਊਗਾ। ਹੁਣ ਵਾਈਸ ਚਾਂਸਲਰ ਹੋ ਸਕਦਾ ਕਿ ਕੁਛ ਕਾਰਨਾਂ ਕਰਕੇ ਬਾਹਰ ਨਹੀਂ ਆ ਸਕੇ, ਮੈਨੂੰ ਉਹਨਾਂ ਕਾਰਨਾਂ ਦਾ ਨਹੀਂ ਪਤਾ ਕਿਉਂ ਨਹੀਂ ਬਾਹਰ ਆਉਂਦੇ, ਪਰ ਸਮੇਂ-ਸਮੇਂ ਤੇ ਡੈਲੀਗੇਸ਼ਨ ਦੀ ਮੀਟਿੰਗ ਲੈ ਕੇ ਉਹ ਗੱਲ ਸੁਣਦੇ ਨੇ ਸਟੂਡੈਂਟਸ ਦੀ। ਅੱਛਾ, ਸੈਨੇਟ ਦੇ ਬਾਰੇ ਮੇਰਾ ਲਾਸਟ ਤੁਹਾਡੇ ਨਾਲ ਸੈਨੇਟ ਦੇ ਟੌਪਿਕ ਤੇ ਲਾਸਟ ਸਵਾਲ ਹੈ ਕਿ ਕਹਿੰਦੇ ਆ ਕਿ ਪੰਜਾਬ ਦੇ ਹੱਥਾਂ ਤੋਂ ਯੂਨੀਵਰਸਿਟੀ ਖੋਹਣ ਦੀ ਕੋਸ਼ਿਸ਼ ਹੈ ਸੈਨੇਟ ਨੂੰ ਖਤਮ ਕਰਕੇ। ਮੈਨੂੰ ਲੱਗਦਾ ਨਹੀਂ ਸੈਨੇਟ ਖਤਮ ਹੋਊਗੀ ਤੇ ਪੰਜਾਬ ਤੋਂ ਕਦੀ ਯੂਨੀਵਰਸਿਟੀ ਖੋਈ ਜਾਊਗੀ। ਜਿਹਦੇ ਨਾਮ ਤੋਂ ਹੀ ਇਸ ਯੂਨੀਵਰਸਿਟੀ ਦਾ ਨਾਮ ਹੈ ਉਹ ਕਦੀ ਬਾਹਰ ਨਹੀਂ ਹੋਊਗਾ। ਮਤਲਬ ਲੋਕਾਂ ਨੇ ਚੀਜ਼ਾਂ ਚਲਾਈਆਂ ਹੋਈਆਂ ਨੇ, ਫੇਕ ਪ੍ਰੋਪੇਗੈਂਡਾ ਚਲਾਇਆ ਹੋਇਆ ਕਿ ਪੰਜਾਬ ਦੀ ਸ਼ਮੂਲੀਅਤ ਨਹੀਂ ਰਹੂਗੀ। ਕਿਉਂ ਨਹੀਂ ਰਹੂਗੀ? ਪੰਜਾਬ ਦੇ ਮੈਨੂੰ ਲੱਗਦਾ ਕਿ 1200-1300 ਕਾਲਜਿਸ ਨੇ ਜਿਹੜੇ ਐਫੀਲੀਏਟਡ ਨੇ ਪੰਜਾਬ ਯੂਨੀਵਰਸਿਟੀ ਦੇ ਅੰਦਰ। ਉਹ ਕਾਲਜ ਕੀ ਕਰਨਗੇ? ਹੋਰ ਵੀ ਸਟੇਟ ਯੂਨੀਵਰਸਿਟੀਜ਼ ਨੇ, ਸਾਡੇ ਸੈਂਟਰਲ ਯੂਨੀਵਰਸਿਟੀ ਵੀ ਹੈ, ਬਠਿੰਡੇ ਸਟੇਟ ਯੂਨੀਵਰਸਿਟੀ ਹੈ, ਅੰਮ੍ਰਿਤਸਰ GNDU ਔਰ ਪਟਿਆਲਾ ਯੂਨੀਵਰਸਿਟੀ ਹੈ, ਜੋ ਸਾਰਿਆਂ ਦਾ ਹੀ ਅਲੱਗ-ਅਲੱਗ ਦਾਇਰਾ ਹੈ। ਪੰਜਾਬ ਯੂਨੀਵਰਸਿਟੀ ਨੂੰ ਕਦੀ ਇੱਦਾਂ ਦੀ ਗੱਲ ਤੁਸੀਂ ਦੇਖਿਆ ਵੀ ਕਿਸੇ ਵੀ ਅਫੀਸ਼ੀਅਲ ਨੇ ਜਾਂ ਕਿਸੇ ਵੀ ਅਥਾਰਟੀ ਦੇ ਪਰਮਨੈਂਟ ਬੰਦੇ ਨੇ ਕਦੀ ਇਹ ਗੱਲ ਨਹੀਂ ਕੀਤੀ ਕਿ ਪੰਜਾਬ ਨਾਲੋਂ ਨਾਤਾ ਥੋੜਾ ਜਿਹਾ ਨਹੀਂ ਟੁੱਟਣ ਦੇਵਾਂਗੇ ਕਦੀ ਵੀ। ਪੰਜਾਬ ਦੇ ਨਾਲ ਹੈ, ਪੰਜਾਬ ਦੇ ਨਾਲ ਰਹੂਗੀ ਪੰਜਾਬ ਯੂਨੀਵਰਸਿਟੀ। ਤੁਹਾਡੇ ਇਸ ਵਾਰੀ 15 ਅਗਸਤ ਦਾ ਜਿਹੜਾ ਹੈਸ਼ਟੈਗ ਕਾਫੀ ਫੇਮਸ ਚੱਲ ਰਿਹਾ ਹੈ, ਵਨ ਗਾਂਵ ਵਨ ਤਿਰੰਗਾ, ਵਾਟ ਡਸ ਦੈਟ ਮੀਨ? ਨਹੀਂ ਜੀ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਦੋਂ ਪੂਰੇ ਦੇਸ਼ ਦੇ ਅੰਦਰ ਕੁਝ ABVP ਹਰ ਵਾਰੀ ਅਭਿਆਨ ਲੈਂਦੀ ਹੈ, ਕੋਈ ਨਾ ਇੱਕ ਅਭਿਆਨ ਲਿਆ ਕਿ ਹਰ ਪਿੰਡ ਦੇ ਅੰਦਰ ਇੱਕ ਤਿਰੰਗਾ ਜ਼ਰੂਰ ਹੋਵੇ, ਕਿ ਇੱਕ ਲੋਕਾਂ ਦੇ ਅੰਦਰ ਆਪਸੀ ਸਦਭਾਵਨਾ ਦੀ ਭਾਵਨਾ ਬਣੀ ਰਹੇ। ਜਿਹੜੇ ਲੋਕ ਪਰਵਿੰਦਰ ਭੁੱਖੇ ਮਰਦੇ ਆ, ਬਿਜਲੀ ਨਹੀਂ ਆਉਂਦੀ ਪਿੰਡਾਂ ਦੇ ਵਿੱਚ, ਝੋਨਾ ਲਾਉਣ ਤੋਂ ਵੀ ਕਈ ਬੈਠੇ ਨੇ, ਦਿਹਾੜੀਆਂ ਵਾਲੇ ਬੰਦੇ ਨਹੀਂ ਮਿਲਦੇ, ਕਮਾਈ ਨਹੀਂ ਹੈ,
ਦੇਖੋ ਕਿੰਨੇ ਤਰ੍ਹਾਂ ਦੇ ਟੈਕਸ ਆ, ਕਿਸਾਨ ਅੰਦੋਲਨ 'ਚ ਲੱਗ ਜਾਣਾ, ਉਹਨਾਂ ਨੂੰ ਤਿਰੰਗੇ ਦੇ ਨਾਲ ਉਹਨਾਂ ਦਾ ਕੰਮ ਕਰਨਾ, ਕਿਰਤ ਕਰਨਾ, ਵੰਡ ਛਕਣਾ ਹੀ ਉਹਨਾਂ ਦੀ ਦੇਸ਼ ਭਗਤੀ ਹੈ। ਸਾਡੀ ਗੱਲ ਬਿਲਕੁਲ ਠੀਕ ਹੈ, ਵੰਡ ਛਕਣਾ, ਕਿਰਤ ਕਰਨਾ ਉਹਨਾਂ ਦਾ ਕੰਮ ਹੈ। ਪਰ ਗੱਲ ਉਹਦੇ ਨਾਲ ਨਾਲ ਕਿਤੇ ਨਾ ਕਿਤੇ ਦੇਸ਼ ਦੀ ਵੀ ਤਾਂ ਗੱਲ ਹੈ, ਜਿਹੜੇ ਦੇਸ਼ ਦੇ ਅੰਦਰ ਰਹਿ ਰਹੇ, ਮੈਂ ਤੁਹਾਨੂੰ ਕਹਿ ਰਿਹਾ ਮੁੱਦੇ ਨੇ ਅੱਜ ਅਨਇੰਪਲੋਇਮੈਂਟ ਵੱਡਾ ਇਸ਼ੂ ਹੈ ਸਾਡੇ ਦੇਸ਼ ਦੇ ਅੰਦਰ, ਭੁੱਖਮਰੀ ਵੱਡਾ ਇਸ਼ੂ ਹੈ। ਸਰਕਾਰਾਂ ਲਗਾਤਾਰ ਇੱਥੇ ਕੰਮ ਕਰ ਰਹੀਆਂ ਨੇ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਅੱਜ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਇਸੇ ਚੀਜ਼ ਤੇ ਬੋਲੇ ਨੇ ਜ਼ਿਆਦਾ, ਸਿੱਧੀ ਗੱਲ ਕੀਤੀ ਹੈ ਉਹਨਾਂ ਨੇ ਕਿ ਦੇਸ਼ ਦੇ ਅੰਦਰ ਅੱਜ ਸਾਡਾ 65% ਜਿਹੜਾ ਯੂਥ ਹੈ, ਉਹ ਦੇਸ਼ ਦੇ ਅੰਦਰ 65% ਪੋਪੂਲੇਸ਼ਨ ਹੈ ਜਿਹੜੀ ਯੂਥ ਦੀ ਹੈ। ਯੂਥ ਨੂੰ ਕਿਵੇਂ ਸਭ ਤੋਂ ਵੱਡੀ ਤਾਕਤ ਹੈ ਆਪਣੀ, ਤਾਕਤ ਹੈ ਬਿਲਕੁਲ ਪੂਰੀ ਸਾਡੀ ਇੰਡੀਆ ਸਭ ਤੋਂ ਵੱਡਾ ਪਾਵਰਫੁਲ ਔਰ ਤਾਕਤ ਹੈ ਸਾਡੀ। ਉਸ ਯੂਥ ਨੂੰ ਕਿਵੇਂ ਇੱਕ ਸਿੱਧੀ ਲਾਈਨ ਤੇ ਲੈ ਕੇ ਜਾਣਾ, ਉਸ ਯੂਥ ਨੂੰ ਕਿਵੇਂ ਸਮੇਂ ਸਿਰ ਚੀਜ਼ਾਂ ਦਿਖਾਉਂਦੇ ਰਹਿਣਾ। ਮੈਂ ਮੰਨ ਰਿਹਾ ਤੁਹਾਡੀ ਗੱਲ, ਲਾਈਟ ਨਹੀਂ ਆਉਣਾ, ਹੁਣ ਪੰਜਾਬ ਸਰਕਾਰ ਦੀ ਨਲਾਇਕੀ ਹੈ, ਲਾਈਟ ਨਹੀਂ ਆਉਣਾ। ਕਿਵੇਂ ਝੋਨੇ ਦੇ ਅੰਦਰ ਮੈਂ ਆਪ ਇੱਕ ਮਤਲਬ ਕਿਸਾਨੀ ਪਰਿਵਾਰ ਦੇ ਅੰਦਰ ਆਇਆ ਤੇ ਔਰ ਮੈਨੂੰ ਮੈਂ ਪੰਜਾਬ ਯੂਨੀਵਰਸਿਟੀ ਆਉਣ ਤੋਂ ਪਹਿਲਾਂ ਹੀ 3-4 ਮਹੀਨੇ ਪਹਿਲਾਂ ਹੀ ਆਪਣੇ ਖੇਤਾਂ ਝੋਨਾ ਸੀ ਲਾ ਕੇ ਆਇਆ, ਪਰ ਸਾਨੂੰ ਪਤਾ ਕਿ ਕਿੰਨੇ ਅੰਦੋਲਨ ਲੋਕਾਂ ਨੇ ਲੜੇ ਲਾਈਟ ਦੇ ਪਿੱਛੇ। ਪਰ ਇਹ ਨਲਾਇਕੀਆਂ ਨੇ ਸਰਕਾਰਾਂ ਦੀਆਂ, ਪੰਜਾਬ ਸਰਕਾਰ ਦੀ ਨਲਾਇਕੀ ਹੈ ਇਸ ਕੰਮ 'ਚ। ਹਰ ਇੱਕ ਸਟੂਡੈਂਟ, ਬੱਚੇ ਯੰਗ ਤੁਹਾਡੀ ਉਮਰਾਂ ਵਰਗੇ ਜਾਂ ਹੋਰ ਯੂਨੀਵਰਸਿਟੀ ਦੇ, ਇੱਕ ਪਪੇਟ ਟਾਈਪ ਕਿਉਂ ਸੀਮ ਹੁੰਦੇ ਆ ਕਿ ਵੱਡੀਆਂ ਪਾਰਟੀਆਂ ਇਹਨਾਂ ਨੂੰ ਨਚਾ ਰਹੀਆਂ, ਇਹਨਾਂ ਤੋਂ ਸਭ ਕੁਝ ਕਰਾ ਰਹੀਆਂ, ਉਹੀ ਇਹਨਾਂ ਨੂੰ ਸਭ ਕੁਝ ਬਣਾ ਕੇ ਦਿੰਦੇ ਆ, ਟੂਲ ਕਿਟ ਰਾਈਟ, ਕਿ ਇਹਦੇ ਉੱਪਰ ਚੱਲਣਾ ਆ। ਇਹ ਮੈਂ ਇਕੱਲੀ ABVP ਨਾਲ ਗੱਲ ਨਹੀਂ ਕਰ ਰਹੀ, ਮੈਂ ਹਰ ਇੱਕ ਪਾਰਟੀ ਦਾ ਆਲ ਟੂਗੈਦਰ ਕਹਿ ਰਹੀ ਹਾਂ ਕਿ ਇੱਕ ਵੱਡੀਆਂ ਪਾਰਟੀਆਂ ਇਹਨਾਂ ਨੂੰ ਕਿਉਂ ਚਲਾ ਰਹੀਆਂ ਆ। ਇਹਨਾਂ ਦੀ ਤਾਂ ਆਪਣੀ ਸੋਚ ਆ, ਤੁਹਾਡੇ ਕੋਲ ਡਾਈਵਰਸਿਫਿਕੇਸ਼ਨ ਆ, ਮੋਰ ਇਨੋਵੇਟਿਵ ਆ ਆਪਾਂ ਉਮਰਾਂ ਦੇ ਹਿਸਾਬ ਦੇ ਨਾਲ। ਸੋ ਆਪਾਂ ਇੰਡੀਪੈਂਡੈਂਸ ਕਿਉਂ ਨਹੀਂ ਆ ਸਟੂਡੈਂਟ ਆਰਗੇਨਾਈਜੇਸ਼ਨਸ ਦੇ ਕੋਲ ਔਨ ਦਾ ਯੂਨੀਵਰਸਿਟੀ ਕੈਂਪਸ? ਮਤਲਬ ਉਹਦੇ 'ਚ ਇੱਕ ਬਹੁਤ ਵੱਡਾ ਕਾਰਨ ਹੈ ਕਿ ਕਿਤੇ ਨਾ ਕਿਤੇ ਤੁਹਾਨੂੰ ਆਪਣੀ ਗੱਲ ਰੱਖਣ ਲਈ, ਜੋ ਤੁਸੀਂ ਸੋਚਦੇ ਹੋ ਜਾਂ ਕੀ ਵਿਜ਼ਨ ਹੈ ਤੁਹਾਡੇ ਅੰਦਰ, ਕਿਤੇ ਨਾ ਕਿਤੇ ਤੁਹਾਨੂੰ ਇੱਕ ਪਲੇਟਫਾਰਮ ਦੀ ਲੋੜ ਪੈਂਦੀ ਹੈ। ਤੁਸੀਂ ਇੱਕ ਇੰਡੀਵਿਜੂਅਲ ਮਤਲਬ ਅੱਜ ਵੀ ਯੂਨੀਵਰਸਿਟੀ ਦੇ ਅੰਦਰ ਸੋਪੂ ਹੈ, VP ਹੋਰ ਵੀ ਕਈ ਇੱਦਾਂ ਦੇ ਸੰਗਠਨ ਹੈ ਜਿਹੜੇ ਬਿਲਕੁਲ ਵੀ ਕਿਸੇ ਪੋਲੀਟੀਕਲ ਪਾਰਟੀ ਨਾਲ ਬਿਲਕੁਲ ਇਨਫਲੂਐਂਸ ਨਹੀਂ ਹੈ, ਉਹਨਾਂ ਦੇ ਨਾਲ ਨਹੀਂ ਚੱਲਦੇ ਪੋਲੀਟੀਕਲ ਪਾਰਟੀਜ਼ ਦੇ ਨਾਲ। ਪਰ ਕਿਤੇ ਨਾ ਕਿਤੇ ਆਪਦੀ ਜਦੋਂ ਇਹ ਲੱਗਿਆ ਦੇਸ਼ ਦੇ ਅੰਦਰ, ਯੂਨੀਵਰਸਿਟੀ ਦੀ ਗੱਲ ਕਰ ਲਈਏ, 2010 ਤੋਂ ਬਾਅਦ ਇੱਕ ਪੋਲੀਟੀਕਲ ਪਾਰਟੀਆਂ ਦੀ ਹੋੜ ਲੱਗ ਜਾਂਦੀ ਹੈ ਪੰਜਾਬ ਯੂਨੀਵਰਸਿਟੀ ਦੇ ਅੰਦਰ। ਮਤਲਬ NSUI ਦਾ ਬੜਾ, ਰਾਹੁਲ ਗਾਂਧੀ ਦਾ ਪੰਜਾਬ ਯੂਨੀਵਰਸਿਟੀ ਦੇ ਅੰਦਰ ਆ ਜਾਣਾ, ਉਹਨਾਂ ਦੇ ਲੋਕਾਂ ਨੂੰ ਬਿਠਾ ਕੇ ਮੀਟਿੰਗ ਕਰਨਾ, ਫਿਰ ਉਹਦੇ 'ਚ ਸਾਰੀਆਂ ਗੱਲਾਂ, ਇਹਨਾਂ ਦਾ ਕੁਝ ਟੀਚਰਾਂ ਦਾ ਪੰਜਾਬ ਯੂਨੀਵਰਸਿਟੀ, ਚਲੋ ਨਾਮ ਤਾਂ ਕੀ ਲੈਣਾ ਹੈ, ਦੇ ਆਰ ਵੈਰੀ ਪ੍ਰੋਮੀਨੈਂਟ ਪ੍ਰੋਫੈਸਰਸ ਇਨ ਪੰਜਾਬ ਯੂਨੀਵਰਸਿਟੀ, ਉਹਨਾਂ ਨੂੰ ਦਿੱਲੀ ਜਾ ਕੇ ਮਿਲ ਕੇ ਆਉਣਾ, ਰਾਹੁਲ ਗਾਂਧੀ ਨੂੰ ਫੋਟੋ ਬਣੀ। ਮਤਲਬ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨਾਲ ਨਿਗਾਰ ਆਇਆ ਹੈ ਔਰ ਇਹਨਾਂ ਚੀਜ਼ਾਂ ਨੇ ਸਟੂਡੈਂਟ ਪੋਲਿਟਿਕਸ ਨੂੰ ਪਿੱਛੇ ਕੀਤਾ ਹੈ ਕਿ ਸਿੱਧਾ ਤੁਸੀਂ ਜਾ ਕੇ, ਮੇਰੀ ਲੜਾਈ ਹੈ ਕਿ ਮੈਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਪ੍ਰਧਾਨ ਬਣ ਗਿਆ, ਇੱਥੋਂ ਨਿਕਲ ਕੇ ਸਿੱਧਾ ਮੈਂ ਐਕਸਟ੍ਰੀਮ ਪੋਲਿਟਿਕਸ ਦੇ ਅੰਦਰ ਚਲੇ ਗਿਆ, ਮੇਨ ਸਟ੍ਰੀਮ ਪੋਲਿਟਿਕਸ ਦੇ ਅੰਦਰ ਚਲੇ ਗਿਆ, ਉੱਥੇ MLA ਬਣ ਗਿਆ, MP ਬਣ ਗਿਆ, ਆਪਣਾ ਕਰੀਅਰ ਬਣਾਉਣ ਦੇ ਲਈ, ਕਰੀਅਰ ਬਣਾਉਣ ਦੀ ਹੋੜ ਲੱਗ ਜਾਂਦੀ ਹੈ ਲੋਕਾਂ ਦੇ ਅੰਦਰ। ਪਰ ਇਹ ਇੱਥੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਕੱਲ੍ਹ ਹੀ ਇੱਕ ਬੜੇ ਮੇਰੇ ਅਜੀਜ਼ ਦੋਸਤ ਨੇ, ਉਹਨਾਂ ਨਾਲ ਇਸ ਵਿਸ਼ੇ ਤੇ ਗੱਲ ਹੋ ਰਹੀ, ਉਹ ਕਹਿੰਦੇ ਵੀ ਇਹ ਮੇਰੇ ਆਉਣ ਤੋਂ ਪਹਿਲਾਂ, ਉਦੋਂ ਮੈਂ ਯੂਨੀਵਰਸਿਟੀ ਐਂਟਰ ਨਹੀਂ ਸੀ ਕੀਤਾ, 2010 ਤੋਂ ਬਾਅਦ 11-12-13 ਵਾਲੀ ਜਿਹੜੀ ਇਲੈਕਸ਼ਨ ਹੈ, ਉਹ ਪੂਰੀ ਦੀ ਪੂਰੀ ਕਾਂਗਰਸ ਵੱਲੋਂ ਲੜਾਈ ਜਾਂਦੀ ਹੈ, ਬੜੇ ਧਮਾਕੇਦਾਰ ਤਰੀਕੇ ਨਾਲ ਲਾਂਚ ਕੀਤਾ ਜਾਂਦਾ ਹੈ NSUI ਨੂੰ ਪੰਜਾਬ ਯੂਨੀਵਰਸਿਟੀ ਦੇ ਅੰਦਰ, ਔਰ ਮਤਲਬ ਇਹੋ ਜਿਹਾ ਮਾਹੌਲ ਤਿਆਰ ਕਰ ਦਿੱਤਾ ਜਾਂਦਾ ਕਿ ਦੂਜਿਆਂ ਨੂੰ, ਫਿਰ ਉਸ ਤੋਂ ਬਾਅਦ SOI ਆ ਜਾਂਦੀ ਹੈ, ਸ਼੍ਰੋਮਣੀ ਅਕਾਲੀ ਦਲ ਦਾ ਸਟੂਡੈਂਟ ਵਿੰਗ ਹੈ, ਉਹ ਬੜੇ ਤਗੜੇ ਤਰੀਕੇ ਨਾਲ ਆਉਂਦਾ ਹੈ, ਉਹ ਜਿੱਤ ਕੇ ਜਾਂਦਾ ਹੈ ਪੰਜਾਬ ਯੂਨੀਵਰਸਿਟੀ ਦੇ ਅੰਦਰ। ਫਿਰ SFS ਆ ਜਾਂਦੀ ਹੈ, ਕਮਿਊਨਿਸਟਾਂ ਦੀ ਵੱਡੀ ਪਾਰਟੀ ਉੱਭਰ ਕੇ ਆਉਂਦੀ ਹੈ, ਅਲੱਗ-ਅਲੱਗ ਸੰਗਠਨਾਂ ਦੇ ਨਾਮਾਂ ਤੋਂ ਆਉਂਦੇ ਆ, ਉਹ ਬੜੇ ਉੱਭਰ ਕੇ ਆਉਂਦੇ ਆ, ਉਹ ਵੀ ਜਿੱਤਦੇ ਆ ਪੰਜਾਬ ਯੂਨੀਵਰਸਿਟੀ ਦੇ ਅੰਦਰ। ਮਤਲਬ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਅੱਜ ਉਹਨਾਂ ਲੋਕਾਂ ਨੂੰ ਆਪਣੀ ਗੱਲ ਰੱਖਣ ਲਈ ਇੱਕ ਸਮੇਂ ਸਿਰ ਤੇ ਪਲੇਟਫਾਰਮ ਮਿਲਿਆ ਕਿ ਆਪਣੀ ਗੱਲ ਕਿਵੇਂ ਅੱਗੇ ਤੱਕ ਪਹੁੰਚਾ ਸਕਣ। ਤੁਸੀਂ ਬੀਇੰਗ ਅ ਸਟੂਡੈਂਟ, ਮਤਲਬ ਵੱਡੀ ਪਾਰਟੀਆਂ ਦੇ ਸਾਥ ਤੋਂ ਬਿਨਾਂ ਆਪਾਂ ਨਹੀਂ ਚੱਲ ਸਕਦੇ ਯੂਨੀਵਰਸਿਟੀ ਪੋਲਿਟਿਕਸ। ਚੱਲਦੇ ਰਹੇ ਜਦੋਂ ਦਾ ਇਤਿਹਾਸ ਦੇਖ ਲਓ ਤੁਸੀਂ ਪੰਜਾਬ ਯੂਨੀਵਰਸਿਟੀ ਦਾ, 2010 ਤੱਕ ਚੱਲਦੇ ਰਹੇ ਨੇ ਲੋਕ, ਕਿਸੇ ਪਾਰਟੀ ਨਾਲ ਕੋਈ ਐਫੀਲੀਏਸ਼ਨ ਨਹੀਂ। ਇਹ ਮਸਲ ਪਾਵਰ, ਐਜ਼ ਅ ਮਸਲ ਪਾਵਰ ਤੁਹਾਨੂੰ ਯੂਜ਼ ਕਰਦੇ ਆ, ਮਤਲਬ ਯੂਨੀਵਰਸਿਟੀ ਦੇ ਬੱਚਿਆਂ ਨੂੰ, ਵੱਡੀਆਂ ਪਾਰਟੀ ਸਾਡੀਆਂ ਰੈਲੀਆਂ 'ਚ ਇਕੱਠ ਕਰੋ ਆ ਕੇ। ਮੈਨੂੰ ਨਹੀਂ ਲੱਗਦਾ ਮੈਂ ਐਜ਼ ਅ ABVPN ਮੈਂ ਕਦੀ ਵੀ ਕਿਸੇ BJP ਦੇ, ਕਦੀ ਕਿਸੇ ਹੋਰ ਆਰਗੇਨਾਈਜੇਸ਼ਨ ਦੇ ਕਿਸੇ ਦੇ ਫੰਕਸ਼ਨ 'ਚ ਗਿਆ, ਸਾਨੂੰ ਬੁਲਾਇਆ ਗਿਆ, ਕਦੀ ਨਹੀਂ ਬੁਲਾਇਆ ਜਾਂਦਾ। ਕਿਉਂ ਬੁਲਾਉਣਾ? ਸਾਡਾ ਆਪਣਾ ਕੰਮ ਹੈ, ਸਾਡਾ ਆਪਣਾ ਰੋਲ ਹੈ, ਅਸੀਂ ਆਪਣੇ ਰੋਲ ਤੇ ਕੰਮ ਕਰਾਂਗੇ ਨਾ। ਸਾਡੇ ਤਾਕਤ ਹੋਊਗੀ, ਜੇ ਮੇਰੇ 'ਚ ਕਾਬਲੀਅਤ ਹੋਊਗੀ ਤਾਂ ਮੈਨੂੰ ਆਰਗੇਨਾਈਜੇਸ਼ਨ ਆਪੇ ਉੱਪਰ ਲੈ ਜੂਗੀ, ਮੈਨੂੰ ਲੱਗੂਗਾ ਕਿ ਇਹਨੂੰ BJP 'ਚ ਕੰਮ ਕਰਾਉਣਾ, BJP 'ਚ ਲੈ ਜਾਣਗੇ, ਕੋਈ ਦਿੱਕਤ ਨਹੀਂ ਹੈ। ਹੁਣ ਹਰ ਵੇਲੇ NSUI ਹੈ, SOI ਹੈ ਜਾਂ SFS, ਹਰ ਵੇਲੇ ਮਤਲਬ ਉਹਨਾਂ ਨਾਲ ਜੁੜ ਕੇ ਧਰਨੇ ਪ੍ਰਦਰਸ਼ਨ ਕਰਨਾ, ਉਹਨਾਂ ਦੇ ਅੱਗੇ ਨਾਲ ਲੱਗ ਕੇ। ਅਸੀਂ ਕਦੀ ਵੀ ABVP ਦਾ ਕੋਈ ਵੀ ਬੰਦਾ, ਕਦੀ ਤੁਸੀਂ ਦਿਖਾ ਦਿਓ ਮੈਨੂੰ ਕਿ BJP ਦੇ ਕਿਸੇ ਪ੍ਰੋਟੈਸਟ 'ਚ ਗਿਆ, ਕਿਸੇ ਰੈਲੀ 'ਚ ਗਿਆ, ਕਦੀ ਤੱਕ ਬਣ ਕੇ ਵਰਤਿਆ, ਕਦੀ ਨਹੀਂ ਵਰਤਿਆ।
ਲੋੜ ਹੀ ਨਹੀਂ ਹੈ ਨਾ। ਜੇ ਤੋਂ ਸਿੱਖ ਕੇ ਜੋ ਜਾਓਗੇ ਤੁਸੀਂ ਅੱਗੇ ਉਹੀ ਪ੍ਰੀਟੈਂਡ ਕਰੋਗੇ, ਉਹੀ ਲੋਕਾਂ ਨੂੰ ਸਿਖਾਓਗੇ ਜੋ ਤੁਸੀਂ ਪਿੱਛੇ ਸਿੱਖਿਆ। ਸੋ ਇਸ ਹਿਸਾਬ ਦੇ ਨਾਲ ਆਪਾਂ ਉਮੀਦ ਰੱਖਦੇ ਹਾਂ ਵੀ ਵੈਸੇ ਜ਼ਿਆਦਾ ਪੋਲੀਟੀਕਲ ਪਾਰਟੀਆਂ ਇੰਡੀਪੈਂਡੈਂਟ ਤੌਰ ਤੇ ਸਟੂਡੈਂਟਸ ਦੀਆਂ ਐਮਰਜ ਹੋਣੀਆਂ ਚਾਹੀਦੀਆਂ ਯੂਨੀਵਰਸਿਟੀ ਦੇ ਵਿੱਚੋਂ। ਨਹੀਂ ਮਤਲਬ ਜਿਹੜੀਆਂ ਇੰਡੀਪੈਂਡੈਂਟ ਪਾਰਟੀਆਂ ਨੇ ਨਾ ਜ਼ਰੂਰੀ ਨਹੀਂ ਰਹਿਣੀਆਂ, ਸਮੇਂ ਸਿਰ ਕਿਉਂ ਨਹੀਂ ਬਣਦੀਆਂ ਇੰਨੀਆਂ ਜ਼ਿਆਦਾ? ਬੱਚਿਆਂ ਦੇ ਇੰਨੇ ਅਲੱਗ-ਅਲੱਗ ਕਿ ਬੱਚਿਆਂ ਨੂੰ ਇੰਟਰਸਟ ਨਹੀਂ ਰਿਹਾ ਪੋਲਿਟਿਕਸ ਦੇ ਵਿੱਚ। ਨਹੀਂ ਹੈ, ਕਿਉਂ ਨਹੀਂ ਹੈ, ਇੰਟਰਸਟ ਹੈ ਤਾਂ ਅੱਜ ਦੇਖ ਲਓ। ਤੇ ਹਰ ਇੱਕ ਬੱਚਾ ਆਪਣੀ ਪਾਰਟੀ ਕਿਉਂ ਨਹੀਂ ਬਣਾ ਕੇ ਐਮਰਜ ਹੁੰਦਾ? ਬਿਲੋ ਬੜੇ ਲੋਕ ਹੋਏ ਐਮਰਜ, ਆਪਣੀਆਂ ਪਾਰਟੀਆਂ ਬਣਾਈਆਂ, ਬੜੇ ਲੋਕ ਹੈ, ਮਤਲਬ ਉਹ NSO ਹੈ ਹੋਰ ਵੀ ਆਰਗੇਨਾਈਜੇਸ਼ਨਸ ਮੇਰੇ ਆਉਣ ਤੋਂ ਪਹਿਲਾਂ ਚੱਲੀਆਂ, ਉਹ ਮਰਜ ਹੋ ਗਈਆਂ ਉਸ ਤੋਂ ਬਾਅਦ। ਬਹੁਤ ਲੋਕ ਨੇ ਇਦਾਂ ਦੇ। ਔਰ ਵੱਡੀ ਗੱਲ ਇਹ ਹੈ ਕਿ ਅੱਜ 64 MPs ਨੇ ਜਿਹੜੇ ਬਿਲੋ 40 ਨੇ। ਬਿਲਕੁਲ ਉਹ ਅੱਜ ਸਾਡੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਬੈਠਦੇ ਨੇ। ਤਾਂ ਕਿੰਨੇ ਮਤਲਬ ਤੁਸੀਂ ਯੂਥ ਦੇ ਅੰਦਰੋਂ ਕਿੰਨੇ ਲੋਕ ਨਿਕਲੇ ਹੋਏ, ਅਲੱਗ-ਅਲੱਗ ਆਰਗੇਨਾਈਜੇਸ਼ਨ ਤੋਂ ਨਿਕਲੇ ਹੋਏ। NSUI ਨੇ ਕਿੰਨੇ ਵੱਡੇ ਲੀਡਰ ਦਿੱਤੇ ਪੰਜਾਬ ਨੂੰ, ਕਿੰਨੇ ਵੱਡੇ ਲੀਡਰ ਦਿੱਤੇ ਦੇਸ਼ ਨੂੰ। ABVP ਨੇ ਮੈਨੂੰ ਲੱਗਦਾ ਕਿ ਪੂਰੀ ਦੀ ਪੂਰੀ ਇੱਕ ਲਾਈਨ ਹੈ ABVP ਦੀ BJP ਦੇ ਅੰਦਰ ਜਿਹੜੀ ਕੰਮ ਕਰਦੀ ਹੈ। ਖੁਸ਼ੀ ਹੁੰਦੀ ਹੈ ਕਿਤੇ ਨਾ ਕਿਤੇ ਤੁਹਾਨੂੰ ਇੱਕ ਜਿਹੜੀ ਆਪਣੀ ਜਿਹੜੀ ਪਾਰਟੀ ਜਾਂ ਜਿਹੜੀ ਆਰਗੇਨਾਈਜੇਸ਼ਨ ਤੁਸੀਂ ਕੰਮ ਕੀਤਾ ਉਹਦੀ ਖੁਸ਼ੀ, ਜਦੋਂ ਉਹਦੇ ਲੋਕ ਅੱਗੇ ਵਧਦੇ ਨੇ ਤਾਂ ਤੁਹਾਨੂੰ ਖੁਸ਼ੀ ਹੁੰਦੀ ਹੈ। ਤਾਂ ਉਹ ਖੁਸ਼ੀ ਹੈ। ਔਰ ਠੀਕ ਹੈ, ਸਮੇਂ ਸਿਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਨਾਲ ਆਰਗੇਨਾਈਜੇਸ਼ਨਸ ਐਫੀਲੀਏਟਡ ਨਹੀਂ ਨੇ ਪੰਜਾਬ ਯੂਨੀਵਰਸਿਟੀ ਦੇ ਅੰਦਰ, ਉਹ ਵੀ ਆਪਣਾ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ, ਆਪਣੀਆਂ ਮੰਗਾਂ ਮਨਵਾ ਰਹੇ ਨੇ ਪੰਜਾਬ ਯੂਨੀਵਰਸਿਟੀ। ABVP ਦੀ ਸ਼ੁਰੂਆਤ ਆਈ ਥਿੰਕ ਚੰਡੀਗੜ੍ਹ ਤੋਂ ਹੀ ਹੋਈ ਸੀ, DAV ਕਾਲਜ ਤੋਂ। DAV ਕਾਲਜ ਚ ਰਹੇ ਆ ਪੜਾਉਂਦੇ ਹੋਏ, ਮੈਨੂੰ ਲੱਗਦਾ ਬਲਰਾਜ ਮਾਧੂ ਹਾਂਜੀ ਬਿਲਕੁਲ ਪੜਾਉਂਦੇ ਟੀਚਰ ਰਹੇ ਇੱਥੇ, ਹੈ ਨਾ। ਐਂਡ ਉਹਨਾਂ ਨੇ ਆਈ ਥਿੰਕ ਇੱਥੋਂ ਹੀ ਸ਼ੁਰੂਆਤ ਜੀ ਕਰ ਦਿੱਤੀ ਸੀਗੀ ਬਿਲਡ ਅਪ ਕਰਨਾ, ਥੋੜਾ ਲੋਕਾਂ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਸੀ। ਔਰ ਉਸ ਤੋਂ ਬਾਅਦ ਮਤਲਬ ਸਹੀ ਹੈ ਜਿਹੜੀ ਉਹ 9 ਜੁਲਾਈ ਨੂੰ ਹੀ 1949 ਨੂੰ ਹੀ ਮਤਲਬ ਇਹ 48 ਤੋਂ ਕੰਮ ਚੱਲ ਪਿਆ ਸੀ। ਅੱਛਾ ਜੀ। 1948 ਤੋਂ ਇਹ ਕੰਮ ਹੌਲੀ ਸਟੂਡੈਂਟ ਨੂੰ ਜੋੜਨਾ, ਉਹਨਾਂ ਨੂੰ ਇੱਕ ਵਿਚਾਰ ਨਾਲ ਜੋੜ ਕੇ ਰੱਖਣਾ, ਗੱਲ ਉਹਨਾਂ ਤੱਕ ਲੈ ਕੇ ਜਾਣੀ, ਮਤਲਬ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਰਹੀਆਂ। ਗਿਆਨਸ਼ੀਲ ਏਕਤਾ ਸਾਡਾ ਨਾਰਾ ਰਿਹਾ ਹੈ ਸ਼ੁਰੂ ਤੋਂ। ਇਸੇ ਯੂਨਿਟੀ ਨੂੰ ਵਧਾਉਣ ਦੇ ਲਈ ਯੂਨੀਵਰਸਿਟੀ 'ਚ ਤੁਸੀਂ ਤਿਰੰਗਾ ਯਾਤਰਾ ਕੀਤੀ ਸੀ। ਨਹੀਂ ਵੇਖੋ ਹੈ ਹੀ ਹੈ ਜੀ, ਸਮੇਂ ਤੇ ਅਸੀਂ ਕੰਮ ਕਰਦੇ ਰਹਿੰਦੇ ਹਾਂ। ਵੇਖੋ ਪੰਜਾਬ ਪਰਵਿੰਦਰ ਮੇਰਾ ਇਸ ਮੈਂ ਆਈ ਰਿਸਪੈਕਟ ਤਿਰੰਗਾ, ਆਈ ਐਮ ਇੰਡੀਅਨ, ਠੀਕ ਹੈ, ਪਰ I don't have to prove to anyone ਕਿ ਮੇਰਾ ਕਿੰਨਾ ਦੇਸ਼ ਨਾਲ ਪਿਆਰ ਹੈ। ਮੈਂ ਆਪਣੇ ਦੇਸ਼ ਲਈ ਸੱਚੀ ਹਾਂ, ਸਹੀ ਕਰਮ ਕਰ ਰਹੀ ਹਾਂ, ਤਾਂ ਮੈਨੂੰ ਲੱਗਦਾ ਇਹੀ ਮੇਰਾ ਇੱਕ ਦਿਖਾਵਾ। ਦੇਖੋ ਮੈਂ ਰੋਟੀ ਵੀ ਕਮਾਉਣੀ ਆ, ਪਰਿਵਾਰ ਨੇ ਖਾਣਾ ਆ, ਪਰਿਵਾਰ ਨੂੰ ਪਾਲਣਾ ਆ। ਹੋ ਸਕਦਾ ਮੇਰੇ ਵਰਗੀ ਕੋਈ ਇੰਨਾ ਟਾਈਮ ਨਾ ਹੋਵੇ, ਇੱਦਾਂ ਦੇ ਬਹੁਤ ਲੋਕ ਆ ਜਿਨ੍ਹਾਂ ਕੋਲ ਟਾਈਮ ਨਾ ਹੋਵੇ ਤਿਰੰਗੇ ਫੜ ਕੇ ਯਾਤਰਾ ਕਰਨ ਦਾ। ਸੋ ਇੰਸਟੈਡ ਆਫ ਕਿ ਫੀਸਾਂ ਦੇ ਵਾਧੇ ਨੂੰ ਰੋਕਿਆ ਜਾਵੇ, ਇੰਸਟੈਡ ਆਫ ਕਿ ਯੂਨੀਵਰਸਿਟੀ ਨੂੰ ਖਿਲਾਇਆ ਜਾਵੇ, ਸਭ ਤੋਂ ਵੱਡੀ ਇਸ ਟਾਈਮ ਦੀ ਇੰਪੋਰਟੈਂਟ ਗੱਲ ਹੈ ਨਾ, ਵੈਕਸੀਨੇਸ਼ਨ ਨੂੰ ਪੂਰਾ ਕਰਕੇ ਯੂਨੀਵਰਸਿਟੀ ਨੂੰ ਉਹ ਆਫਲਾਈਨ ਕੀਤਾ ਜਾਵੇ। ਇਹਨਾਂ ਚੀਜ਼ਾਂ ਤੇ ਫੋਕਸ ਕਰਨ ਦੀ ਬਜਾਏ ਆਪਾਂ ਇਸ ਚੀਜ਼ਾਂ ਵੱਲ ਨੂੰ, ਇਹ ਮੈਨੂੰ ਇਦਾਂ ਲੱਗ ਰਿਹਾ ਕਿ ਪਿਛਲੇ ਕੁਝ ਸਾਲਾਂ ਤੋਂ, ਅਰਾਊਂਡ 7-8-10 ਸਾਲਾਂ ਤੋਂ ਇਹ ਥੋੜਾ ਜ਼ਿਆਦਾ ਵੱਧ ਗਿਆ। ਇਹ ਮੈਂ ਦੇਖਿਆ ਹੋਇਆ ਹੈ। ਤੁਹਾਡਾ ਇਸ ਤੇ ਕੀ ਵਿਚਾਰ ਹੈ? ਨਹੀਂ, ਪਹਿਲੀ ਗੱਲ ਤਾਂ ਹੈ ਕਿ ਯੂਨੀਵਰਸਿਟੀ ਦੇ ਅੰਦਰ ਤਿਰੰਗਾ ਯਾਤਰਾ ਉਦੋਂ ਹੀ ਹੋਈ ਜਦੋਂ ਫੁੱਲ ਫਲੈਜ ਯੂਨੀਵਰਸਿਟੀ ਖੁੱਲੀ ਸੀ। 2019 ਦੇ ਇਲੈਕਸ਼ਨ ਤੋਂ 1 ਜਾਂ 2 ਤਰੀਕ ਦੀ ਗੱਲ ਹੈ, ਅਸੀਂ ਤਿਰੰਗਾ ਯਾਤਰਾ ਕੀਤੀ, ਜਿਹਦੇ ਅੰਦਰ ਮਨੋਜ ਤਿਵਾੜੀ ਜੀ ਆਏ, ਉਹਨਾਂ ਨੇ ਆਪਣਾ ਭਾਸ਼ਣ ਦਿੱਤਾ, ਮਨਿੰਦਰ ਬਿੱਟਾ ਜੀ ਆਏ, ਮਤਲਬ ਗੱਲ ਇਹ ਕਿ ਯੂਨੀਵਰਸਿਟੀ ਦੇ ਅੰਦਰ ਇਹ ਇਸ਼ੂ ਸਮੇਂ ਤੇ ਚੱਲਦੇ ਰਹਿੰਦੇ ਨੇ। ਕਦੀ ਵੀ ਤੁਸੀਂ ਪਿਛਲੇ 1 ਸਾਲ ਦੀਆਂ ਜਾਂ 1.5 ਸਾਲ ਦੀਆਂ, 2 ਸਾਲ ਦੀਆਂ, 3 ਸਾਲ ਦੀਆਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਗਤੀਵਿਧੀਆਂ ਕੱਢ ਲਓਗੇ ਨਾ, ਜਿੰਨੀਆਂ ਵੀ ਗਤੀਵਿਧੀਆਂ ਹੋਈਆਂ ਪੰਜਾਬ ਯੂਨੀਵਰਸਿਟੀ ਦੇ ਅੰਦਰ, ਜੋ ਕੰਮ ਹੋਏ ਉਹਦੇ ਅੰਦਰ ਜੇ ਸਭ ਤੋਂ ਵੱਧ ਸ਼ਮੂਲੀਅਤ ਰਹੀ ਹੈ ਨਾ, ਜਿਹਦੇ ਅੰਦਰ ਪਾਰਟਿਸਪੇਟ ਰਿਹਾ, ਸਾਡਾ ਪਾਰਟਿਸਪੇਟ ਕੀਤਾ, ਤਾਂ ABVP ਦੇ ਸਟੂਡੈਂਟਸ ਨੇ ਹੀ ਕੀਤਾ ਹੈ। ਅੱਛਾ ਜੀ। ਔਰ ਤੁਸੀਂ ਦੇਖੋ ਕਿ ਕਿੰਨੇ ਵੱਡੇ ਇਸ਼ੂ ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ ਆ, ਗਰਲਜ਼ ਹੌਸਟਲ 24/7 ਕਰ ਦਿੱਤੇ ਜਾਂਦੇ ਨੇ ਪੰਜਾਬ ਯੂਨੀਵਰਸਿਟੀ ਦੇ ਅੰਦਰ। ਪਰ ਇਹ ਕ੍ਰੈਡਿਟ ਤਾਂ ਹੋਰ ਵੀ ਬਹੁਤ ਪਾਰਟੀਆਂ ਲੈ ਰਹੇ ਆ। ਕਨੂ ਪ੍ਰਿਆ ਦੀ SFS ਪਾਰਟੀ ਨੇ, ਉਹਨਾਂ ਨੇ ਧਰਨੇ ਲਾਏ ਸੀਗੇ ਬਹੁਤ, ਕੀਤਾ ਉਹਨਾਂ ਨੇ। ਉਹਦੇ ਨਾਲ ਮੈਂ ਜੋੜ ਕੇ ਗੱਲ ਕਰ ਰਿਹਾ 24/7 ਜਿਵੇਂ ਗਰਲਜ਼ ਹੌਸਟਲ ਕਰ ਦਿੱਤਾ ਜਾਂਦਾ ਤੇ ਉਹਦੇ ਨਾਲ ਲਾਇਬ੍ਰੇਰੀ ਕਿਉਂ ਨਹੀਂ 24/7 ਕੀਤੀ ਜਾਂਦੀ? ਉਹਦੇ ਲਈ ABVP ਨੇ ਵੱਡਾ ਅੰਦੋਲਨ ਲੜਿਆ ਪੰਜਾਬ ਯੂਨੀਵਰਸਿਟੀ ਦੇ ਅੰਦਰ। ਫਸਟ ਫਲੋਰ ਹੈ, ਸੈਕੰਡ ਫਲੋਰ ਹੈ, ਥਰਡ ਫਲੋਰ ਹੈ, ਤਿੰਨੇ ਫਲੋਰ ਖਲਵਾਏ ਨਾ ਸਟੂਡੈਂਟਸ ਨੇ। ਸਮੇਂ ਤੇ ABVP ਨੂੰ ਵੀ ਧਰਨੇ ਕਰਨੇ ਪੈਂਦੇ ਆ ਵੈਸੇ, ਕਿਉਂਕਿ ਨੈਚੁਰਲ ਗੱਲ ਹੈ। ਤੁਹਾਡਾ ਤਾਂ ਸੰਘ ਦਾ ਰੂਲ ਚੱਲ ਰਿਹਾ ਜੀ, ਤੁਸੀਂ ਤਾਂ ਜੋ ਚਾਹੋ ਯੂਨੀਵਰਸਿਟੀ ਨੂੰ ਬਹੁਤ ਅੱਛੀ 5 ਸਟਾਰ ਇਮੇਜ, 7 ਸਟਾਰ ਇਮੇਜ ਦੇ ਸਕਦੇ ਆ। ਮੈਨੂੰ ਲੱਗਦਾ ਹੈ ਕਿ ਇੱਕ ਔਨ ਕੈਮਰਾ ਇਹ ਗੱਲਾਂ ਕਹਿਣੀਆਂ ਸੌਖੀਆਂ ਲੱਗਦੀਆਂ ਨੇ, ਇਹਦੇ ਪਿੱਛੇ ਜਾ ਕੇ ਗੱਲਾਂ ਉਨੀਆਂ ਹੀ ਕਰਨੀਆਂ ਔਖੀਆਂ ਨੇ, ਔਰ ਉਨੀਆਂ ਹੀ ਮੰਗਾਂ। ਜਦੋਂ I have been to university, I talk to students, ਤਾਂ ਮੈਨੂੰ ਇਹ ਗੱਲਾਂ, ਮੈਂ ਉਹਨਾਂ ਦੇ ਸਵਾਲ ਪੁੱਛ ਰਹੀ ਹਾਂ ਬੇਸਿਕਲੀ। ਵੇਖੋ ਸਟੂਡੈਂਟਸ ਤਾਂ ਕਹਿਣਗੇ ਕਿ ਪੰਜਾਬ ਯੂਨੀਵਰਸਿਟੀ ਦੇ ਅੰਦਰ ABVP ਦਾ ਰੂਲ ਹੈ, ABVP ਦੇ ਬੰਦੇ ਹੈ, ਆ ਹੋ ਰਿਹਾ। ਮਤਲਬ ਤੁਸੀਂ ਉਹਦੇ ਵਿੱਚ ਉਹ ਚੀਜ਼ਾਂ ਸਾਰੀਆਂ ਕਵਰ ਕਰ ਜਾਂਦੇ ਨੇ ਇਸ ਗੱਲ ਪਿੱਛੇ ਕਿ ਜਿੰਨੇ ਸੰਘਰਸ਼ ਲੜੇ ਉਹ ਸਾਰੇ ਕਵਰ ਹੋ ਗਏ ਕਿ ABVP ਦਾ ਵਾਈਸ ਚਾਂਸਲਰ ਹੈ, ABVP ਦੀ ਅਥਾਰਟੀ ਹੈ, ABVP ਜਿਵੇਂ ਕਿ ਤੁਹਾਨੂੰ ਡਿਮੀਨ ਕਰ ਰਹੇ ਆ, ਤੁਹਾਡਾ ਕਹਿਣ ਦਾ ਮਤਲਬ? ਬਿਲਕੁਲ, ਉਹ ਸਾਨੂੰ ਮਤਲਬ ਇਹਨਾਂ ਚੀਜ਼ਾਂ ਦੇ ਪਿੱਛੇ ਧੱਕ ਦਿੰਦੇ ਨੇ। ਉਹਨਾਂ ਨੂੰ ਬੜੀ ਸੌਖੀ ਇਹ ਗੱਲ ਕਹਿਣੀ ਹੈ,
ਸਟੂਡੈਂਟਸ ਦੇ ਅੰਦਰ ਇਹ ਬੜਾ ਪਰ ਜਿਹੜਾ ਸਹੀ ਸਟੂਡੈਂਟ ਪੰਜਾਬ ਯੂਨੀਵਰਸਿਟੀ ਦੇ ਅੰਦਰ ਪੜ੍ਹ ਰਿਹਾ ਮੈਨੂੰ ਲੱਗਦਾ ਹੈ ਕਿ ਉਹ ਅਸਲੀਅਤ ਤੋਂ ਜਾਣੂ ਹੈ ਬੜੀ ਚੰਗੀ ਤਰ੍ਹਾਂ ਔਰ ਅਸਲੀਅਤ ਤੋਂ ਜਾਣੂ ਹੋਣ ਦੇ ਨਾਲ ਉਹਨਾਂ ਨੂੰ ਪਤਾ ਹੈ ਕਿ ABVP ਕਿਵੇਂ ਕੰਮ ਕਰਦੀ ਹੈ ਲੋਕਾਂ ਦੇ ਅੰਦਰ ਕਦੀ ਝੂਠ ਫਰੇਬ ਨਹੀਂ ਕਰਦੀ ਜੋ ਮੈਨੀਫੈਸਟੋ ਦੇ ਅੰਦਰ 2019 ਦੇ ਇਲੈਕਸ਼ਨ ਦੇ ਅੰਦਰ ਅਸੀਂ ਲਿਖਿਆ ਉਹ ਪੂਰਾ ਕੀਤਾ ਪੰਜਾਬ ਯੂਨੀਵਰਸਿਟੀ ਦੇ ਅੰਦਰ ਅਸੀਂ ਪ੍ਰਧਾਨ ਨਹੀਂ ਬਣੇ ਉਹ ਅਲੱਗ ਵਿਸ਼ੇ ਹੈ ਠੀਕ ਹੈ ਸਟੂਡੈਂਟ ਨੇ ਸਾਨੂੰ ਮੈਂਡੇਟ 23-2400 ਵੋਟ ਦਿੱਤੀ ਹੈ ਅਸੀਂ ਦੂਜੇ ਨੰਬਰ ਤੇ ਰਹੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਪਰ ਸਟੂਡੈਂਟ ਅੰਦਰ ਰਹਿ ਕੇ ਕੰਮ ਕਰਨਾ ਉਹਨਾਂ ਦੀਆਂ ਮੰਗਾਂ ਮਨਵਾਉਣੀਆਂ ਉਹਨਾਂ ਨੇ ਸਟਰਗਲ ਕਰਨਾ ਇਹ ਇੱਕ ABVP ਦਾ ਹਿੱਸਾ ਹੈ ਮਤਲਬ ਇਹ ਲੋਕ ਤਾਂ ਇਦਾਂ ਕਰਦੇ ਰਹਿਣਗੇ ਇਹਨਾਂ ਨੂੰ ਕੀ ਹੈ ਇਹ ਤਾਂ ਕੱਲ ਹੋਰ ਵੀ ਕੁਝ ਕਹਿ ਦੇਣਗੇ ਅਸੀਂ ਥੋੜੀ ਮੰਨਾਂਗੇ ABVP ਤੇ ਵਾਇਲੈਂਸ ਦਾ ਨਾਤਾ ਮਤਲਬ ਇੱਕ ਨਾਮ ਜੋੜੀ ਜਾਂਦਾ ਹੈ ਜਿੱਥੇ ABVP ਆਂਦੀ ਹੈ ਖਬਰਾਂ ਦੇ ਵਿੱਚ ਤਾਂ ਉੱਥੇ ਨਾਲ ਵਾਇਲੈਂਸ ਜ਼ਰੂਰ ਆਂਦਾ ਲਿਖਿਆ ਹੋਇਆ ਚਾਹੇ JNU ਹੋ ਗਿਆ ਨਹੀਂ ਮੈਨੂੰ ਲੱਗਦਾ ਕਿ ਕੁਝ ਚੀਜ਼ਾਂ ਜੋੜ ਦਿੱਤੀਆਂ ਜਾਂਦੀਆਂ ਨੇ ਮਤਲਬ ਕੁਝ ਚੀਜ਼ਾਂ ਜੁੜਦੀਆਂ ਨਹੀਂ ਉਹਨਾਂ ਨੂੰ ਜੋੜ ਦਿੱਤਾ ਜਾਂਦਾ ਹੈ ਉਹਦੇ ਪਰਸਪੈਕਟਿਵ 'ਚ ਕੁਝ ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ ਨੂੰ ਹਮੇਸ਼ਾ ਪਿੱਛੇ ਰੱਖ ਦਿੱਤਾ ਜਾਂਦਾ ਹੈ ਪਰ ਯੂਨੀਵਰਸਿਟੀ 'ਚ ਮੈਂ ਸੁਣਿਆ ਲੈਕਚਰਸ ਇੰਟਰਪਟ ਕਰਨੇ ਕੋਈ ਬਾਹਰ ਦੇ ਸਪੀਕਰਸ ਆਇਆ ਗੈਸਟ ਲੈਕਚਰ ਦੇਣ ਦੇ ਲਈ ਆਇਆ ਉਹਨਾਂ ਨੂੰ ਰੋਕਣਾ ਤੁਸੀਂ ਦੱਸੋ ਗੁਰਨਾਮ ਚੜੂਨੀ ਦਾ ਪੰਜਾਬ ਯੂਨੀਵਰਸਿਟੀ ਦੇ ਅੰਦਰ ਕੀ ਕੰਮ ਹੈ ਜੇ ਮਨੀਸ਼ ਤਿਵਾੜੀ ਜੀ ਆ ਸਕਦੇ ਆ ਤਾਂ ਵੀ ਆ ਸਕਦੇ ਆ ਮੈਂ ਮਨੀਸ਼ ਤਿਵਾੜੀ ਮੇਰੀ ਗੱਲ ਸੁਣੋ ਇੱਕ ਅਸੀਂ ਉਹਨਾਂ ਨੂੰ ਐਜ਼ ਅ ਪੋਲੀਟੀਕਲ ਲੀਡਰ ਨਹੀਂ ਲੈ ਕੇ ਆਏ ਉਹਨਾਂ ਨੂੰ ਐਜ਼ ਅ ਪੋਇਟ ਲੈ ਕੇ ਆਏ ਉਹਨਾਂ ਨੂੰ ਕਦੀ ਐ ਨਹੀਂ ਲੈ ਕੇ ਕਿ BJP ਦੇ ਪੋਲੀਟੀਕਲ ਲੀਡਰ ਨੇ ਜਾਂ ਉੱਥੋਂ ਆਪਣਾ ਪ੍ਰਦੇਸ਼ ਦੇ ਦਿੱਲੀ ਪ੍ਰਦੇਸ਼ ਦੇ ਜਦੋਂ ਅਧਿਕਸ਼ ਵੀ ਸੀਗੇ ਪ੍ਰਧਾਨ ਵੀ ਸੀ ਉਸ ਤਰ੍ਹਾਂ ਨਹੀਂ ਲੈ ਕੇ ਆਏ ਨਾ ਹੀ ਕੋਈ ਉਹਨਾਂ ਨੇ ਇਦਾਂ ਦੀ ਗੱਲ ਕੀਤੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਆ ਕੇ ਕਿ ਜਿਹਦੇ ਨਾਲ ਸਟੂਡੈਂਟਸ ਦੇ ਅੰਦਰ ਕੋਈ ਗਲਤ ਭਾਵਨਾ ਚਲੀ ਜਾਵੇ ਹੁਣ ਗੁਰਨਾਮ ਚੜੂਨੀ ਵਰਗੇ ਆ ਕੇ ਬੰਦੇ ਸ਼ਰੇਆਮ ਧਮਕੀਆਂ ਦਿੰਦੇ ਨੇ ਕੈਂਪਸ ਦੇ ਅੰਦਰ ਆ ਕੇ ਤੁਸੀਂ ਦੇਖੋ ਕਿ ਕਿੰਨਾ ਸਾਡਾ ਕੈਂਪਸ ਇੱਕ ਚੰਗਾ ਕੈਂਪਸ ਹੈ ਲਿਬਰਲ ਕੈਂਪਸ ਹੈ ਜਿਹਦੇ ਅੰਦਰ ਆ ਕੇ ਕੋਈ ਵੀ ਬੰਦਾ ਆ ਕੇ ਆਪਣੀ ਗੱਲ ਰੱਖੇ ਕਦੀ ਉਹਨੂੰ ABVP ਨੇ ਇੰਟਰਪਟ ਨਹੀਂ ਕੀਤਾ ਉਹਨਾਂ ਦੀ ਗੱਲ ਠੀਕ ਹੈ ਗੱਲ ਅਗਲੇ ਦਿਨ ਸਟੇਟਮੈਂਟ ਜਾਰੀ ਕੀਤੀ ਹੈ ABVP ਨੇ ਕਿ ਉਹਨਾਂ ਦਾ ਆਉਣਾ ਪੰਜਾਬ ਯੂਨੀਵਰਸਿਟੀ ਦੇ ਅੰਦਰ ਗਲਤ ਹੈ ਆ ਤੁਸੀਂ ਥੋੜੇ ਦਿਨ ਪਹਿਲਾਂ ਦੀ ਗੱਲ ਕਰ ਲਓ ਉਹਨਾਂ ਨੇ ਅਨਾਉਂਸ ਕੀਤਾ ਕਿ ਮੈਂ ਪੰਜਾਬ ਦੀਆਂ 117 ਸੀਟਾਂ ਤੋਂ ਇਲੈਕਸ਼ਨ ਲੜੂੰਗਾ ਮੇਰੀ ਪਾਰਟੀ ਮਤਲਬ ਸੰਯੁਕਤ ਕਿਸਾਨ ਮੋਰਚਾ ਜਿਹੜੇ ਇਹਦੇ ਖਿਲਾਫ ਗੱਲ ਕਰਦਾ ਹੋਵੇ ਇਹ ਆ ਕੇ ਉਹੀ ਗੱਲ ਕਰਦਾ ਹੈ ਪੰਜਾਬ ਦੇ ਅੰਦਰ ਮਤਲਬ ਮੈਂ ਆਪਣੇ ਲੋਕ ਖੜੇ ਕਰੂੰਗਾ ਹਰ ਜ਼ਿਲ੍ਹੇ 'ਚ ਲੋਕ ਖੜੇ ਕਰੂੰਗਾ ਹਰ ਵਿਧਾਨ ਸਭਾ 'ਚ ਅਸੀਂ ਲੜਾਂਗੇ ਇਹ ਗੱਲਾਂ ਕੋਈ ਮੈਨੂੰ ਲੱਗਦੀਆਂ ਨਹੀਂ ਕਿ ਤੁਸੀਂ ਕਿਸਾਨ ਅੰਦੋਲਨ ਤੋਂ ਇੱਧਰ ਆ ਕੇ ਇੱਕ ਪਾਰਟੀ ਖੜੀ ਕਰ ਦਵੋ ਇਹ ਕਿਸਾਨ ਤੁਹਾਡੇ ਨਾਲ ਤਾਂ ਗਏ ਕਿ ਉਹ ਕਿਸੇ ਪਾਰਟੀ ਦਾ ਧਰਨਾ ਨਹੀਂ ਹੋ ਰਿਹਾ ਇੱਕ ਪਾਰਟਿਕੂਲਰ ਕਿਸਾਨਾਂ ਦਾ ਧਰਨਾ ਹੋ ਰਿਹਾ ਤਾਂ ਕਿਸਾਨ ਜੁੜ ਕੇ ਧਰਨਾ ਟਰਾਲੀਆਂ ਭਰ ਕੇ ਗਏ ਲੋਕ ਸਾਡੀਆਂ ਮਾਤਾਵਾਂ ਗਈਆਂ ਭੈਣਾਂ ਗਈਆਂ ਬੀਬੀਆਂ ਗਏ ਭਰਾ ਗਏ ਚਾਚੇ ਤਾਏ ਗਏ ਇਸ ਭਾਵਨਾ ਨੂੰ ਲੋਕ ਜੁੜ ਕੱਲ ਨੂੰ ਜੇ ਉਹਨਾਂ ਨੂੰ ਪਤਾ ਲੱਗੂਗਾ ਉਸ ਚੀਜ਼ ਦੇ ਹਿੱਸਾ ਨੇ ਫਿਰ ਉਹ ਕਿੱਥੇ ਜਾਣਗੇ ਵਿਚਾਰੇ ਉਹਨਾਂ ਲਈ ਕੁਝ ਵੀ ਨਹੀਂ ਬਚਦਾ ਇਹ ਉਹਨਾਂ ਦੀ ਆਪਣੀ ਵਿਚਾਰਧਾਰਾ ਹੈ ਜਿੱਧਰ ਨੂੰ ਉਹ ਜਾਣਾ ਚਾਹੁੰਦੇ ਪਰ ਯੂਨੀਵਰਸਿਟੀ ਦੇ ਵਿੱਚ ਵਾਇਲੈਂਸ ਫਰੋਮ ਅਲੱਗ-ਅਲੱਗ ਪਾਰਟੀਆਂ ਇਹ ਚੀਜ਼ ਬਾਰੇ ਤੁਸੀਂ ਕੀ ਕਹੋਗੇ ਬਹੁਤ ਬੁਰੀ ਚੀਜ਼ ਆ ਮੇਰੇ ਅਕੋਰਡਿੰਗਲੀ ਬੱਚਿਆਂ ਦੀ ਮਾਨਸਿਕਤਾ ਨੂੰ ਖਰਾਬ ਕਰਦੀ ਔਰ ਮੇ ਵੀ ਕਿਤਨਾ ਕਿਤੇ ਗੈਂਗਸਟਰਿਜ਼ਮ ਔਰ ਇੱਧਰ ਨੂੰ ਜਾਣਾ ਬੱਚਿਆਂ ਦਾ ਅਟਰੈਕਟ ਹੁੰਦੇ ਆ ਫਿਰ ਇਸ ਟਾਈਪ ਨੂੰ ਚਲੋ ਮੈਨੂੰ ਜ਼ਿਆਦਾ ਇਤਿਹਾਸ ਨਹੀਂ ਪਤਾ ਪੰਜਾਬ ਯੂਨੀਵਰਸਿਟੀ ਜਿੰਨਾ ਕਿ ਮੈਂ ਜਾਣਦਾ ਮਤਲਬ ਪਰ ਜਦੋਂ ਤੋਂ ਮੈਂ ਪੰਜਾਬ ਯੂਨੀਵਰਸਿਟੀ ਅੰਦਰ ਕੰਮ ਕਰ ਰਿਹਾ ਜਾਂ ਪੰਜਾਬ ਯੂਨੀਵਰਸਿਟੀ ਅੰਦਰ ਪੜ੍ਹ ਰਿਹਾ 4-5 ਸਾਲ ਤੋਂ ਲਗਾਤਾਰ ਤਾਂ ਮੇਰੇ ਸਾਹਮਣੇ ਕਦੀ ਵੀ ਇਦਾਂ ਦਾ ਕੁਝ ਵਾਇਲੈਂਸ ਹੋਇਆ ਨਹੀਂ ਹੈ ਪੰਜਾਬ ਯੂਨੀਵਰਸਿਟੀ ਅੰਦਰ ਸਿਰਫ ਇੱਕ 2017 ਦੀ ਗੱਲ ਹੈ ਕਿ ਜਦੋਂ SFS ਨੇ ਵਾਈਸ ਚਾਂਸਲਰ ਦਫ਼ਤਰ ਦੇ ਉੱਪਰ ਪੱਥਰ ਮਾਰੇ ਉਹਨੂੰ ਲੈ ਕੇ ਮੰਗਾਂ ਨੂੰ ਲੈ ਕੇ ਫੀਸ ਜਦੋਂ ਇਹਨਾਂ ਨੇ ਹਾਈਪ ਕੀਤੀ ਹੈ ਫੀਸ ਰਾਈਜ਼ਿੰਗ ਨੇ ਪੰਜਾਬ ਯੂਨੀਵਰਸਿਟੀ ਉਹਨੂੰ ਲੈ ਕੇ ਵੱਡਾ ਇੱਕ ਐਜੀਟੇਸ਼ਨ ਲੜਿਆ ਐਜੀਟੇਸ਼ਨ ਉਦੋਂ ਬਿਲਕੁਲ ਆਪਣੀ ਪੀਕ ਤੇ ਸੀ ਔਰ ਮੰਗਾਂ ਮੰਨਣ ਦੇ ਕਿਨਾਰੇ ਤੇ ਪਈਆਂ ਸਾਰੀਆਂ ਮੰਗਾਂ ਮੰਨ ਲਈਆਂ ਉਸਨੇ ਉਸ ਦੇ ਬਾਵਜੂਦ ਤੁਸੀਂ ਪੰਜਾਬ ਯੂਨੀਵਰਸਿਟੀ ਦਾ ਮਾਹੌਲ ਖਰਾਬ ਕੀਤਾ ਪੱਥਰ ਮਾਰੇ ਪੁਲਿਸ ਨਾਲ ਇੱਕ ਦੂਜੇ ਨਾਲ ਬਿਲਕੁਲ ਗੁੱਥਮ ਗੁੱਥੀ ਹੋ ਗਈ ਉੱਥੇ ਲੜਾਈ ਹੋ ਗਈ ਵਿੱਚ ਸਾਡੀਆਂ ਭੈਣਾਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਸਾਰੇ ਕਈਆਂ ਦਾ ਅੱਜ ਵੀ 82 ਲੋਕਾਂ ਤੇ ਪਰਚਾ ਹੈ ਸੈਡੀਸ਼ਨ ਚਾਰजेस ਵੀ ਲੱਗੇ ਗਈਆਂ ਤੇ ਔਰ ਕਈ ਤਾਂ ਇਦਾਂ ਦੇ ਨਜਾਇਜ਼ ਚਾਰजेस ਲੱਗ ਗਏ ਨਾ ਕਈ ਲੋਕਾਂ ਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਇੱਥੇ ਧਰਨਾ ਚੱਲ ਰਿਹਾ ਇੱਕ ਮੇਰਾ ਦੋਸਤ ਹੈ ਮੈਂ ਤੁਹਾਨੂੰ ਗੱਲ ਸੁਣਾਈ ਦੇਣਾ ਦੋਸਤ ਹੈ ਉਹ ਆ ਰਿਹਾ ਮਾਰਕੀਟ ਤੋਂ ਦੁੱਧ ਲੈ ਕੇ ਆ ਰਿਹਾ ਆਪਣੇ ਹੌਸਟਲ ਤੱਕ ਉਹਨੂੰ ਫੜ ਕੇ ਲਿਜਾਇਆ ਜਾਂਦਾ ਪੁਲਿਸ ਦੁਆਰਾ ਉਹ ਤੇ ਚਾਰजेस ਲੱਗੇ ਉਹਦਾ ਕਸੂਰ ਹੀ ਨਹੀਂ ਹੈ ਲੋਕਾਂ ਦੀ PhD ਰੁਕੀ ਹੋਈ ਹੈ ਲੋਕਾਂ ਦੀਆਂ ਜੌਬਸ ਰੁਕ ਗਈਆਂ ਇਹੀ ਇੱਕ ਟਾਈਮ ਹੁੰਦਾ ਕਿ ਤੁਸੀਂ ਕਰਕੇ ਆਪਣਾ ਸਾਰਾ ਕੰਮ ਕੰਪਲੀਟ ਕੀਤਾ ਔਰ ਅੱਗੇ ਜਾਣ ਦੀ ਤੁਹਾਨੂੰ ਪੈਸੇ ਦੀ ਲੋੜ ਹੈ ਔਰ ਤੁਹਾਨੂੰ ਜੌਬ ਦੀ ਲੋੜ ਹੈ ਮੈਨੂੰ ਸਾਰਾ ਕੁਝ ਰੁਕ ਗਿਆ ਇਹਨਾਂ ਚੀਜ਼ਾਂ ਕਰਕੇ ਕੁਝ ਲੋਕਾਂ ਦੇ ਕਰਕੇ ਉਹ ਨੁਕਸਾਨ ਹੋ ਗਿਆ ਪੰਜਾਬ ਯੂਨੀਵਰਸਿਟੀ ਦੇ ਅੰਦਰ ਪਰ ਉਹਨਾਂ ਦਾ ਜਿਸ ਮੁੱਦੇ ਤੇ ਉਹਨਾਂ ਦਾ ਪ੍ਰੋਟੈਸਟ ਸੀ ਉਹ ਐਜੀਟੇਸ਼ਨ ਸੀ ਉਹਦਾ ਕਾਰਨ ਇਹ ਸੀ ਕਿ 1100% ਫੀਸ ਦਾ ਵਾਧਾ ਮੀਨਸ ਇੱਕ ਮਾਰਜਨਲਾਈਜ਼ਡ ਸੈਕਸ਼ਨ ਦਾ ਬੱਚਾ ਤਾਂ ਪੜ੍ਹ ਹੀ ਨਹੀਂ ਪਾਏਗਾ ਮੈਂ ਤੁਹਾਡੀ ਗੱਲ ਨਾਲ ਮੈਂ ਅਫੋਰਡ ਹੀ ਨਹੀਂ ਕਰ ਪਾਏਗਾ ਤੁਹਾਡੀ ਗੱਲ ਨਾਲ ਮੈਂ ਕਹਿ ਕੀ ਦਿੱਤਾ ਕਿ ਅੰਦੋਲਨ ਵੀ ਪੀਕ ਤੇ ਸੀ ਉਹ ਐਜੀਟੇਸ਼ਨ ਵੀ ਪੀਕ ਤੇ ਸੀ ਔਰ ਉਹ ਲੋਕਾਂ ਨੇ ਉਹ ਯੂਨੀਵਰਸਿਟੀ ਉਹਦੇ ਕੇ ਚੁੱਕ ਵੀ ਗਈ ਸੀ ਔਰ ਮੰਗਾਂ ਮੰਨ ਵੀ ਲਈਆਂ ਸੰਸਾਰੀਆਂ ਪਰ ਉਸ ਦੇ ਬਾਵਜੂਦ ਜਿਹੜੀ ਇੱਕ ਦਿਮਾਗ ਦੇ ਅੰਦਰ ਉਹ ਪਿਕਚਰ ਬਣੀ ਹੋਈ ਹੈ ਕਿ ਨਹੀਂ ਲੋਕਾਂ ਨੂੰ ਵੱਢ ਕੱਟ ਕੇ ਅੱਗੇ ਕਰਨਾ ਹੈ ਲੋਕਾਂ ਨੂੰ ਪੱਥਰ ਮਾਰ ਕੇ ਜਾਂ ਪਰ ਨਹੀਂ ਉਹਨਾਂ ਦੀਆਂ ਮੰਗਾਂ ਤਾਂ ਉਸ ਟਾਈਮ ਤੱਕ ਨਹੀਂ ਮੰਨੀਆਂ ਗਈਆਂ ਸੀਗੀਆਂ ਮੈਂ ਤੁਹਾਨੂੰ ਕਹਿ ਰਿਹਾ ਕਿ ਔਨ ਟੇਬਲ
ਜੋ ਵੀ ਅੱਜ ਵੀ ਤੁਸੀਂ ਜਾ ਕੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਗੱਲ ਕਰ ਲਿਓ, ਅਰੁਣ ਕੁਮਾਰ ਗਰੋਵਰ ਵਾਈਸ ਚਾਂਸਲਰ ਸੀ ਉਸ time। ਮਤਲਬ ਉਹ ਪੂਰੀ ਤਿਆਰੀ ਸੀਗੀ ਅਨਾਉਂਸ ਕਰਨ ਦੇ, ਆ ਕੇ ਅੱਜ ਨਹੀਂ ਕੱਲ੍ਹ ਅਨਾਉਂਸ ਕਰਨ। ਪਰ ਜਦੋਂ ਤੁਸੀਂ ਇੰਨਾ ਵੱਡਾ ਬਖੇੜਾ ਪੰਜਾਬ ਯੂਨੀਵਰਸਿਟੀ ਦੇ ਅੰਦਰ ਕਰ ਦੋਗੇ, ਅੱਜ ਉਹਨਾਂ 'ਚੋਂ ਹੀ ਲੋਕ ਨੇ ਜਿਹੜੇ 70-80% ਲੋਕ ਉਸ ਚੀਜ਼ ਦਾ ਪਛਤਾਵਾ ਕਰਦੇ ਨੇ ਕਿ ਅਸੀਂ ਯੂਨੀਵਰਸਿਟੀ ਨਾਲ ਕੀ ਕੀਤਾ, ਔਰ ਉਲਟਾ ਯੂਨੀਵਰਸਿਟੀ ਨੇ ਕੀ ਐਕਸ਼ਨ ਲਿਆ ਫਿਰ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ। ਮਤਲਬ ਉਹ ਸਟੂਡੈਂਟਸ ਦੀ ਪੂਰੀ ਜ਼ਿੰਦਗੀ ਖਤਮ ਹੋ ਗਈ ਹੈ। ਨਾ ਉਹ ਸਾਰੇ ਸਟੂਡੈਂਟ ਇਕੱਠੇ ਹੋ ਪਾਉਣ, ਨਾ ਉਹ ਕਦੀ ਕੋਰਟ ਦੇ ਅੰਦਰ ਪਹੁੰਚ ਸਕਦੇ ਆ, ਨਾ ਹੀ ਉਹ ਚੀਜ਼ ਕਦੀ ਰਿਹਾ ਹੋਈ। ਯੂਨੀਵਰਸਿਟੀ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਸਟੂਡੈਂਟਸ ਦਾ ਕਿਤੇ ਨਾ ਕਿਤੇ ਛੁਟਕਾਰਾ ਦੇ, ਪਰ ਪੁਲਿਸ ਹੈ, ਪੁਲਿਸ ਨਾਲ ਨਿਬੜਨਾ, ਕੇਸ ਲੀਗਲ ਕਾਰਵਾਈਆਂ ਜੋ ਵੀ ਕਾਨੂੰਨ ਚੱਲਦਾ। I had conversation with few leaders ਉੱਥੋਂ ਦੀਆਂ ਪਾਰਟੀਆਂ ਦੇ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਪੈਨ ਦੇ ਨਾਲ ਵਾਇਲੈਂਸ, ਸਿਸਟਮੈਟਿਕ ਵਾਇਲੈਂਸ ਉਹਨਾਂ ਦੇ ਨਾਲ ਹੁੰਦੀ ਆ ਫਰੋਮ ਸਰਕਾਰਾਂ ਤੋਂ, ਫਰੋਮ ਹਕੂਮਤਾਂ ਤੋਂ, ਐਡਮਿਨਿਸਟ੍ਰੇਸ਼ਨ ਤੋਂ, ਉਹ ਵੀ ਇੰਨੀ ਹੀ ਉਹ ਰੂਪ ਸਾਨੂੰ ਕਿਉਂ ਨਹੀਂ ਦਿਖਦਾ? ਇਹ ਰੂਪ ਪੱਥਰਬਾਜ਼ੀ ਕਿਉਂ ਦਿਖਦੀ ਆ? 1100% ਫੀਸ ਦਾ ਵਾਧਾ, ਹੁਣ ਯੂਨੀਵਰਸਿਟੀ ਨਹੀਂ ਖੁੱਲ ਰਹੀ, ਸੈਨੇਟ। ਬਟ ਮੈਂ ਇੱਕ ਗੱਲ ਇੱਥੇ ਨਾਲ ਹੋਰ ਵੀ ਐਡ ਕਰਨਾ ਚਾਹੁੰਦੀ ਹਾਂ, ਤੁਸੀਂ ਜ਼ਰੂਰ ਆਪਣੇ ਵਿਚਾਰ ਦਿਓ। SFS seems to be the most active party on Punjab University campus. Is it true? ਨਹੀਂ ਠੀਕ ਹੈ। ਦੇਖੋ ਐਕਟਿਵ ਕੋਈ ਵੀ ਘੱਟ ਨਹੀਂ ਹੈ ਉੱਥੇ, ਨਾ ABVP ਘੱਟ ਹੈ, ਸੋਈ ਘੱਟ ਨਹੀਂ ਹੈ, NSY ਘੱਟ ਨਹੀਂ ਹੈ, ਪਰ ਜ਼ਿਆਦਾ ਕਿ ਜਿਹੜੀ ਪੋਰਟਰੇਟ ਤਾਂ ਚੀਜ਼ਾਂ ਹੋ ਜਾਂਦੀਆਂ ਕਿ ਤੁਸੀਂ ਮਤਲਬ ਅਥਾਰਟੀ ਨਾਲ ਸਿੱਧਾ ਲੜਾਈ ਦਾ ਮੋੜ ਹੀ ਰੱਖਦੇ ਹੋ। ਗੱਲ ਕਰਨ ਦੀ ਗੁੰਜਾਇਸ਼ ਹੀ ਨਹੀਂ ਹੈ ਤੁਹਾਡੇ ਕੋਲੇ। ਤੁਸੀਂ ਜਦੋਂ ਵੀ ਕੀਤੀ ਉਹਨਾਂ ਨਾਲ ਸਿੱਧੀ ਲੜਾਈ ਕੀਤੀ, ਸਿੱਧਾ ਜਾ ਕੇ ਲੜੇ, ਅਥਾਰਟੀ ਨੂੰ ਗਾਲਾਂ ਕੱਢੀਆਂ, ਉਹਨਾਂ ਨਾਲ ਵਿਚਾਰ ਤਕਰਾਰ ਕੀਤਾ। ਦੇਖੋ ਗੱਲ ਕਰਨ ਦੇ ਕਈ ਤਰੀਕੇ ਹੁੰਦੇ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਆਮ TV ਡਿਬੇਟਸ ਤੇ ਅਸੀਂ ਗੱਲ ਕਰਦੇ ਸੁਣਦੇ ਹਾਂ, ਬੜੀ ਮਤਲਬ ਜੇ ਕੋਈ ਉੱਚੀ ਬੋਲਣ ਨਾਲ ਕਿਸੇ ਦੀ ਗੱਲ ਸੱਚੀ ਹੋ ਜਾਂਦੀ ਹੈ ਨਾ, ਉੱਚੀ ਬੋਲਣ ਨਾਲ ਕਦੀ ਕਿਸੇ ਦੀ ਗੱਲ ਸੱਚੀ ਨਹੀਂ ਹੁੰਦੀ, ਕਦੀ ਵੀ ਸੱਚਾਈ ਦੇ ਨੇੜੇ ਨਹੀਂ ਹੁੰਦੀ ਉੱਚੀ ਗੱਲ ਕਰਨ ਨਾਲ। ਕਦੀ ਉੱਚੀ ਆਵਾਜ਼ ਦੇ ਅੰਦਰ ਗੱਲ ਕਰ ਲਈ, ਕਿਸੇ ਨੂੰ ਧਮਕਾ ਦਿੱਤਾ, ਉਹ ਤੁਹਾਡੀ ਗੱਲ ਸੱਚੀ ਨਹੀਂ ਹੋ ਜਾਊਗੀ ਇਹਦੇ ਨਾਲ। ਤੁਹਾਡੀ ਗੱਲ ਉਹੀ ਰਹਿਣੀ ਹੈ ਜੋ ਅਸਲੀਅਤ ਦੇ ਅੰਦਰ ਹੈ। ਇਹੀ ਰੌਲਾ ਹੈ ਬਸ। SFS ਨੂੰ ਤਾਂ ਕਰਕੇ ਅੱਗੇ ਲੋਕਾਂ ਨੂੰ ਇਹ ਲੱਗਦਾ ਕਿ SFS ਹੀ ਸਾਡੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ, ਹੋਰ ਕੋਈ ਆਰਗੇਨਾਈਜੇਸ਼ਨ ਰਾਖੀ ਨਹੀਂ ਕਰਦੀ। ਉਹ ਆਏ ਦਿਨ ਕਿਸੇ ਨਾ ਕਿਸੇ ਨਾਲ ਤਕਰਾਰ ਹੋ ਗਿਆ, ਵਿਚਾਰ ਤਕਰਾਰ, ਲੜਾਈ ਹੋ ਗਈ, ਇਹਨਾਂ ਕਾਰਨਾਂ ਕਰਕੇ ਅੱਗੇ ਮੈਨੂੰ ਲੱਗਦਾ ਨਹੀਂ ਕਿ ਸਟੂਡੈਂਟਸ ਦੇ ਅੰਦਰ ਉਹਨਾਂ ਦੀ ਇੰਨੀ ਅਸੈਪਟੈਂਸ ਹੈ ਪੰਜਾਬ ਯੂਨੀਵਰਸਿਟੀ ਦੇ ਅੰਦਰ ਕਿ ਬਹੁਤ ਲੋਕ ਪਸੰਦ ਕਰਦੇ ਨੇ। ਕਦੀ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਆ ਕੇ ਇੱਕ ਨਾਰਮਲ ਜਾਂ ਨਿਊਟਰਲ ਸਟੂਡੈਂਟ ਨਾਲ ਗੱਲ ਕਰ ਲਿਓ, ਉਹ ਕੀ ਕਹਿਣਗੇ ਤੁਹਾਨੂੰ ਆਪ ਹੀ ਦੱਸ ਦੇਣਗੇ। ਪੋਲਿਟਿਕਸ ਰਨ ਦਿਸ ਕੰਟਰੀ। ਇਸ ਕੰਟਰੀ ਦੇ ਵਿੱਚ ਐਵਰੀਥਿੰਗ ਇਜ਼ ਡਿਸਾਈਡਡ ਬਾਈ ਪੋਲਿਟਿਕਸ। ਤਾਂ ਪਰ ਜੇ ਤੁਸੀਂ ਬਹੁਤ ਜ਼ਮੀਨੀ ਪੱਧਰ ਤੇ ਜਾ ਕੇ ਦੇਖੋ ਤਾਂ ਬੱਚਿਆਂ ਨੂੰ ਇੰਨੀ ਨੌਲੇਜ ਨਹੀਂ ਹੈ ਕਿ ਪਾਰਲੀਮੈਂਟ ਕਿੱਦਾਂ ਚੱਲਦਾ, ਅਸੈਂਬਲੀ ਕਿੱਦਾਂ ਚੱਲਦੀ ਹੈ। ਤੁਸੀਂ ਬਹੁਤ ਪੋਲੀਟੀਕਲ ਪਾਰਟੀਆਂ ਹੈਗੀਆਂ ਔਨ ਕੈਂਪਸ, ਬਟ ਕਿਸੇ ਨੇ ਵੀ ਕਦੀ ਇੱਦਾਂ ਦੀ ਕੋਸ਼ਿਸ਼ ਕੀਤੀ ਕਿ ਮੌਕ ਪਾਰਲੀਮੈਂਟ ਲਾਈ ਜਾਵੇ, ਮੌਕ ਅਸੈਂਬਲੀ ਲਾਈ ਜਾਵੇ, ਤਾਂ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੇ ਵਿੱਚ ਇੱਕ ਡਰਿਲ ਕਰਾਈ ਜਾਵੇ ਕਿ ਕਿੱਦਾਂ ਆਪਣੇ ਓਪੀਨੀਅਨ ਦੇਣੇ ਆ, ਕਿੱਦਾਂ ਕੰਮ ਚੱਲਦਾ ਹੈ, ਤਾਂ ਕਿ ਇਹਨਾਂ ਨੂੰ ਰੀਅਲ ਹੈਂਡ ਨੌਲੇਜ ਮਿਲੇ ਕੀ ਹੁੰਦਾ। ਦੇਖੋ ਪੰਜਾਬ ਯੂਨੀਵਰਸਿਟੀ ਦੇ ਅੰਦਰ ਹੁਣ ਥੋੜੇ ਸਾਲਾਂ ਤੋਂ 10-11 ਸਾਲ ਤੋਂ ਇੱਕ ਓਪਨ ਹਾਊਸ ਹੁੰਦਾ ਸੀ ਇਲੈਕਸ਼ਨ ਤੋਂ ਪਹਿਲਾਂ, ਜਿਹਦੇ ਅੰਦਰ ਜਿਹੜੇ ਕੈਂਡੀਡੇਟ ਖੜੇ ਰੈਲੀ ਕਰਨਗੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਔਰ ਲੋਕਾਂ ਨਾਲ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਲੋਕਾਂ ਨੇ ਜੋ ਸਵਾਲ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਅਸੀਂ ਆਹ ਮੈਨੀਫੈਸਟੋ ਲਾਂਚ ਕੀਤਾ, ਆਹ ਚੀਜ਼ ਲਾਂਚ ਕੀਤੀ ਹੈ। ਮਤਲਬ ਉਸ ਸਮੇਂ ਤੋਂ ਹੁਣ 10-11 ਸਾਲ ਤੋਂ ਇੱਕ ਦੋ ਵਾਰੀ ਉਹਦੇ 'ਚ ਮੈਨੂੰ ਲੱਗਦਾ ਕਿ ਪੁਰਾਣਾ ਝਗੜਾ ਹੋ ਗਿਆ, ਉਹਦੇ ਕਰਕੇ ਇਹਨਾਂ ਨੇ ਬੰਦ ਕਰ ਦਿੱਤਾ ਹੈ। ਮਤਲਬ ਅੱਜ ਵੀ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਇੰਨਾ ਕੁ ਸਮਝਦਾਰ ਔਰ ਇੰਨਾ ਕੁ ਪੜ੍ਹਿਆ ਲਿਖਿਆ ਸਟੂਡੈਂਟ ਹੈ ਜਿਹੜਾ ਆਪਣੀ ਗੱਲ ਰੱਖ ਸਕਦਾ ਕਿਤੇ ਵੀ ਜਾ ਕੇ। ਜੇ ਆਪਣੀ ਕਲਾਸ ਦੇ ਅੰਦਰ ਆਪਣੇ ਹੱਕ ਲਈ ਲੜਦਾ ਹੈ ਤਾਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਆਪਣੇ ਹੌਸਟਲ ਲਈ ਵੀ ਲੜਦਾ ਹੈ, ਆਪਣੇ ਖਾਣੇ ਲਈ ਵੀ ਲੜਦਾ ਹੈ ਔਰ ਆਪਣੀ ਫੀਸ ਮਾਫੀ ਲਈ ਵੀ ਲੜਦਾ ਹੈ। ਹਰ ਹੱਕ ਲਈ ਉਹਨੂੰ ਪਤਾ ਕਿਵੇਂ ਜਾਣਾ। ਔਰ ਟਾਈਮ ਟੂ ਟਾਈਮ, ਚਾਹੇ ਉਹ SFS ਹੋਵੇ, ABVP ਹੋਵੇ, ਟਾਈਮਲੀ ਅਸੀਂ ਇੱਦਾਂ ਦੀਆਂ ਕਨਵਰਸੇਸ਼ਨ ਸਟੂਡੈਂਟ ਦੇ ਅੰਦਰ ਜਾ ਕੇ ਕਰਦੇ ਰਹਿੰਦੇ ਹਾਂ ਕਿ ਸਟੂਡੈਂਟਸ ਨੂੰ ਪਤਾ ਲੱਗੇ ਕਿ ਆਹ ਇਸ਼ੂ ਚੱਲਿਆ ਹੋਇਆ, ਇਸ ਇਸ਼ੂ 'ਤੇ ਇੱਦਾਂ ਗੱਲ ਹੋ ਸਕਦੀ ਹੈ। ਮੈਨੂੰ ਲੱਗਦਾ ਕਿ ਮੈਂ ਕਈ ਵਾਰੀ ਇੱਦਾਂ ਦੇ ਸਟੂਡੈਂਟਸ ਨੂੰ ਵੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਮਿਲਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਸ ਤੋਂ ਵੀ ਅਗਲੀ ਗੱਲ ਪਤਾ ਹੁੰਦੀ ਹੈ। ਮਤਲਬ ਇੰਨੇ ਸਮਝਦਾਰ, ਸਿਆਣੇ, ਪੜ੍ਹੇ ਲਿਖੇ ਲੋਕ ਪੰਜਾਬ ਯੂਨੀਵਰਸਿਟੀ ਦੇ ਅੰਦਰ ਨੇ। ਤਾਂ ਅੱਜ ਕੱਲ੍ਹ ਤਾਂ ਵੈਸੇ ਹੀ ਹੁਣ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਬੰਦ ਹੈ, ਉਹ ਖੁੱਲੀ ਸਿਰਫ ਰਿਸਰਚ ਸਕਾਲਰਾਂ ਕਰਕੇ, ਤੁਹਾਨੂੰ ਲੋਕ ਹੀ ਉਹ ਲੌਬੀ ਦੇ ਮਿਲਣਗੇ ਜਿਹੜੇ ਬਿਲਕੁਲ ਹੀ ਇੰਟੈਲੈਕਚੁਅਲ ਲੈਵਲ ਤੋਂ ਹੁੰਦੇ ਨੇ, ਬਹੁਤ ਜ਼ਿਆਦਾ ਪੜ੍ਹ ਲਿਖ ਗਏ, ਕਈਆਂ ਦੀ PhD ਸ਼ੁਰੂ ਹੋ ਗਈ, ਕਈਆਂ ਦੀ PhD ਖਤਮ ਦੇ ਦੌਰ 'ਤੇ। ਮਤਲਬ ਉਹਨਾਂ ਲੋਕਾਂ ਨੂੰ ਤੇ ਫਿਰ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਅਲੱਗ-ਅਲੱਗ, ਉਹ ਟਾਈਮਲੀ ਵਿਜ਼ਿਟ ਕਰਦੇ ਰਹਿੰਦੇ ਨੇ। ਪਾਰਲੀਮੈਂਟ ਦਿੱਲੀ ਦੇ ਅੰਦਰ ਵੀ ਜਾ ਕੇ ਆਉਂਦੇ ਨੇ, ਜਿਵੇਂ ਲਾਅ ਦਾ ਇੱਕ ਗਰੁੱਪ ਗਿਆ, 5 year ਲਾਅ ਦਾ ਇੱਕ ਗਰੁੱਪ ਗਿਆ। ਮਤਲਬ ਇੱਦਾਂ ਦੀਆਂ ਚੱਲਦੇ ਰਹਿੰਦੇ ਕੰਮ, ਪ੍ਰੈਜ਼ੈਂਟੇਸ਼ਨਸ ਚੱਲਦੀਆਂ ਰਹਿੰਦੀਆਂ ਨੇ ਯੂਨੀਵਰਸਿਟੀ ਵੱਲੋਂ ਕਿ ਉਹ ਜਾ ਕੇ। ਇਸ ਤੋਂ ਪਹਿਲਾਂ 6-7 ਦੇ ਅੰਦਰ ਇੱਕ
ਮਲਟੀ ਯੂਨਾਈਟਿਡ ਨੇਸ਼ਨਸ ਜਿਹੜਾ ਅੱਜ ਵੀ ਹੁੰਦਾ ਥੋੜੇ ਸਮੇਂ ਲਈ ਬੈਨ ਕਰ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ ਦਾ, ਉੱਥੇ ਜਾ ਕੇ ਵੀ ਬੋਸਟਨ ਵਰਗੀਆਂ ਯੂਨੀਵਰਸਿਟੀ ਦੇ ਅੰਦਰ ਵੀ ਜਾ ਕੇ ਸਾਡੇ ਲੋਕਾਂ ਨੇ ਵਿਚਾਰ ਰੱਖਿਆ। ਔਰ ਪੰਜਾਬ ਯੂਨੀਵਰਸਿਟੀ ਦੇ ਅੰਦਰ ਸਟੂਡੈਂਟ ਇੰਨੇ ਕੁ ਇੰਟੈਲੀਜੈਂਟ ਨੇ ਔਰ ਗੱਲ ਨੂੰ ਇੰਨੀ ਚੰਗੀ ਤਰ੍ਹਾਂ ਸਮਝਦੇ ਨੇ, ਵਧੀਆ ਹੈਂਡਲ ਕਰ ਸਕਦੇ। ਆਲਮੋਸਟ ਲਾਸਟ 2 ਕੁਐਸਚਨ ਹੈ। ਨੰਬਰ 1, ਬੀਜੇਪੀ ਦੇ ਵਿੱਚ ਸਿੱਖ ਚਿਹਰੇ ਬਹੁਤ ਘੱਟ ਨਜ਼ਰ ਆਉਂਦੇ ਆ, ਪਰਟੀਕੂਲਰਲੀ ਪੰਜਾਬ 'ਚ। ਸੋ ਯੂ ਆਰ ਅ ਸਿੱਖ, ਸੋ ਤੁਹਾਨੂੰ ਇਜ਼ ਇਟ ਡਿਫਿਕਲਟ ਕਿ ਇਜ਼ ਇਟ ਐਜ਼ ਨਾਰਮਲ ਐਜ਼ ਐਨੀ ਅਦਰ ਸਾਇਸਤਾਰੀ ਟਾਈਪ ਆਫ? ਨਹੀਂ, ਮੈਨੂੰ ਲੱਗਦਾ ਕਿ ਕਈ ਵਾਰੀ ਅਸੀਂ ਦੇਖਦੇ ਹੀ ਨਹੀਂ ਕਿੰਨੇ ਸਿੱਖ ਚਿਹਰੇ ਆ ਪੰਜਾਬ। ਮੈਨੂੰ ਲੱਗਦਾ ਕਿ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਸਿੱਖ ਚਿਹਰੇ ਨੇ ਬੀਜੇਪੀ ਦੇ, ਚੰਗੀ ਨੁਮਾਇੰਦਾ ਜਮਾਤ ਦੇ ਚਿਹਰੇ ਨੇ ਜਿਹੜੇ ਮਤਲਬ ਬਿਲਕੁਲ ਹੀ। ਪਰ ਹੁਣ ਬੋਲਦੇ ਨਹੀਂ ਹੈ ਕਿਸਾਨ ਅੰਦੋਲਨ ਤੋਂ ਡਰ ਗਏ, ਬੋਲਦਾ ਕੋਈ ਨਹੀਂ ਹੈ। ਗੱਲ ਕਿਸਾਨ ਅੰਦੋਲਨ ਦੀ ਨਹੀਂ ਹੈ, ਕਿਸਾਨ ਅੰਦੋਲਨ ਤੱਕ ਠੀਕ ਹੈ, ਉਸ ਤੋਂ ਬਾਅਦ ਜਿਹੜਾ ਹਮਲਾਵਰ ਰੁਖ ਹੈ ਉਹ ਗਲਤ ਹੈ। ਜਿਹੜਾ ਕਿਸੇ ਦੇ ਪਰਿਵਾਰ ਤੇ ਜਾ ਕੇ ਅਟੈਕ ਕਰਦੇ ਨਾ, ਕਿਸੇ ਦੀ ਨਿੱਜੀ ਜ਼ਿੰਦਗੀ ਤੇ ਜਾ ਕੇ ਅਟੈਕ ਕਰਦੇ ਨਾ, ਉਹ ਗਲਤ ਹੈ। ਇਹ ਗੱਲ ਨਹੀਂ ਬੋਲਦੇ ਨਹੀਂ, ਸਮੇਂ ਸਿਰ ਲੋਕਾਂ ਨੇ ਜਵਾਬ ਦਿੱਤੇ ਨੇ ਔਰ ਅੱਜ ਵੀ ਦੇ ਰਹੇ ਨੇ, ਕੱਲ ਵੀ ਦੇਣਗੇ, ਕਿਉਂਕਿ ਜਿਹੜੇ ਲੋਕ ਅੱਜ ਤੋਂ 30-40 ਸਾਲ ਪਹਿਲਾਂ ਜੁੜੇ ਹੋਏ ਲੋਕ ਨੇ ਬੀਜੇਪੀ ਨਾਲ ਜਾਂ ਉੱਥੇ ਸੰਘ ਨਾਲ ਜੁੜੇ ਹੋਏ ਲੋਕ ਨੇ, ਉਹ ਸਦਾ ਰਹਿਣਗੇ। ਕੁਝ ਲੋਕ ਹੈ ਜਿਹੜੇ ਇੱਧਰ ਉੱਧਰ ਚੱਲਦੇ ਰਹਿੰਦੇ ਨੇ, ਸਾਰੀਆਂ ਪਾਰਟੀ 'ਚ ਨੇ, ਅੱਜ ਇੱਧਰ ਹੈ ਕੱਲ ਉੱਧਰ ਹੈ, ਸਰਕਾਰ ਨਾਲ ਸੱਤਾ ਨਾਲ ਪਲਟਦੇ ਰਹਿੰਦੇ ਨੇ। ਪਰ ਪੰਜਾਬ ਅਜਿਹਾ ਸੂਬਾ ਹੈ, ਸੂਰਵੀਰਾਂ ਦੀ ਧਰਤੀ ਹੈ, ਗੁਰੂਆਂ ਦੀ ਧਰਤੀ ਹੈ, ਪੀਰਾਂ ਪੈਗੰਬਰਾਂ ਦੀ ਧਰਤੀ ਹੈ। ਸਮੇਂ ਤੇ ਲੋਕ ਵੱਡੇ ਲੋਕ ਹੋਏ ਨਾ, ਪੰਜਾਬ ਬੀਜੇਪੀ 'ਚ ਵੀ ਇਸ ਚੀਜ਼ ਦੀ ਮੈਨੂੰ ਲੱਗਦਾ ਨਹੀਂ ਕੋਈ ਘਾਟ ਹੈ ਔਰ ਬਹੁਤ ਕਾਬਲ ਤੇ ਬਹੁਤ ਸਮਝਦਾਰ ਤੇ ਸਿਆਣੇ ਲੀਡਰ ਨੇ ਪੰਜਾਬ ਦੇ ਅੰਦਰ। ਸੋ ਇਟ ਡਸਨਟ ਮੈਟਰ ਵੈਦਰ ਯੂ ਆਰ ਸਿੱਖ ਔਰ ਕੋਈ ਹੋਰ, ਬੀਜੇਪੀ ਦੇ ਵਿੱਚ ਇਕੁਅਲ ਤੁਹਾਨੂੰ ਮਿਲਦਾ ਹੈ? ਬਿਲਕੁਲ ਮਿਲਦਾ। ਐਂਡ ਹਾਊ ਪੀਪਲ ਸੀ ਯੂ? ਮੈਨੂੰ ਲੱਗਦਾ ਕਿ ਬੀਜੇਪੀ ਦੇ ਅੰਦਰ ਸਿੱਖਾਂ ਨੂੰ ਵੱਧ ਪ੍ਰਤੀਨਿਧਤਾ ਮਿਲਦੀ ਹੈ। ਵੇਖੋ ਹਰਦੀਪ ਪੁਰੀ ਨੇ ਔਰ ਹਾਰ ਕੇ ਗਏ ਅੰਮ੍ਰਿਤਸਰ ਤੋਂ, ਤੇ ਅੱਜ ਪੈਟਰੋਲੀਅਮ ਮਿਨਿਸਟਰ ਨੇ ਇੰਡੀਆ ਦੇ। ਕਿਵੇਂ ਅਸੀਂ ਕਹਿ ਦਈਏ ਕਿੰਨੇ ਵੱਡੇ ਲੋਕ ਨੇ ਜਿਹੜੇ ਸਿੱਖ ਜਿਹੜੇ ਪ੍ਰਤੀਨਿਧਤਾ ਕਰਦੇ ਪਏ ਨੇ ਦੇਸ਼ ਦੇ ਅੰਦਰ। ਦੈਟਸ ਪੀਪਲ ਸੀ ਯੂ ਐਂਡ ਆਸਕ ਯੂ ਕਿ ਵਾਟ ਆਰ ਯੂ ਇਨ ਬੀਜੇਪੀ? ਯੂ ਆਰ ਸਿੱਖ ਬਿਕਾਜ਼ ਲੋਕ ਨਹੀਂ ਐਕਸਪੈਕਟ ਕਰਦੇ, ਕਿਉਂਕਿ ਬਹੁਤ ਘੱਟ ਸਿੱਖ ਚਿਹਰੇ ਦਿਖਦੇ ਆ ਲੋਕਾਂ ਨੂੰ। ਇਦਾਂ ਦਾ ਹੁੰਦਾ? ਦੇਖੋ, ਇਸ ਗੱਲ 'ਚ ਕਿਸੇ ਦਾ ਆਪਣਾ ਮਤ ਹੋ ਸਕਦਾ ਹੈ। ਮੇਰਾ ਆਪਣਾ ਮਤ ਹੈ, ਮੈਂ ਜਿਹੜੇ ਆਰਗੇਨਾਈਜੇਸ਼ਨ ਨਾਲ ਜੁੜਿਆ, ਮਤਲਬ ਮੇਰਾ ਪਰਿਵਾਰ ਕਿਹੜੇ ਆਰਗੇਨਾਈਜੇਸ਼ਨ ਨਾਲ ਜੁੜਿਆ, ਉਹ ਆਪਣਾ ਮਤ ਹੈ। ਮਤਲਬ ਲੋਕਾਂ ਨੂੰ ਥੋੜਾ ਜਿਹਾ ਕਰ ਦਿੱਤਾ ਗਿਆ ਨਾ ਪੰਜਾਬ ਦੇ ਅੰਦਰ ਕਿ ਬੀਜੇਪੀ ਵਧੀਆ ਪਾਰਟੀ ਨਹੀਂ ਹੈ, ਬੀਜੇਪੀ ਹਿੰਦੂਤਵ ਲਾਗੂ ਕਰਨਾ ਚਾਹੁੰਦੀ ਹੈ, ਬੀਜੇਪੀ ਪੰਜਾਬ ਨਾਲ ਧੱਕਾ ਕਰਦੀ ਹੈ, ਕਿਸਾਨਾਂ ਨਾਲ ਧੱਕਾ ਕਰਦੀ ਹੈ। ਜੋ ਉਹਨਾਂ ਚੀਜ਼ਾਂ ਨਾਲ ਜੋੜ ਦਿੱਤਾ ਗਿਆ। ਮੈਨੂੰ ਲੱਗਦਾ ਉਹਨਾਂ ਚੀਜ਼ਾਂ ਨੂੰ ਇੱਥੇ ਤੁਸੀਂ ਹੋ, ਇੱਥੇ ਮੈਂ ਔਨ ਕੈਮਰਾ ਇਹ ਗੱਲ ਹੈ, ਇਹ ਲੋਕ ਸਮਝਣਗੇ ਔਰ ਬੜੀ ਚੰਗੀ ਤਰ੍ਹਾਂ ਸਮਝਣਗੇ ਤੇ ਪੰਜਾਬ ਦੇ ਹਿੱਤਾਂ ਲਈ ਬੀਜੇਪੀ ਕੰਮ ਕਰਦੀ ਰਹੂਗੀ। ਹਾਂ, ਬੀਜੇਪੀ ਆਰਐਸਐਸ ਦਾ ਵਰਕਿੰਗ ਏਜੰਡਾ ਉਹ ਅਲੱਗ ਵਿਸ਼ਾ ਹੋ ਗਿਆ ਆਪਣੇ ਲਈ, ਪਰ ਤੁਸੀਂ ਆਪਣੀ ਫੈਮਿਲੀ ਦੀ ਲਈ ਤੇ ਬੀਜੇਪੀ ਚ ਆਏ। ਯੂ ਆਰ ਫਰਮ ਫਿਰੋਜ਼ਪੁਰ, ਰਾਈਟ? ਜੀ, ਆਈ ਐਮ ਫਰਮ ਫਿਰੋਜ਼ਪੁਰ ਔਰ ਮੇਰਾ ਪਰਿਵਾਰ ਸ਼ੁਰੂ ਤੋਂ ਬੀਜੇਪੀ ਨਾਲ ਸੀ? ਹਾਂ, ਬਿਲਕੁਲ ਕੰਮ ਕਰਦਾ ਹੈ ਬੀਜੇਪੀ ਦੇ ਨਾਲ। ਪਰਿਵਾਰ ਮੈਨੂੰ ਕਦੀ ਪਰਿਵਾਰ ਤੁਹਾਡੀ ਆਈਡੀਓਲੋਜੀ ਮਤਲਬ ਸੇਮ ਤੁਹਾਡੇ ਤੇ ਥੋਪੀ ਗਈ ਹੈ ਕਿ ਤੁਸੀਂ ਆਪਣੀ ਬਾਈ ਚੁਆਇਸ ਅੰਦਰ ਆਏ? ਉਹੀ ਗੱਲ ਕਰ ਰਿਹਾ ਕਿ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਆਇਆ ਤੇ ਮੇਰੇ ਫਾਦਰ ਕਦੀ ਵੀ ਉਹਨਾਂ ਨੇ ਕਿਹਾ ਨਹੀਂ ਤੂੰ ABVP ਲਈ ਕੰਮ ਕਰੇਗਾ ਜਾਂ ਕਿਤੇ ਲਈ ਕੰਮ ਕਰੇਗਾ। ਮੇਰੀ ਆਪਣੀ ਚੋਇਸ ਹੈ, ਜੋ ਮੈਨੂੰ ਚੰਗਾ ਲੱਗਿਆ ਮੈਂ ਉਸ ਆਰਗੇਨਾਈਜੇਸ਼ਨ 'ਚ ਕੰਮ ਕੀਤਾ। ਔਰ ਮੈਨੂੰ ਲੱਗਦਾ ਕਿ ਇੱਕ ਅਜਿਹੀ ਆਰਗੇਨਾਈਜੇਸ਼ਨ ਹੈ ਜਿਹੜੀ ਤੁਹਾਡੀ ਇੰਨੀ ਡਿਵੈਲਪਮੈਂਟ ਕਰਾ ਦਿੰਦੀ ਹੈ, ਥੋੜੀ ਘੱਟ ਸਮੇਂ ਦੇ ਅੰਦਰ ਇੰਨੀ ਡਿਵੈਲਪਮੈਂਟ ਕਰਾ ਦਿੰਦੀ ਹੈ। ਤੁਸੀਂ ਚੀਜ਼ਾਂ ਨੂੰ ਕਿਵੇਂ ਸਮਝਣਾ ਔਰ ਕਿਵੇਂ ਲੈਣਾ ਪਤਾ ਲੱਗ ਜਾਂਦਾ ਤੁਹਾਨੂੰ, ਇੱਕ ਅਜਿਹੀ ਆਰਗੇਨਾਈਜੇਸ਼ਨ। ਔਰ ਰਹੀ ਦੂਸਰੀ ਗੱਲ ਤੁਹਾਡੀ ਕਿ ਥੋਪੇ, ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਸਮਾਜ ਦੇ ਅੰਦਰ ਇੱਕ ਪੜ੍ਹਿਆ ਲਿਖਿਆ ਨੌਜਵਾਨ ਹੋਣ ਦੇ ਨਾਤੇ ਕਿ ਮੈਂ ਕੋਈ ਧੱਕੇ ਨਾਲ ਕਿਸੇ ਚੀਜ਼ ਨਾਲ ਚੱਲ ਪਾਊਂਗਾ, ਮੈਨੂੰ ਕੋਈ ਚਲਾ ਲੈਣਗੇ। ਮਤਲਬ ਜੇ ਮੇਰਾ ਮਨ ਨਹੀਂ ਮੰਨੂਗਾ ਤਾਂ ਮੈਂ ਨਹੀਂ ਕਰੂੰਗਾ ਉਹਦੇ ਲਈ ਕੰਮ। ਕਿਉਂ ਕਰੂੰਗਾ? ਮੈਨੂੰ ਮੇਰੀ ਬੇਸਿਕ ਨੀਡਸ ਨੇ, ਮੈਂ ਐਜੂਕੇਸ਼ਨ ਆਪਣੀ ਪੂਰੀ ਕਰਨੀ ਹੈ, ਉਸ ਤੋਂ ਬਾਅਦ ਜੌਬ ਲੈਣੀ ਹੈ। ਉਹ ਵੇਖੋ ਉਹ ਕ੍ਰਾਈਟੇਰੀਆ ਬਣਿਆ ਉਸ ਚੀਜ਼ ਦੀ, ਉਹ ਮੇਰੀ ਜਾਣੀ ਹੈ, ਉਹਦੇ 'ਚ ਕੋਈ ਦੋ ਰਾਏ ਨਹੀਂ ਹੈ। ਮਤਲਬ ਕੋਈ ਚੀਜ਼ਾਂ ਧੱਕੇ ਨਾਲ ਥੋਪੀਆਂ ਨਹੀਂ ਜਾ ਸਕਦੀਆਂ ਮੇਰੇ ਉੱਪਰ, ਨਾ ਹੀ ਇੱਦਾਂ ਦੀ ਮਾਨਸਿਕਤਾ ਕਦੀ ਰੱਖਣੀ ਚਾਹੀਦੀ। ਲਾਸਟ ਕੁਐਸਚਨ, ਹਾਊ ਡੂ ਯੂ ਸੀ ਦ ਫਿਊਚਰ ਆਫ ਯੂਨੀਵਰਸਿਟੀ ਪੋਲਿਟਿਕਸ? ਤੁਹਾਨੂੰ ਕੀ ਲੱਗਦਾ ਇਹਦੇ ਚੋਂ ਇਹਦਾ ਸਟਰਕਚਰ ਯੂਨੀਵਰਸਿਟੀ ਪੋਲਿਟਿਕਸ ਦਾ ਬਦਲੇਗਾ? ਕਿਸੇ ਇੱਕ ਪਾਰਟੀ ਦੀ ਚੜ੍ਹਾਈ ਹੋਏਗੀ ਜਾਂ ਇਹਨੂੰ ਕੋਈ ਨਵੀਆਂ ਪਾਰਟੀਆਂ ਆਉਣਗੀਆਂ, ਕੋਈ ਰੈਵੋਲੂਸ਼ਨ ਆਏਗਾ, ਜਾਂ ਬੱਚਿਆਂ ਦੀ ਪਾਰਟਿਸਿਪੇਸ਼ਨ ਆਉਣ ਵਾਲੇ ਦਿਨਾਂ 'ਚ ਕੀ ਆਪਾਂ ਉਮੀਦ ਕਰਦੇ ਆਉਣ ਵਾਲੇ ਸਾਲਾਂ 'ਚ ਹੋਵੇ, ਤਾਂ ਕਿ ਆਪਾਂ ਨੂੰ ਵੱਧ ਤੋਂ ਵੱਧ ਆਪਾਂ ਸਟੂਡੈਂਟ ਪੋਲਿਟਿਕਸ ਵੱਲ ਦੇਖੀਏ, ਆਪਾਂ ਇਹਨਾਂ ਨੂੰ ਐਵੇਂ ਗੈਵੇਂ ਦੀ ਚੀਜ਼ ਨਾ ਮੰਨੀਏ ਸਟੂਡੈਂਟ ਪੋਲਿਟਿਕਸ ਨੂੰ? ਤੁਹਾਡੇ ਇੱਕ ਸਵਾਲ 'ਚ 8-10 ਸਵਾਲ ਨੇ। ਇੱਕ ਸਵਾਲ ਕਹਿ ਕੇ ਤੁਸੀਂ 8-10 ਸਵਾਲ ਕਰਦੇ ਹੋ, ਮਤਲਬ ਉਹਨਾਂ ਨੂੰ ਤਰਤੀਬ ਵਾਈਜ਼ ਜਵਾਬ ਦੇਣਾ। ਮਤਲਬ ਪਹਿਲੀ ਗੱਲ ਤਾਂ ਇਹ ਕਿ ਮੈਨੂੰ ਲੱਗਦਾ ਹੈ ਕਿ ਇੰਡੀਅਨ ਪੋਲਿਟਿਕਸ ਦੇ ਅੰਦਰ ਸਟੂਡੈਂਟਸ ਦੀ ਭਾਗੀਦਾਰੀ ਵਧੀ ਹੈ ਪਿਛਲੇ ਕੁਝ ਸਾਲਾਂ ਤੋਂ, ਔਰ ਆਉਣ ਵਾਲੇ ਸਮੇਂ ਤੱਕ ਇਹ ਨਿਰੰਤਰ ਜਾਰੀ ਰਹੂਗਾ ਕਿ ਸਟੂਡੈਂਟ ਪੋਲਿਟਿਕਸ ਇੱਕ ਬਹੁਤ ਵੱਡਾ ਰੋਲ ਪਲੇ ਕਰ ਸਕਦੀ ਹੈ ਦੇਸ਼ ਦੀ ਰਾਜਨੀਤੀ ਦੇ ਅੰਦਰ। ਜਿਹਨੇ ਲੋਕ ਇੱਥੋਂ ਗਰਾਊਂਡ ਲੈਵਲ ਤੋਂ ਜਿੰਨੀਆਂ ਚੀਜ਼ਾਂ ਮੈਨੂੰ ਲੱਗਦਾ ਤੁਸੀਂ ਇੱਕ ਯੂਨੀਵਰਸਿਟੀ ਤੋਂ ਸਿੱਖ ਸਕਦੇ ਹੋ,
ਵੱਧ ਤੋਂ ਜ਼ਿਆਦਾ ਇੱਥੇ ਇਲੈਕਸ਼ਨ ਹੁੰਦੀ ਹੈ, ਇਲੈਕਸ਼ਨ ਬੜੇ ਦਰਮਦਾਰ ਨਾਲ ਲੜਦੀਆਂ ਨੇ ਪਾਰਟੀਆਂ, ਔਰ ਕਿੰਨੇ ਲੋਕ ਆ ਕੇ ਪਾਰਟਿਸਿਪੇਟ ਕਰਦੇ ਨੇ। ਇਲੈਕਸ਼ਨ ਫੈਸਟੀਵਲ ਹੁੰਦਾ ਪੂਰਾ। ਬਿਲਕੁਲ ਹੁੰਦਾ, ਬਿਲਕੁਲ। ਆਹ ਦਿਨ ਨੇ ਦੇਖੋ, ਇਹ ਤਾਂ ਕਰੋਨਾ ਕਰਕੇ ਹੁਣ ਸਾਰੇ ਫਸ ਗਏ, 2 ਸਾਲ ਤੋਂ ਕੋਈ ਆ ਨਹੀਂ ਰਿਹਾ, 1.5-2 ਸਾਲ ਤੋਂ ਮਤਲਬ ਯੂਨੀਵਰਸਿਟੀ ਦੇ ਅੰਦਰ। ਨਹੀਂ ਤਾਂ ਇਹ ਟਾਈਮ ਤਾਂ ਪੀਕ ਟਾਈਮ ਨਹੀਂ ਹੁੰਦਾ 1 ਮਿੰਟ ਦਾ ਵੀ ਕਿਸੇ ਕੋਲੇ ਕਿਸੇ ਨਾਲ ਇੰਟਰੈਕਟ ਕਰਨਾ। ਉਹ ਕਿੰਨੀ ਵੱਡੀ ਗੱਲ ਹੈ ਕਿ ਇੱਕ ਤੁਸੀਂ ਕਨਵਿੰਸ ਕਰਨਾ, ਇਲੈਕਟ੍ਰਿਕ ਮਾਹੌਲ ਹੁੰਦਾ ਯੂਨੀਵਰਸਿਟੀ ਦਾ ਪੂਰੇ ਦਾ ਪੂਰਾ। ਔਰ ਮੈਨੂੰ ਕੀ ਲੱਗਦਾ ਕਿ ਇਹ ਚੀਜ਼ਾਂ ਖਤਮ ਨਹੀਂ ਹੋਣਗੀਆਂ, ਇਹ ਆਉਣ ਵਾਲੇ ਟਾਈਮ ਤੱਕ ਜਾਰੀ ਰਹਿਣਗੀਆਂ, ਔਰ ਸਟੂਡੈਂਟਸ ਇਹਦੇ ਅੰਦਰ ਆਪਣੀ ਪਾਰਟਿਸਿਪੇਸ਼ਨ ਵਧਾਉਂਦੇ ਰਹਿਣਗੇ, ਭਾਗੀਦਾਰੀ ਵੱਧਦੀ ਰਹੂਗੀ, ਔਰ ਇਹਦੇ ਚੋਂ ਹੀ ਮੈਨੂੰ ਲੱਗਦਾ ਕਿ ਚੰਗੇ ਲੀਡਰ ਨਿਕਲਣਗੇ। ਔਰ ਰਹੀ ਗੱਲ ਰੈਵੋਲੂਸ਼ਨ ਦੀ, ਇਸ ਤੋਂ ਵੱਡਾ ਰੈਵੋਲੂਸ਼ਨ ਦੇਸ਼ ਦੇ ਅੰਦਰ ਆ ਨਹੀਂ ਸਕਦਾ ਜਿੰਨੇ ਯੰਗ ਮਿਨਿਸਟਰ ਸਰ ਜੋ ਸੈਂਟਰ ਗਵਰਨਮੈਂਟ ਦੇ ਅੰਦਰ ਨੇ, ਜਿੰਨੇ ਯੰਗ ਐਮਪੀ ਸੈਂਟਰ ਗਵਰਨਮੈਂਟ ਦੇ ਅੰਦਰ ਨੇ, ਔਰ ਜਿੰਨੇ ਲੋਕਾਂ ਨੂੰ ਮਤਲਬ ਭਾਗੀਦਾਰੀ ਮਿਲਦੀ ਪਈ ਹੈ। ਇਸ ਤੋਂ ਬਾਅਦ ਲੱਗਦਾ ਕਿ ਰੈਵੋਲੂਸ਼ਨ ਦੌਰ ਚੱਲਿਆ ਹੋਇਆ ਆਲਰੇਡੀ, ਕਿ ਸਟੂਡੈਂਟਸ ਦੀ ਭਾਗੀਦਾਰੀ ਬਹੁਤ ਜ਼ਿਆਦਾ ਵੱਧ ਗਈ ਹੈ। ਸਟੂਡੈਂਟਸ ਆਪਣੀ ਗੱਲ ਅੱਜ ਕਿੰਨੇ ਪਲੇਟਫਾਰਮ ਹੈ, ਤੁਸੀਂ ਟਵੀਟ ਦੇ ਅੰਦਰ ਟਵੀਟ ਕਰਦੇ ਹੋ, ਨਾਲ ਰਿਪਲਾਈ ਆ ਜਾਂਦਾ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਕਿਸੇ ਚੀਜ਼ ਬਾਰੇ ਵੀ ਮੈਂ ਕਿੱਥੋਂ ਤੱਕ ਕਿੰਨੀ ਡੀਪਲੀ ਉਹਨੂੰ ਸਮਝ ਸਕਦਾ। ਸਟੂਡੈਂਟ ਹੀ ਇੱਕ ਸਟੂਡੈਂਟ ਲਾਈਫ ਹੀ ਇਦਾਂ ਦੀ ਹੁੰਦੀ ਹੈ ਕਿ ਤੁਸੀਂ ਉਹਦੇ ਅੰਦਰ ਲੜਾਈ ਝਗੜਾ, ਪਿਆਰ ਮੁਹੱਬਤ, ਪੜ੍ਹਾਈ, ਬੇਬਾਕ ਹੋ ਕੇ ਥਾਟ ਆਪਣੀ ਰੱਖਣੀ, ਬਿਲਕੁਲ ਕਿੰਨੀਆਂ ਚੀਜ਼ਾਂ ਇੱਕ ਜਗ੍ਹਾ ਤੇ ਇਕੱਠੀਆਂ ਹੁੰਦੀਆਂ, ਔਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਨਾਲ ਲੈ ਕੇ ਚੱਲਣਾ ਇੱਕ ਮੈਨੂੰ ਲੱਗਦਾ ਬਹੁਤ ਵੱਡਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਔਰ ਸਟੂਡੈਂਟ ਇਸ ਚੀਜ਼ ਨੂੰ ਹੈਂਡਲ ਕਰ ਰਿਹਾ ਤਾਂ ਮੈਨੂੰ ਲੱਗਦਾ ਉਹ ਦੇਸ਼ ਦੇ ਅੰਦਰ ਕਿਸੇ ਵੀ ਪਾਰਟੀ 'ਚ ਜਾ ਕੇ ਕਿਸੇ ਵੀ ਮਿਨਿਸਟਰੀ ਨੂੰ, ਕਿਸੇ ਵੀ ਸਟੇਟ ਨੂੰ, ਕਿਸੇ ਵੀ ਕੌਂਸਟੀਟਿਊਂਸੀ ਨੂੰ ਹੈਂਡਲ ਕਰ ਸਕਦਾ ਹੈ। Parvinder, thank you so much. ਧੰਨਵਾਦ। Thank you.